ਆਈਬੀ ਵਾਲੇ ਤਾਂ ਕਈ ਜਣੇ ਇੱਥੋਂ ਤੱਕ ਘਰ ਆ ਕੇ ਵੀ ਕਹਿੰਦੇ ਰਹੇ ਕਿ ਇਹ ਕਿਤਾਬ ਦਾ ਜਿਹੜਾ ਨਾਮ ਹੈ ਉਹ ਬਦਲਿਆ ਜਾਵੇ। ਅੱਛਾ, ਇੱਥੋਂ ਤੱਕ ਕਿਹਾ? ਹਾਂ, ਕਿ ਇਹ ਕਿਤਾਬ ਕਹਿੰਦੇ ਕਿ ਪਹਿਲੀ ਗੱਲ ਤੇ ਕਹਿੰਦੇ ਕਿਤਾਬ ਆਉਣੀ ਹੀ ਨਹੀਂ ਚਾਹੀਦੀ, ਸਾਨੂੰ ਉੱਪਰੋਂ ਹਿੰਦੂ ਅਫਸਰਾਂ ਦੇ ਹੁਕਮ ਆ ਕਿ ਇਹ ਕਿਤਾਬ ਆਉਣੀ ਹੀ ਨਹੀਂ ਚਾਹੀਦੀ। ਪਰ ਜੇ ਕਿਤਾਬ ਆਉਂਦੀ ਵੀ ਹੈ ਤੇ ਇਹਦਾ ਨਾਮ ਜਿਹੜਾ ਖਾਲਿਸਤਾਨ ਹੈ ਉਹ ਨਹੀਂ ਹੋਣਾ ਚਾਹੀਦਾ। ਮਤਲਬ ਖਾਲਿਸਤਾਨ ਦੇ ਨਾਮ ਤੋਂ ਹੀ ਇਤਨੀ ਐਲਰਜੀ ਹੈ ਜੀ, ਉਹ ਮੈਨੂੰ ਆਪ ਹੀ ਕਹਿੰਦੇ ਰਹੇ ਕਿ ਇਸ ਕਿਤਾਬ ਦਾ ਨਾਮ ਤੁਸੀਂ ਸਰਲੱਥ ਯੋਧੇ ਰੱਖ ਲਵੋ, ਇਹਦੇ ਕਿਤਾਬ ਦਾ ਨਾਮ ਧਰਮੀ ਯੋਧੇ ਰੱਖ ਲਵੋ, ਇਹ ਕਿਤਾਬ ਦਾ ਨਾਮ ਉੱਦਾਂ ਰੱਖ ਲਵੋ 1984 ਦੇ ਸ਼ਹੀਦ। ਪਰ ਕਹਿੰਦੇ ਖਾਲਿਸਤਾਨ ਲਫ਼ਜ਼ ਜਿਹੜਾ ਉਹ ਦਿੱਲੀ ਵਾਲਿਆਂ ਨੂੰ ਤੰਗ ਕਰਦਾ ਆ ਕਿ ਜੇ ਤੁਸੀਂ ਇਹ ਨਾਮ ਬਦਲ ਦਿਓਗੇ ਤਾਂ ਤੁਹਾਨੂੰ 5 ਲੱਖ ਰੁਪਈਆ ਦੇਵਾਂਗੇ। 5 ਲੱਖ ਦੀ ਆਫਰ ਕਰਕੇ? ਹਾਂ, ਫਿਰ ਕਹਿੰਦੇ ਸੀ ਕਿ ਜੇ ਤੁਸੀਂ ਇਹ ਕਿਤਾਬ ਨਹੀਂ ਕੱਢਦੇ, ਇਹ ਕਿਤਾਬ ਨੂੰ ਵਾਪਸ ਲੈ ਲੈਂਦੇ ਹੋ, ਇਹ ਕਿਤਾਬ ਨਹੀਂ ਛਪਵਾਉਂਦੇ ਤਾਂ ਅਸੀਂ ਤੁਹਾਨੂੰ 3 ਮਹੀਨਿਆਂ ਬਾਅਦ ਜਿਹੜਾ ਕੈਨੇਡਾ ਆ ਉਹ ਵੀ ਭੇਜ ਦਿਆਂਗੇ। ਕਿਤੇ ਤੱਕ ਲਾਲਚ ਦਿੱਤਾ ਗਿਆ? ਹਾਂ, ਜੇਕਰ ਤੁਸੀਂ ਸਾਡੀ ਗੱਲ ਨਾ ਮੰਨੋਗੇ ਤਾਂ ਜਿਹੜਾ ਤੁਹਾਡਾ ਭਵਿੱਖ ਆ ਉਹ ਫਿਰ ਖਤਰੇ ਵਿੱਚ ਹੋਵੇਗਾ। ਮੈਂ ਪਰਮਜੀਤ ਸਿੰਘ ਰਾਣਵਾ ਤੇ ਆਪ ਦੇਖ ਰਹੇ ਹੋ ਗੁਰਬਾਣੀ ਅਖੰਡ ਬਾਣੀ। ਸਭ ਤੋਂ ਪਹਿਲਾਂ ਗੁਰੂ ਦੀ ਬਖਸ਼ਿਸ਼ ਕੀਤੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਥ ਦੀ ਇੱਕ ਮਹਾਨ ਸ਼ਖਸੀਅਤ ਜਿਨ੍ਹਾਂ ਨੇ ਬਹੁਤ ਵੱਡਾ ਉਪਰਾਲਾ ਕੀਤਾ ਔਰ ਬੜਾ ਬੀੜਾ ਜਿਨ੍ਹਾਂ ਨੇ ਚੁੱਕਿਆ ਹੋਇਆ ਹੈ, ਸ਼ਹੀਦ ਪਰਿਵਾਰਾਂ ਦੀ ਸਾਂਭ ਸੰਭਾਲ ਔਰ ਖਾੜਕੂ ਸੰਘਰਸ਼ ਦੇ ਵਿੱਚ, ਜਿਹੜੇ ਖਾੜਕੂ ਲਹਿਰ ਦੇ ਵਿੱਚ, ਉਸ ਸੰਘਰਸ਼ ਵਿੱਚ ਜਿਹੜੇ ਸਿੰਘ ਸ਼ਹੀਦ ਹੋ ਗਏ, ਉਹਨਾਂ ਦੇ ਘਰੋਂ ਘਰੀ ਜਾ ਕੇ ਉਹਨਾਂ ਦਾ ਸਾਰਾ ਡਾਟਾ ਇਕੱਠਾ ਕਰ ਰਹੇ ਨੇ ਔਰ 2 ਕਿਤਾਬਾਂ ਵੀ ਲਿਖ ਚੁੱਕੇ ਨੇ ਹੁਣ ਤੱਕ ਵੱਡੀਆਂ। ਔਰ ਖਾਲਸਾ ਫਤਿਹਨਾਮਾ ਜਿਹੜਾ ਮੈਗਜ਼ੀਨ ਹੈ ਉਹਦੇ ਵਿੱਚ ਉਹਨਾਂ ਦੇ ਅਖਬਾਰ ਵੀ ਜਿਹੜੇ ਲੇਖ ਵੀ ਛਪਦੇ ਰਹਿੰਦੇ ਨੇ। ਮੇਰੀ ਮੁਰਾਦ ਹੈ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਵਾਲਿਆਂ ਤੋਂ, ਜਿਨ੍ਹਾਂ ਨੂੰ ਭਾਈ ਰਣਜੀਤ ਸਿੰਘ ਖਾਲਿਸਤਾਨੀ ਵੀ ਕਿਹਾ ਜਾਂਦਾ ਹੈ। ਭਾਈ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੁਛ ਅੱਜ ਤੁਹਾਡੇ ਨਾਲ ਮੁਲਾਕਾਤ ਹੋਈ, ਕੁਛ ਕੁ ਮੈਂ ਸਵਾਲ ਜਿਹੜੇ ਨੇ ਤੁਹਾਨੂੰ ਕਰਨੇ ਨੇ। ਸਭ ਤੋਂ ਪਹਿਲਾ ਸਵਾਲ ਤਾਂ ਇਹ ਹੈ ਭਾਈ ਰਣਜੀਤ ਸਿੰਘ ਜੀ, ਸਭ ਤੋਂ ਪਹਿਲਾਂ ਤੁਸੀਂ ਆਪਣੇ ਜਨਮ, ਘਰ, ਪਰਿਵਾਰ ਅਤੇ ਪੜ੍ਹਾਈ ਬਾਰੇ ਸੰਗਤਾਂ ਨੂੰ ਕੁਝ ਦੱਸੋ ਜੀ। ਸੋ 30 ਨਵੰਬਰ 1991 ਨੂੰ ਜਿਹੜਾ ਦਾਸ ਦਾ ਜਿਹੜਾ ਜਨਮ ਆ ਉਹ ਪੱਟੀ ਸ਼ਹਿਰ ਵਿੱਚ ਹੋਇਆ ਸੀ। ਹੁਣ ਪੱਟੀ ਸ਼ਹਿਰ ਬਣ ਚੁੱਕਾ ਆ, ਪਹਿਲਾਂ ਇੱਕ ਪਿੰਡ ਤਹਿਸੀਲ ਹੁੰਦੇ ਸੀ। ਉਹਨਾਂ ਦਿਨਾਂ ਦੇ ਵਿੱਚ 30 ਨਵੰਬਰ 1991 ਨੂੰ ਦਾਸ ਦਾ ਜਿਹੜਾ ਜਨਮ ਆ ਉਹ ਹੋਇਆ ਸੀ। ਮੇਰੇ ਪਿਤਾ ਜੀ ਆ ਜਿਹੜੇ ਉਹ ਸਰਕਾਰੀ ਮਹਿਕਮੇ ਦੇ ਵਿੱਚ ਤਰਖਾਣ ਦੀ ਜਿਹੜੀ ਡਿਊਟੀ ਆ ਉਹ ਕਰਦੇ ਸਨ। ਹੁਣ ਸਾਲ ਕੁ ਹੋ ਗਿਆ, ਰਿਟਾਇਰਡ ਹੋ ਚੁੱਕੇ ਆ। ਤੇ ਮਾਤਾ ਜੀ ਸਰਦਾਰਨੀ ਬਲਵਿੰਦਰ ਕੌਰ ਆ ਤੇ ਪਿਤਾ ਜੀ ਸਰਦਾਰ ਲਖਵੀਰ ਸਿੰਘ ਸਨ। ਇਸੇ ਤਰ੍ਹਾਂ ਦਾਸ ਦੇ ਜਿਹੜੇ 2 ਛੋਟੇ ਭਰਾ ਆ ਤੇ ਦਾਸ ਦਾ ਜਿਹੜਾ ਨਾਮ ਸੀ ਉਹ ਮੇਰੇ ਜਿਹੜੇ ਚਾਚਾ ਜੀ ਸਨ, ਅਮਰ ਸ਼ਹੀਦ ਭਾਈ ਕਸ਼ਮੀਰ ਸਿੰਘ ਜੀ ਸ਼ੀਰਾ, ਜਿਨ੍ਹਾਂ ਨੇ ਖਾਲਿਸਤਾਨ ਕਮਾਂਡੋ ਫੋਰਸ ਜਥੇਬੰਦੀ ਰਾਹੀਂ ਕੌਮ ਦੀ, ਪੰਥ ਦੀ, ਪੰਜਾਬ ਦੀ ਜਿਹੜੀ ਮਹਾਨ ਸੇਵਾ ਆ ਉਹ ਕੀਤੀ। ਉਹਨਾਂ ਨੇ ਸ਼ਹੀਦ ਹੋਣ ਤੋਂ 2 ਸਾਲ ਪਹਿਲਾਂ ਹੀ ਜਿਹੜਾ ਮੇਰਾ ਨਾਮ ਆ ਉਹ ਰੱਖ ਦਿੱਤਾ ਸੀ। ਭਾਵੇਂ ਕਿ ਹੁਕਮਨਾਮਾ ਸਾਹਿਬ ਤੋਂ ਜਿਹੜਾ ਮੇਰਾ ਨਾਮ ਸੀ ਉਹ ਗੁਰਮੁਖ ਸਿੰਘ ਨਿਕਲਿਆ ਸੀ, ਪਰ ਮੇਰੇ ਚਾਚਾ ਜੀ ਜਿਹੜੇ ਸ਼ਹੀਦ ਹੋ ਚੁੱਕੇ ਆ ਉਹਨਾਂ ਨੇ ਮੇਰੇ ਜਨਮ ਤੋਂ 1-2 ਦਿਨਾਂ ਬਾਅਦ ਹੀ ਮੇਰਾ ਜਿਹੜਾ ਨਾਮ ਸੀ ਉਹ ਰਣਜੀਤ ਸਿੰਘ ਰੱਖ ਦਿੱਤਾ ਸੀ। ਤੇ ਇਹੀ ਨਾਮ ਜਿਹੜਾ ਹੁਣ ਸੰਗਤ ਦੇ ਵਿੱਚ ਜਿਹੜਾ ਚੱਲਦਾ ਆ ਰਿਹਾ ਆ। ਤੇ ਇਸੇ ਤਰ੍ਹਾਂ ਫਿਰ 25 ਦਸੰਬਰ ਤੇ 2015 ਨੂੰ ਦਾਸ ਦਾ ਜਿਹੜਾ ਆਨੰਦ ਕਾਰਜ ਆ ਉਹ ਬੀਬੀ ਕਮਲਜੀਤ ਕੌਰ ਨਿਹੰਗ ਦੇ ਨਾਲ ਹੋਇਆ। ਤੇ ਹੁਣ 2 ਭੁਜੰਗੀ ਆ, ਗੁਰਪੰਥ ਪ੍ਰਥਮ ਸਿੰਘ ਅਤੇ ਗੁਰਬਾਜ ਸਿੰਘ। ਇਹ ਸਤਿਗੁਰਾਂ ਨੇ ਜਿਹੜੀ ਮਿਹਰ ਆ ਉਹ ਕੀਤੀ ਹੋਈ ਹੈ। ਤੇ 12ਵੀਂ ਤੱਕ ਜਿਹੜੀ ਪੜ੍ਹਾਈ ਆ ਉਹ ਸ੍ਰੀ ਗੁਰੂ ਰਾਮਦਾਸ ਸਕੂਲ ਇੱਥੇ ਰਾਮਸਰ ਰੋਡ ਅੰਮ੍ਰਿਤਸਰ ਤੋਂ ਹੀ ਕੀਤੀ। ਤੇ ਫਿਰ ਪ੍ਰਾਈਵੇਟ ਜਿਹੜੀ BA ਆ ਉਹ ਵੀ ਕਰ ਲਈ। ਤੇ 12ਵੀਂ ਦੀ ਪੜ੍ਹਾਈ ਤੋਂ ਬਾਅਦ ਹੀ ਮੈਂ ਦਮਦਮੀ ਟਕਸਾਲ ਦੇ ਵਿੱਚ ਚਲਾ ਗਿਆ ਸੀ ਤੇ ਉੱਥੇ ਰਹਿ ਕੇ ਗੁਰਬਾਣੀ ਦੀ ਸੰਥਿਆ, ਪ੍ਰਚਾਰ ਦੀ ਵਿਦਿਆ, ਗੱਤਕੇ ਦੀ ਜਿਹੜੀ ਵਿਦਿਆ ਆ ਉਹ ਹਾਸਲ ਕੀਤੀ। ਤੇ ਹੁਣ ਫਿਰ ਸਿੱਖ ਕੌਮ ਦੀ ਸੇਵਾ ਦੇ ਵਿੱਚ ਹਾਜ਼ਰ ਹਾਂ। ਬਿਲਕੁਲ। ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਜੀ, ਉਹਦੇ ਤੁਸੀਂ ਹੁਣ ਪ੍ਰਧਾਨ ਵੀ ਹੋ ਜੀ। ਫੈਡਰੇਸ਼ਨ ਨਾਲ ਕਦੋਂ ਜੁੜੇ ਤੁਸੀਂ? ਦੇਖੋ, ਜਿਹੜੀ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਜਥੇਬੰਦੀ ਆ ਇਹਦੀ ਜਿਹੜੀ ਸਥਾਪਨਾ ਸੀ ਉਹ 7 ਅਗਸਤ 2006 ਨੂੰ ਦਮਦਮੀ ਟਕਸਾਲ ਦੇ ਸਿੰਘਾਂ ਨੇ ਕੀਤੀ ਸੀ।
ਉਸ ਸਮੇਂ ਦਮਦਮੀ ਟਕਸਾਲ ਦਾ ਜਿਹੜਾ 300 ਸਾਲਾ ਸਥਾਪਨਾ ਦਿਵਸ ਸੀ 7 ਅਗਸਤ 2006 ਵਾਲੇ ਦਿਨ। ਉਸੇ ਦਿਨ ਹੀ ਫਿਰ ਇਸ ਜਥੇਬੰਦੀ ਦੀ ਜਿਹੜੀ ਸਥਾਪਨਾ ਆ ਉਹ ਕੀਤੀ ਗਈ। ਇਹਦੇ ਪਹਿਲੇ ਜਿਹੜੇ ਪ੍ਰਧਾਨ ਭਾਈ ਬਲਵੰਤ ਸਿੰਘ ਜੀ ਗੋਪਾਲਾ ਬਣੇ ਸਨ, ਤੇ ਮੈਂ ਉਦੋਂ ਤੋਂ ਹੀ ਉਹਨਾਂ ਦੇ ਟੱਚ ਵਿੱਚ ਸਾਂ। ਜਦੋਂ ਉਹਨਾਂ ਨੇ ਤਰਨਤਾਰਨ ਦੇ ਵਿੱਚ ਸ਼ਿਵ ਸੈਨਾ ਕੁੱਟੀ ਸੀ, ਤੇ ਉਦੋਂ ਅਸੀਂ ਅਖਬਾਰਾਂ ਦੇ ਵਿੱਚ ਜਿਹੜਾ ਪੜ੍ਹਿਆ ਸੀ, ਤੇ ਕਾਫੀ ਪ੍ਰਭਾਵਿਤ ਹੁੰਦਾ ਸੀ ਮੈਂ ਇਸ ਜਥੇਬੰਦੀ ਤੋਂ। ਤੇ ਇਸ ਜਥੇਬੰਦੀ ਦੇ ਜਦੋਂ ਵੀ ਕੋਈ ਅੰਮ੍ਰਿਤਸਰ ਵਿੱਚ ਮਾਰਚ ਨਿਕਲਦੇ ਸਨ ਜਾਂ ਕੋਈ ਹੋਰ ਸਮਾਗਮ ਹੁੰਦੇ ਸਨ, ਤੇ ਅਕਸਰ ਹੀ ਮੈਂ ਸਕੂਲ ਵਿੱਚ ਵਿੱਦਿਆ ਪੜ੍ਹਦੇ ਇਸ ਜਥੇਬੰਦੀ ਦੇ ਪ੍ਰੋਗਰਾਮਾਂ ਦੇ ਵਿੱਚ ਜਿਹੜਾ ਹਿੱਸਾ ਸੀ ਉਹ ਲੈਂਦਾ ਹੁੰਦਾ ਸੀ। ਪਰ ਫਿਰ ਜਦੋਂ ਦਮਦਮੀ ਟਕਸਾਲ ਤੋਂ ਵਿੱਦਿਆ ਪ੍ਰਾਪਤ ਕਰਕੇ 2010-11 ਦੇ ਵਿੱਚ ਵਾਪਸ ਆਏ, ਤੇ ਉਸ ਤੋਂ ਬਾਅਦ ਤਕਰੀਬਨ 14 ਮਈ 2013 ਨੂੰ ਮੈਂ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਨਾਲ ਪੱਕੇ ਤੌਰ ਤੇ ਜੁੜ ਗਿਆ ਸੀ। ਉਦੋਂ ਫਿਰ ਜ਼ਿਲ੍ਹਾ ਪ੍ਰਧਾਨਗੀ ਦੀ ਜਿਹੜੀ ਸੇਵਾ ਆ ਉਹ ਮਿਲੀ 14 ਮਈ 2013 ਨੂੰ। ਇਹ ਸੇਵਾ ਵੀ ਉੱਥੇ ਹੀ ਮਿਲੀ ਸ਼ਹੀਦੀ ਯਾਦਗਾਰ ਦੇ ਕੋਲ ਸ੍ਰੀ ਅੰਮ੍ਰਿਤਸਰ, ਉੱਥੇ ਹੀ ਇਹ ਬਖਸ਼ਿਸ਼ ਹੋਈ ਸੀ। ਤੇ ਉਸ ਤੋਂ ਬਾਅਦ ਫਿਰ ਮੀਤ ਪ੍ਰਧਾਨ ਬਣੇ, ਮੀਤ ਪ੍ਰਧਾਨ ਤੋਂ ਬਾਅਦ ਸੀਨੀਅਰ ਮੀਤ ਪ੍ਰਧਾਨ, ਤੇ ਹੁਣ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਹੈ ਕਿ 7 ਅਗਸਤ 2021 ਨੂੰ ਜਿੰਨੇ ਵੀ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਸਿੰਘ ਸਨ, ਉਹਨਾਂ ਨੇ ਦਾਸ ਨੂੰ ਹੁਣ ਭਾਈ ਬਲਵੰਤ ਸਿੰਘ ਗੋਪਾਲਾ ਤੋਂ ਬਾਅਦ ਜਿਹੜਾ ਕੌਮੀ ਪ੍ਰਧਾਨ ਆ ਉਹ ਚੁਣਿਆ ਆ, ਤੇ ਹੁਣ ਮੁੱਖ ਸੇਵਾਦਾਰ ਦੇ ਤੌਰ ਤੇ ਦਾਸ ਇਸ ਜਥੇਬੰਦੀ ਰਾਹੀਂ ਪੰਥ ਦੀ ਜਿਹੜੀ ਸੇਵਾ ਹੈ ਉਹ ਕਰ ਰਿਹਾ ਹੈ। ਬਿਲਕੁਲ, ਇੱਕ ਫੈਡਰੇਸ਼ਨ ਆਗੂ ਔਰ ਇੱਕ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਤੁਸੀਂ ਪ੍ਰਧਾਨ ਹੋ, ਨਾਲ ਦੀ ਨਾਲ ਲੇਖਕ ਵੀ ਹੋ। ਉਧਰ ਫੈਡਰੇਸ਼ਨ ਦੇ ਪ੍ਰਧਾਨ, ਉਧਰ ਤੁਸੀਂ ਲੇਖਕ ਵੀ ਹੋ। ਤੇ ਲੇਖਕ ਦੇ ਤੌਰ ਤੇ ਆਪਣਾ ਸਫ਼ਰ ਜਿਹੜਾ ਸੀ ਤੁਸੀਂ ਕਦੋਂ ਸ਼ੁਰੂ ਕੀਤਾ, ਲਿਖਣਾ ਕਦੋਂ ਸ਼ੁਰੂ ਕੀਤਾ? ਦੇਖੋ, ਜਦੋਂ ਮੈਂ ਦਮਦਮੀ ਟਕਸਾਲ ਦੇ ਵਿੱਚੋਂ ਵਾਪਸ ਆਇਆ ਨਾ, ਤੇ ਮੇਰੀ ਮੁਲਾਕਾਤ ਖਾਲਿਸਤਾਨੀ ਚਿੰਤਕ ਸਰਦਾਰ ਸਰਬਜੀਤ ਸਿੰਘ ਜੀ ਘੁਮਾਣ ਹੋਣਾ ਦੇ ਨਾਲ ਹੋਈ। ਸੋ ਇਸ ਤੋਂ ਪਹਿਲਾਂ ਮੈਂ ਖਾਲਸਾ ਫਤਿਹਨਾਮਾ ਮੈਗਜ਼ੀਨ ਉਹ ਪੜ੍ਹੇ ਸਨ, ਤੇ ਮੈਂ ਕਾਫੀ ਪ੍ਰਭਾਵਿਤ ਸੀ ਉਸ ਮੈਗਜ਼ੀਨ ਦੇ ਉੱਤੋਂ। ਜਦੋਂ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਬਾਰੇ, ਸ਼ਹੀਦ ਭਾਈ ਅਮਰੀਕ ਸਿੰਘ ਜੀ ਬਾਰੇ, ਜਨਰਲ ਸ਼ਬੇਗ ਸਿੰਘ ਜੀ ਹੋਣਾ ਬਾਰੇ ਪੜ੍ਹਦੇ ਸਾਂ, ਤਾਂ ਬੜੀ ਇੱਕ ਤਸੱਲੀ ਜੀ ਹੁੰਦੀ ਸੀ ਮਨ ਨੂੰ ਕਿ ਸਾਡੇ ਯੋਧਿਆਂ ਨੇ ਇਸ ਸਮੇਂ ਵੀ ਜਿਹੜਾ ਮਹਾਨ ਇਤਿਹਾਸ ਹੈ ਚਮਕੌਰ ਦੀ ਗੜੀ ਵਾਲਾ, ਉਹ ਇਸ ਅਜੋਕੇ ਸਮੇਂ ਦੇ ਵਿੱਚ ਵੀ ਉਹਨਾਂ ਨੇ ਜਿਹੜਾ ਦੁਹਰਾਇਆ ਆ। ਬਿਲਕੁਲ। ਤੇ ਸਰਬਜੀਤ ਸਿੰਘ ਘੁਮਾਣ ਭਾਜੀ ਦੀ ਪ੍ਰੇਰਨਾ ਸਦਕਾ, ਅਤੇ ਜਿਹੜੇ ਖਾਲਸਾ ਫਤਿਹਨਾਮਾ ਦੇ ਮੁੱਖ ਸੰਪਾਦਕ ਆ ਸਰਦਾਰ ਰਣਜੀਤ ਸਿੰਘ, ਉਹਨਾਂ ਦਾ ਨਾਮ ਵੀ ਰਣਜੀਤ ਸਿੰਘ ਆ। ਸੋ ਉਹਨਾਂ ਦੋਨਾਂ ਦੀ ਜਿਹੜੀ ਪ੍ਰੇਰਨਾ ਸਦਕਾ ਮੈਂ ਜਿਹੜਾ ਲਿਖਣ ਦੀ ਜਿਹੜੀ ਸ਼ੁਰੂਆਤ ਸੀ ਉਹ ਕੀਤੀ ਸੀ। ਹਾਲਾਂਕਿ ਟਕਸਾਲ ਵਿੱਚ ਰਹਿੰਦਿਆਂ ਮੇਰੀਆਂ ਇੱਕ ਦੋ ਜਿਹੜੀਆਂ ਕਵਿਤਾਵਾਂ ਸੀ ਉਹ ਜਿੰਦਾ ਜ਼ਮੀਰ ਰਸਾਲਾ ਦਮਦਮੀ ਟਕਸਾਲ ਵੱਲੋਂ ਹੀ ਛਪਦਾ ਹੁੰਦਾ ਸੀ, ਉਹਦੇ ਵਿੱਚ ਛਪੀਆਂ ਆ। ਪਰ ਖਾਲਸਾ ਫਤਿਹਨਾਮਾ ਮੈਗਜ਼ੀਨ ਦੇ ਵਿੱਚ ਜਿਹੜੇ ਮੈਂ ਲੇਖ ਸੀ 2013-14 ਤੋਂ ਲਿਖਣੇ ਸ਼ੁਰੂ ਕਰ ਦਿੱਤੇ। ਪਰ ਸ਼ਹੀਦਾਂ ਦੀਆਂ ਜਿਹੜੀਆਂ ਜੀਵਨੀਆਂ 2016 'ਚ ਪਹਿਲੀ ਵਾਰ ਮਾਰਚ 2016 'ਚ ਸ਼ਹੀਦ ਭਾਈ ਸਵਰਨ ਸਿੰਘ ਜੀ ਨਿਹੰਗ, ਉਹਨਾਂ ਦੀ ਜੀਵਨੀ ਲਿਖੀ ਸੀ। ਜਦੋਂ ਉਹਨਾਂ ਦੀ ਜੀਵਨੀ ਖਾਲਸਾ ਫਤਿਹਨਾਮਾ ਮੈਗਜ਼ੀਨ ਦੇ ਵਿੱਚ ਛਪੀ, ਤੇ ਕਾਫੀ ਸੰਗਤਾਂ ਨੇ ਜਿਹੜਾ ਉਤਸ਼ਾਹ ਆ ਉਹ ਦਿੱਤਾ। ਫਤਿਹਨਾਮਾ ਦੇ ਸੰਪਾਦਕ ਭਾਈ ਰਣਜੀਤ ਸਿੰਘ ਜੀ ਉਹਨਾਂ ਨੇ ਵੀ ਮੈਨੂੰ ਬੜਾ ਉਤਸ਼ਾਹ ਦਿੱਤਾ। ਭਾਈ ਸਰਬਜੀਤ ਸਿੰਘ ਘੁਮਾਣ ਉਹਨਾਂ ਨੇ ਹੋਰ ਵੀ ਜਿਹੜੀ ਪ੍ਰੇਰਨਾ ਆ ਉਹ ਦਿੱਤੀ। ਤੇ ਫਿਰ ਨਾਲ ਫਤਿਹਨਾਮਾ ਵੀ ਪੜ੍ਹਦੇ ਸੀ, ਤੇ ਮੈਨੂੰ ਪਤਾ ਹੀ ਨਹੀਂ ਲੱਗਾ ਕਿ ਇਹ ਸਾਰਾ ਕੁਝ ਪੜ੍ਹਦੇ ਪੜ੍ਹਦੇ ਕਦੋਂ ਮੈਂ ਵੀ ਲਿਖਣ ਲੱਗ ਪਿਆ। ਵਾਹ, ਤੁਹਾਡਾ ਜਿਹੜਾ ਨਾਮ ਬੜਾ ਸੋਚ ਕੇ ਰੱਖਿਆ ਤੁਹਾਡੇ ਸ਼ਹੀਦ ਚਾਚਾ ਜੀ ਨੇ, ਰਣਜੀਤ ਸਿੰਘ। ਇੱਕ ਉਹ ਰਣਜੀਤ ਸਿੰਘ ਜਥੇਦਾਰ ਅਕਾਲ ਤਖਤ ਸਾਹਿਬ ਭਾਈ ਰਣਜੀਤ ਸਿੰਘ ਜੀ, ਜਿਨ੍ਹਾਂ ਨੇ ਨਰਗਧਾਰੀਏ ਦਾ ਸੋਧਾ ਲਾਇਆ, ਬੜੀ ਕੁਰਬਾਨੀ ਉਹਨਾਂ ਦੀ ਵੀ। ਤੇ ਰਣਜੀਤ ਸਿੰਘ ਨਾਂ ਜਿਹੜਾ ਨਾ ਆਪਣੇ ਆਪ ਦੇ ਵਿੱਚ ਮਤਲਬ ਸਾਰਥਕ ਕਰਦਾ ਆਪਣੇ ਨਾਮ ਨੂੰ, ਰਣਜੀਤ ਸਿੰਘ, ਹੈ ਨਾ, ਚਾਹੇ ਉਹ ਕੋਈ ਵੀ ਰਣਜੀਤ ਸਿੰਘ ਹੋਏ ਨੇ। ਤੇ ਸ਼ਹੀਦਾਂ ਦਾ ਇਤਿਹਾਸ ਲਿਖਦਿਆਂ ਤੁਹਾਨੂੰ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ? ਕਿਉਂਕਿ ਇਹ ਇਤਿਹਾਸ ਐਸਾ ਹੈ ਕਿ ਇੱਕ ਇੱਕ ਚੀਜ਼ ਨੂੰ ਬੜੀ ਬਾਰੀਕੀ ਦੇ ਨਾਲ ਪਹਿਲਾਂ ਜਾ ਕੇ ਘੋਖਣਾ ਪੈਂਦਾ, ਪਰਿਵਾਰਾਂ ਨੂੰ ਮਿਲਣਾ ਪੈਂਦਾ, ਫਿਰ ਇੱਧਰ ਉੱਧਰ ਨਾ ਹੋ ਜਾਵੇ ਕੋਈ ਗੱਲ। ਕਿਉਂਕਿ ਤੁਹਾਨੂੰ ਪਤਾ ਵੀ ਬੜੇ ਤੋਂ ਬੜੇ ਚਿੰਤਕ ਜਿਹੜੇ ਨੇ ਉਹ ਬੈਠੇ ਨੇ, ਲਿਖਤਾਂ ਨੂੰ ਪੜ੍ਹਦੇ ਵੀ ਨੇ ਉਹ, ਤੇ ਕੋਈ ਇੱਦਾਂ ਦੀ ਗੱਲ ਨਾ ਆ ਜਾਵੇ। ਕਿਹੜੀਆਂ ਮੁਸ਼ਕਿਲਾਤਾਂ ਦਾ ਸਾਹਮਣਾ ਕਰ ਰਹੇ ਹੋ ਤੇ ਕਰਨਾ ਪੈਂਦਾ ਹੈ? ਦੇਖੋ, ਸਭ ਤੋਂ ਵੱਡੀ ਗੱਲ ਜਿਹੜੇ ਸ਼ਹੀਦਾਂ ਦੇ ਜਿਹੜੇ ਪਿੰਡ ਲੱਭਣੇ ਨਾ, ਉਹ ਵੀ ਇੱਕ ਬਹੁਤ ਵੱਡੀ ਔਖੀ ਗੱਲ ਹੁੰਦੀ ਹੈ। ਸ਼ਹੀਦਾਂ ਦੇ ਪਰਿਵਾਰਾਂ ਤੱਕ ਜਿਹੜੀ ਪਹੁੰਚ ਕਰਨੀ ਤੇ ਉਹਨਾਂ ਨੂੰ ਗੱਲਬਾਤ ਦੇ ਲਈ ਮਨਾਉਣਾ, ਇਹ ਵੀ ਇੱਕ ਬੜੀ ਵੱਡੀ ਗੱਲ ਹੁੰਦੀ ਹੈ। ਸੋ ਜਿਹੜੇ ਘਰ ਤਾਂ ਬੈਕਾਂ ਦੇ ਵਿੱਚ ਹੁੰਦੇ ਆ ਨਾ, ਉਹਨਾਂ ਨੂੰ ਲੱਭਣਾ ਹੋਰ ਵੀ ਜ਼ਿਆਦਾ ਜਿਹੜਾ ਮੁਸ਼ਕਲ ਹੋ ਜਾਂਦਾ ਹੈ। ਦੂਜੇ ਪਾਸੇ ਕਾਫੀ ਸਾਰੀਆਂ
ਲਿਖਤਾਂ ਲਿਖਣ ਕਰਕੇ ਕਾਫੀ ਸਾਰੀਆਂ ਸਰਕਾਰੀ ਜਿਹੜੀਆਂ ਤੰਗੀਆਂ ਪਰੇਸ਼ਾਨੀਆਂ ਆ ਖੁਆਰੀਆਂ ਉਹਦਾ ਵੀ ਜਿਹੜਾ ਸਾਹਮਣਾ ਹੈ ਉਹ ਕਰਨਾ ਪੈਂਦਾ, ਕਿਉਂਕਿ ਹੁਣ ਇਹ ਕਿਤਾਬਾਂ ਲਿਖਣ ਕਰਕੇ ਖਾਸ ਕਰਕੇ ਖਾਲਿਸਤਾਨ ਦੇ ਨਾਂ ਦੇ ਉੱਤੇ ਕਿਤਾਬਾਂ ਲਿਖਣ ਕਰਕੇ ਹੁਣ ਜਿਹੜੇ CID ਵਾਲੇ ਉਹ ਅਕਸਰ ਹੀ ਮੈਨੂੰ ਜਿਹੜਾ ਤੰਗ ਪਰੇਸ਼ਾਨ ਹੈ ਉਹ ਕਰਦੇ ਰਹਿੰਦੇ ਆ, ਥਾਣਿਆਂ ਦੇ ਵਿੱਚ ਬੁਲਾ ਕੇ ਅਕਸਰ ਹੀ ਖੱਜਲ ਖੁਆਰ ਕਰਦੇ ਆ। ਕੀ ਪੁੱਛਦੇ ਤੁਹਾਤੋਂ ਜਦੋਂ ਤੁਹਾਨੂੰ ਥਾਣਿਆਂ 'ਚ ਬੁਲਾਉਂਦੇ ਨੇ, CID ਜਾਂ IB ਜਾਂ ਹੋਰ ਕੋਈ ਜਿਹੜੀ ਏਜੰਸੀ? ਦੇਖੋ ਕਈ ਤਰ੍ਹਾਂ ਦੇ ਡਰਾਵੇ ਵੀ ਦਿੱਤੇ ਜਾਂਦੇ ਆ ਤੇ ਕਈ ਤਰ੍ਹਾਂ ਦੇ ਜਿਹੜੇ ਲਾਲਚ ਆ ਉਹ ਵੀ ਦਿੱਤੇ ਜਾਂਦੇ ਆ। ਮੈਨੂੰ ਯਾਦ ਆ ਜਦੋਂ ਆ ਤਵਾਰੀਖ ਸ਼ਹੀਦੇ ਖਾਲਿਸਤਾਨ ਭਾਗ ਪਹਿਲਾ ਜਦੋਂ ਮੇਰੀ ਕਿਤਾਬ ਛਪਣੀ ਸੀ ਤਾਂ ਇਹ ਛਪਣ ਤੋਂ ਪਹਿਲਾਂ ਮੈਂ ਖਾਲਸਾ ਫਤਿਹਨਾਮਾ ਮੈਗਜ਼ੀਨ ਦੇ ਵਿੱਚ ਇੱਕ ਅਸੀਂ ਐਡ ਦੇ ਦਿੱਤੀ ਸੀ ਕਿ ਇਹ ਕਿਤਾਬ ਛੇਤੀ ਹੀ ਛਪ ਕੇ ਆ ਰਹੀ ਹੈ। ਤੇ IB ਵਾਲਿਆਂ ਨੇ ਇਸੇ ਤਰ੍ਹਾਂ ਕਾਊਂਟਰ ਇੰਟੈਲੀਜੈਂਸੀ ਵਾਲਿਆਂ ਨੇ ਤੇ ਹੋਰ ਜਿਹੜੀਆਂ ਇਹਨਾਂ ਦੀਆਂ ਕਈ ਭਾਰਤ ਵਾਲੀਆਂ ਦੀਆਂ ਏਜੰਸੀਆਂ ਬਣੀਆਂ ਹੋਈਆਂ ਉਹਨਾਂ ਨੇ ਘਰ ਦੇ ਵਿੱਚ ਆਉਣਾ ਸ਼ੁਰੂ ਕਰ ਦਿੱਤਾ। NIA ਵਾਲਿਆਂ ਨੇ ਤੇ ਮੈਨੂੰ ਬਾਅਦ ਵਿੱਚ ਬੁਲਾਇਆ ਜਦੋਂ ਦੂਸਰੀ ਕਿਤਾਬ ਆਉਣੀ ਸੀ। ਇਸ ਤੋਂ ਪਹਿਲਾਂ IB ਵਰਗੀਆਂ ਜਿਹੜੀਆਂ ਏਜੰਸੀਆਂ ਆ ਤੇ ਜਾਂ CIA ਵਰਗੀਆਂ ਜਾਂ ਹੋਰ ਇਹਨਾਂ ਦੇ ਜਿੱਦਾਂ ਹੈਗੇ CIA ਸਟਾਫ ਵਾਲੇ ਉਹਨਾਂ ਨੇ ਬੁਲਾਉਣਾ। IB ਵਾਲੇ ਤਾਂ ਕਈ ਜਾਣੇ ਇੱਥੋਂ ਤੱਕ ਘਰ ਆ ਕੇ ਵੀ ਕਹਿੰਦੇ ਰਹੇ ਕਿ ਇਹ ਕਿਤਾਬ ਦਾ ਜਿਹੜਾ ਨਾਮ ਆ ਉਹ ਬਦਲਿਆ ਜਾਵੇ। ਅੱਛਾ, ਇੱਥੋਂ ਤੱਕ ਕਿਹਾ? ਹਾਂ, ਕਿ ਇਹ ਕਿਤਾਬ ਕਹਿੰਦੇ ਕਿ ਪਹਿਲੀ ਗੱਲ ਤੇ ਕਹਿੰਦੇ ਕਿਤਾਬ ਆਉਣੀ ਹੀ ਨਹੀਂ ਚਾਹੀਦੀ, ਸਾਨੂੰ ਉੱਪਰੋਂ ਹਿੰਦੂ ਅਫਸਰਾਂ ਦੇ ਹੁਕਮ ਆ ਕਿ ਇਹ ਕਿਤਾਬ ਆਉਣੀ ਹੀ ਨਹੀਂ ਚਾਹੀਦੀ। ਪਰ ਜੇ ਕਿਤਾਬ ਆਉਂਦੀ ਵੀ ਹੈ ਤੇ ਇਹਦਾ ਨਾਮ ਜਿਹੜਾ ਖਾਲਿਸਤਾਨ ਹੈ ਉਹ ਨਹੀਂ ਹੋਣਾ ਚਾਹੀਦਾ। ਮਤਲਬ ਖਾਲਿਸਤਾਨ ਦੇ ਨਾਮ ਤੋਂ ਹੀ ਇਤਨੀ ਅਲਰਜੀ ਹੈ ਨਾ। ਉਹ ਮੈਨੂੰ ਆਪ ਹੀ ਕਹਿੰਦੇ ਰਹੇ ਕਿ ਇਸ ਕਿਤਾਬ ਦਾ ਨਾਮ ਤੁਸੀਂ ਸਿਰਲੱਥ ਯੋਧੇ ਰੱਖ ਲਵੋ, ਇਹਦੇ ਕਿਤਾਬ ਦਾ ਨਾਮ ਧਰਮੀ ਯੋਧੇ ਰੱਖ ਲਵੋ, ਇਹ ਕਿਤਾਬ ਦਾ ਨਾਮ ਉੱਦਾਂ ਰੱਖ ਲਵੋ 1984 ਦੇ ਸ਼ਹੀਦ। ਪਰ ਕਹਿੰਦੇ ਖਾਲਿਸਤਾਨ ਲਫ਼ਜ਼ ਜਿਹੜਾ ਉਹ ਦਿੱਲੀ ਵਾਲਿਆਂ ਨੂੰ ਤੰਗ ਕਰਦਾ ਆ, ਸੋ ਸਾਨੂੰ ਉੱਪਰੋਂ ਹਦਾਇਤਾਂ ਆ, ਤੁਹਾਡੇ ਉੱਤੇ ਡਿਊਟੀ ਲੱਗੀ ਹੈ ਕਿ ਇਹ ਜਿਹੜਾ ਨਾਮ ਹੈ ਉਹ ਬਦਲਿਆ ਜਾਵੇ। ਸੋ ਉਹਨਾਂ ਨੇ ਤਾਂ ਇੱਥੋਂ ਤੱਕ ਹੀ ਕਹਿ ਦਿੱਤਾ ਸੀ ਕਿ ਜੇ ਤੁਸੀਂ ਇਹ ਨਾਮ ਬਦਲ ਦਿਓਗੇ ਤਾਂ ਤੁਹਾਨੂੰ 5 ਲੱਖ ਰੁਪਈਆ ਦੇਵਾਂਗੇ। ਅੱਛਾ, 5 ਲੱਖ ਦੀ ਆਫਰ ਕਰ ਗਏ ਸੀ? ਹਾਂ, ਫਿਰ ਕਹਿੰਦੇ ਸੀ ਕਿ ਜੇ ਤੁਸੀਂ ਇਹ ਕਿਤਾਬ ਨਹੀਂ ਕੱਢਦੇ, ਇਹ ਕਿਤਾਬ ਨੂੰ ਵਾਪਸ ਲੈ ਲੈਂਦੇ ਹੋ, ਇਹ ਕਿਤਾਬ ਨਹੀਂ ਛਪਵਾਉਂਦੇ ਤਾਂ ਅਸੀਂ ਤੁਹਾਨੂੰ 3 ਮਹੀਨਿਆਂ ਬਾਅਦ ਜਿਹੜਾ ਕੈਨੇਡਾ ਆ ਉਹ ਵੀ ਭੇਜ ਦਿਆਂਗੇ। ਹਾਂ, ਜੇਕਰ ਤੁਸੀਂ ਸਾਡੀ ਗੱਲ ਨਾ ਮੰਨੋਗੇ ਤਾਂ ਜਿਹੜਾ ਤੁਹਾਡਾ ਭਵਿੱਖ ਆ ਉਹ ਫਿਰ ਖਤਰੇ ਵਿੱਚ ਹੋਏਗਾ, ਫਿਰ ਤੁਹਾਨੂੰ ਜਿਹੜਾ ਕੇਸਾਂ ਦਾ ਜਿਹੜਾ ਸਾਹਮਣਾ ਹੈ ਉਹ ਕਰਨਾ ਪਏਗਾ। ਧਮਕੀ ਵੀ ਦਿੱਤੀ, ਨਾਲ ਦੀ ਨਾਲ ਲਾਲਚ ਵੀ ਦਿੱਤਾ, ਧਮਕੀ ਵੀ ਦਿੱਤੀ। ਸੋ ਇਸ ਤਰ੍ਹਾਂ ਦੀਆਂ ਕਈ ਗੱਲਾਂ ਬਾਤਾਂ ਹੋਈਆਂ। ਫਿਰ ਇੱਥੇ ਜਿਹੜਾ ਮਾਲ ਮੰਡੀ ਬੁੱਚੜਖਾਨਾ ਆ ਉੱਥੇ ਵੀ ਉਹਨਾਂ ਨੇ ਬੁਲਾਉਣਾ ਸ਼ੁਰੂ ਕਰ ਦਿੱਤਾ। ਸੋ ਕਈ ਤਰੁੱਟੀਆਂ ਦਾ ਸਾਹਮਣਾ ਕਰਨਾ ਪਿਆ। ਉਤੋਂ ਮੇਰੇ ਜਿਹੜੇ ਘਰ ਦੇ ਸੀ, ਮੇਰੇ ਮਾਪੇ, ਉਹ ਵੀ ਮੇਰੇ ਉੱਤੇ ਦਬਾਅ ਪਾਉਣ ਲੱਗ ਪਏ। ਪਰ ਮੈਂ ਉਹਨਾਂ ਨੂੰ ਸਮਝਾਉਂਦਾ ਰਿਹਾ ਕਿ ਅਸੀਂ ਸਾਹਿਬਜ਼ਾਦਿਆਂ ਦੇ ਵਾਰਸ ਆ। ਉਹਨਾਂ ਨੇ ਵੀ ਤਾਂ ਚਮਕੌਰ ਦੀ ਗੜੀ ਦੇ ਵਿੱਚ ਜੰਗ ਜਿਹੜਾ ਲੜਿਆ ਆ, ਛੋਟੇ ਸਾਹਿਬਜ਼ਾਦਿਆਂ ਨੇ ਵੀ ਸੂਬੇ ਦੀ ਕਚਹਿਰੀ ਦੇ ਵਿੱਚ ਜਿਹੜੇ ਜਕਾਰੇ ਉਹ ਗਜਾਏ, ਉਹ ਦ੍ਰਿੜਤਾ ਦੇ ਨਾਲ ਡਟੇ ਰਹੇ, ਸ਼ਹਾਦਤਾਂ ਪ੍ਰਾਪਤ ਕੀਤੀਆਂ। ਸੋ ਮੈਂ ਵੀ ਉਹਨਾਂ ਤੋਂ ਪ੍ਰੇਰਨਾ ਲਈ ਹੈ। ਮੈਂ ਹੁਣ ਆਪਣੇ ਮਕਸਦ ਤੋਂ ਪਿੱਛੇ ਨਹੀਂ ਹਟਾਂਗਾ। ਪਰ ਮੈਂ ਧੰਨਵਾਦ ਕਰਦਾ ਹਾਂ ਆਪਣੀ ਸਿੰਘਣੀ ਕਮਲਜੀਤ ਕੌਰ ਨਿਹੰਗ ਦਾ, ਜਿਨ੍ਹਾਂ ਨੇ ਮਤਲਬ ਕਿ ਇਸ ਕਾਰਜ ਵਿੱਚ ਮੇਰਾ ਸਾਥ ਦਿੱਤਾ ਤੇ ਉਹਨਾਂ ਨੇ ਆਖਿਆ ਕਿ ਨਹੀਂ, ਹੁਣ ਆਪਾਂ ਇਸ ਕਿਤਾਬ ਦਾ ਜਿਹੜਾ ਨਾਮ ਆ ਉਹ ਨਹੀਂ ਬਦਲਾਂਗੇ। ਮੈਂ ਪਹਿਲਾਂ ਹੀ ਦ੍ਰਿੜ ਸੀ, ਪਰ ਜਦੋਂ ਮੈਨੂੰ ਆਪਣੀ ਸਿੰਘਣੀ ਪਰਿਵਾਰ ਦਾ ਜਿਹੜਾ ਹੌਸਲਾ ਉਹ ਮਿਲ ਗਿਆ ਤੇ ਫਿਰ ਅਸੀਂ ਇਸੇ ਨਾਂ ਦੇ ਉੱਤੇ ਜਿਹੜੀ ਕਿਤਾਬ ਆ ਉਹ ਰਿਲੀਜ਼ ਕੀਤੀ। ਭਾਵੇਂ ਕਿ ਬਾਅਦ ਵਿੱਚ ਮੈਨੂੰ ਜਿਹੜੀ ਇਸ ਚੀਜ਼ ਦੀ ਜਿਹੜੀ ਕੀਮਤ ਆ ਉਹ ਵੀ ਤਾਰਨੀ ਪਈ। ਜਿਹੜਾ ਹਾਂਜੀ ਤੰਗ ਪਰੇਸ਼ਾਨ ਹੈ, ਇਹਨਾਂ ਨੇ ਬਹੁਤ ਜ਼ਿਆਦਾ ਮੈਨੂੰ ਕੀਤਾ। ਕਿਸ ਤਰ੍ਹਾਂ ਦਾ? ਮਤਲਬ ਦੇਖੋ, NIA ਤੱਕ ਜਿਹੜੀ ਪੁੱਛਗਿੱਛ ਆ ਮੇਰੀ ਦਿੱਲੀ ਤੱਕ ਇਹਨਾਂ ਨੇ ਉਹ ਕੀਤੀ। ਦਿੱਲੀ ਵੀ ਲੈ ਕੇ ਗਏ। ਇੱਥੋਂ ਤੱਕ ਕਿ ਬਾਅਦ ਵਿੱਚ ਮੇਰੇ ਜਿਹੜੇ ਪਿਤਾ ਜੀ ਸਨ ਉਹਨਾਂ ਨੂੰ ਵੀ ਥਾਣਿਆਂ ਵਿੱਚ ਸੱਦਣਾ ਸ਼ੁਰੂ ਕਰ ਦਿੱਤਾ ਅਤੇ 2-4 ਵਾਰ ਇਹਨਾਂ ਨੇ ਜਿਹੜੀ ਗ੍ਰਿਫਤਾਰੀ ਆ ਉਹ ਵੀ ਆਨੇ ਬਹਾਨੇ ਕੀਤੀ। ਜਦੋਂ ਵੀ ਕੋਈ ਹੋਰ ਸੰਘਰਸ਼ ਹੁੰਦਾ ਸੀ ਤੇ ਉਹਦੇ ਆਨੇ ਬਹਾਨੇ ਜਿਹੜਾ ਗ੍ਰਿਫਤਾਰ ਆ ਉਹ ਕਰ ਲਿਆ ਜਾਂਦਾ ਸੀ। ਪਿਤਾ ਜੀ ਨੂੰ ਵੀ ਥਾਣੇ ਲੈ ਜਾਂਦੇ ਸੀ। ਇੱਥੋਂ ਤੱਕ ਕਿ ਇੱਕ ਵਾਰ ਤਾਂ ਮੇਰਾ ਜਿਹੜਾ ਛੋਟਾ ਭਰਾ ਸੀ ਮਲਕੀਤ ਸਿੰਘ, ਉਹਨੂੰ ਵੀ ਥਾਣੇ ਲੈ ਕੇ ਮਤਲਬ ਕਿ ਕੋਸ਼ਿਸ਼ ਕਰ ਰਹੇ ਸੀ, ਪਰ ਸਾਡੇ ਜਿਹੜੇ ਹੈਗੇ ਗੁਆਂਢੀਆਂ ਨੇ ਜਿਹੜਾ ਵਿਰੋਧ ਹੈ ਉਹ ਕੀਤਾ ਤੇ ਨਹੀਂ ਲੈ ਕੇ ਗਏ। ਪਰ ਇਹਨਾਂ ਨੇ ਖੱਜਲ ਖੁਆਰ ਜਿਹੜਾ ਪੂਰਾ ਮੈਨੂੰ ਕਰਨਾ ਚਾਹਿਆ। ਪਰ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਜਦੋਂ ਦੂਸਰੀ ਕਿਤਾਬ ਵੀ ਕੱਢੀ, ਅਸੀਂ ਉਹ ਵੀ ਫਿਰ ਇਸੇ ਨਾਮ ਦੇ ਉੱਤੇ ਹੀ ਕੱਢੀ ਦੂਸਰੀ ਕਿਤਾਬ, ਸ਼ਹੀਦ ਖਾਲਿਸਤਾਨ। ਦੂਜੀ ਗੱਲ ਆਰਥਿਕ ਤੰਗੀਆਂ ਦੀ, ਜਿਹੜੀ ਆਰਥਿਕ ਤੰਗੀ ਉਹ ਵੀ ਕਿਉਂਕਿ ਜਦੋਂ ਸ਼ਹੀਦਾਂ ਦਾ ਇਤਿਹਾਸ ਲਿਖਣ ਜਾਈਏ ਤੇ ਪੈਟਰੋਲ ਦਾ ਵੀ ਕਾਫੀ ਖਰਚਾ ਆ ਜਾਂਦਾ ਆ। ਤੇ ਚਲੋ ਸੰਗਤ ਸਹਿਯੋਗ ਦਿੰਦੀ ਜ਼ਰੂਰ ਹੈ, ਪਰ ਜਿੰਨੇ ਸਹਿਯੋਗ ਦੀ ਲੋੜ ਹੁੰਦੀ ਹੈ ਇਸ ਕਾਰਜ ਵਿੱਚ ਉਹਨਾਂ ਸਹਿਯੋਗ ਹਾਲੇ ਸੰਗਤ ਵੱਲੋਂ ਵੀ ਨਹੀਂ ਮਿਲ ਰਿਹਾ। ਪਰ ਫਿਰ ਵੀ ਕੁਝ ਵੀਰ ਦੇਸ਼ਾਂ ਵਿਦੇਸ਼ਾਂ ਤੋਂ ਜਾਂ ਜਿਹੜੇ ਉਹ ਨਾਲ ਖੜੇ ਹੁੰਦੇ ਆ ਤੇ ਅਕਸਰ ਹੀ ਗਾਹੇ ਬਗਾਹੇ ਇਸ ਕਾਰਜ ਦੇ ਵਿੱਚ ਜਿਹੜੀ ਮੇਰੀ ਮਦਦ ਆ ਉਹ ਕਰਦੇ। ਮੈਂ ਉਹਨਾਂ ਸਾਰੇ ਗੁਰਸਿੱਖਾਂ ਦਾ ਜਿਹੜਾ ਧੰਨਵਾਦ ਕਰਦਾ ਹਾਂ। ਪਰ ਜੇਕਰ ਕਿਸੇ ਹੋਰ ਵੀ ਵੱਡੀ ਸੰਸਥਾ ਨੇ ਜਾਂ ਕਿਸੇ ਹੋਰ ਦੇਸ਼ ਵਿਦੇਸ਼ ਦੇ ਗੁਰਸਿੱਖ ਨੇ ਵੱਡੇ ਪੱਧਰ ਤੇ ਸਾਥ ਦਿੱਤਾ ਹੋਵੇ ਤਾਂ ਇਹ ਕਾਰਜ ਅਸੀਂ ਹੋਰ ਵੀ ਵੱਧ ਚੜ੍ਹ ਕੇ ਕਰ ਸਕਦੇ ਹਾਂ। ਮਤਲਬ
ਇੰਨੀ ਕੁ ਛੋਟੀ ਉਮਰ ਦੇ ਵਿੱਚ ਐਡਾ ਵੱਡਾ ਜਿਹੜਾ ਸਫ਼ਰ ਹੈ ਤੁਸੀਂ ਪੈਂਡਾ ਜਿਹੜਾ ਤੈਅ ਕਰ ਚੁੱਕੇ ਹੋ, ਸ਼ਹੀਦ ਪਰਿਵਾਰਾਂ ਦਾ ਇਤਿਹਾਸ ਲਿਖਣਾ, ਪਰਿਵਾਰਾਂ ਨੂੰ ਮਿਲਣਾ। ਔਰ ਮਤਲਬ ਜਿੱਥੋਂ ਤੱਕ ਮੈਨੂੰ ਪਤਾ, ਜਿਹੜਾ ਮੈਨੂੰ ਜਾਣਕਾਰੀ ਹੈ, ਤੁਸੀਂ ਜਿਹੜੀ ਗੱਲ ਕੀਤੀ ਹੈ ਵੀ ਸ਼ਹੀਦ ਪਰਿਵਾਰਾਂ ਤੱਕ ਪਹੁੰਚ ਕਰਨੀ ਹੀ ਸਭ ਤੋਂ ਪਹਿਲੀ ਵੱਡਾ ਇੱਕ ਵਿਖਮ ਪੈਂਡਾ ਜੀ, ਵਿਖੜਾ ਪੈਂਡਾ ਉਹ ਆਪਾਂ ਕਹਿ ਲਈਏ, ਕਿਉਂਕਿ ਜਿਹੜਾ ਵੀ ਸ਼ਹੀਦ ਪਰਿਵਾਰਾਂ ਤੱਕ ਪਹੁੰਚ ਕਰਦਾ ਉਹ ਤੀਸਰੀ ਜਿਹੜੀ ਅੱਖ ਹੈ ਏਜੰਸੀਆਂ ਦੀ ਉਹਦੇ ਵਿੱਚ ਆ ਜਾਂਦਾ, ਉਸ ਕੈਦ ਹੋ ਜਾਂਦਾ ਉਹ ਵੀ ਇਹ ਪਰਿਵਾਰਾਂ ਤੱਕ ਕਿਵੇਂ ਪਹੁੰਚਿਆ, ਇਹਦਾ ਕੀ ਸੰਬੰਧ ਸੀ। ਇੱਦਾਂ ਦੀਆਂ ਮੁਸ਼ਕਲਾਂ ਵੀ ਆਈਆਂ ਨੇ। ਜੋ ਕੁਛ ਤੁਹਾਡੇ ਨਾਲ ਹੋਇਆ CID ਵਾਲਿਆਂ ਨੇ ਕੀਤਾ ਜਾਂ ਸਾਰਾ ਉਹ ਤੁਸੀਂ ਬਿਆਨ ਕੀਤਾ। ਇੱਕ ਸਵਾਲ ਹੈ ਮੇਰਾ ਹੋਰ, ਦੂਸਰੀ ਕਿਤਾਬ ਆਉਣ ਤੋਂ ਬਾਅਦ ਇਸ ਸਫ਼ਰ ਬਾਰੇ ਅੱਗੋਂ ਕੀ ਸੋਚਦੇ ਹੋ? ਕਿਉਂਕਿ ਪਹਿਲੀ ਦੇ ਵਿੱਚ ਲਾਲਚ ਵੀ ਮਿਲਿਆ, ਧਮਕੀਆਂ ਵੀ ਮਿਲੀਆਂ, ਫਿਰ ਹੁਣ ਦੂਸਰੀ ਕਿਤਾਬ ਆਈ, ਹੁਣ ਤੀਸਰੀ ਕਿਤਾਬ ਜਿਹੜੀ ਆਉਣ ਵਾਲੀ ਹੈ ਜਾਂ ਤੁਸੀਂ ਲਿਖੋਗੇ, ਮਤਲਬ ਕੀ ਸੋਚਦੇ ਹੋ ਇਸ ਸਫ਼ਰ ਬਾਰੇ? ਦੇਖੋ, ਅਫਰੀਕਨ ਜਾਂ ਖਾਨ ਆ ਕਹਿੰਦੇ ਜਦੋਂ ਤੱਕ ਸ਼ੇਰਾਂ ਦੇ ਆਪਣੇ ਇਤਿਹਾਸਕਾਰ ਪੈਦਾ ਨਹੀਂ ਨਾ ਹੁੰਦੇ ਤੇ ਉਹਨਾਂ ਚਿਰ ਤੱਕ ਜਿਹੜੀ ਸ਼ਿਕਾਰੀ ਦੀ ਬਹਾਦਰੀ ਦੀ ਗਾਥਾ ਉਹੀ ਲਿਖੀ ਜਾਵੇਗੀ। ਸ਼ੇਰ ਦੀ ਜਿਹੜੀ ਨਿਰਭੈਤਾ ਦੀ ਕਹਾਣੀ ਉਹ ਸ਼ਿਕਾਰੀ ਦੇ ਇਤਿਹਾਸਕਾਰ ਨੇ ਤਾਂ ਲਿਖਣੀ ਹੀ ਨਹੀਂ, ਬਿਲਕੁਲ, ਉਹ ਤਾਂ ਕੋਈ ਸ਼ੇਰ ਦਾ ਹਮਦਰਦ ਹੀ ਲਿਖੇਗਾ। ਸੋ ਮੈਂ ਇਹਨਾਂ ਜੁਝਾਰੂ ਜਰਨੈਲਾਂ ਦਾ ਹਮਦਰਦ ਬਣ ਕੇ ਇਹ ਜਿਹੜਾ ਕਾਰਜ ਆ ਉਹ ਕਰ ਰਿਹਾ ਆ, ਤੇ ਇਹ ਜਿਹੜਾ ਕਾਰਜ ਆ ਉਹ ਅਗਾਂਹ ਵੀ ਜਿਹੜਾ ਜਾਰੀ ਰਹੇਗਾ, ਕਿਉਂਕਿ ਬੇਅੰਤ ਸਿੰਘ ਆ ਜਿਨ੍ਹਾਂ ਨੇ ਸ਼ਹਾਦਤਾਂ ਜਿਹੜੀਆਂ ਪ੍ਰਾਪਤ ਉਹ ਕੀਤੀਆਂ। ਭਾਵੇਂ ਕਿ ਮੇਰੇ ਤੋਂ ਪਹਿਲਾਂ ਹੋਰ ਵੀ ਬੇਅੰਤ ਲੇਖਕਾਂ ਨੇ ਜਿਹੜੀਆਂ ਕਿਤਾਬਾਂ ਆ ਉਹ ਲਿਖੀਆਂ ਖਾਲਿਸਤਾਨ ਦੇ ਸੰਘਰਸ਼ ਦੇ ਬਾਰੇ, ਦਾਸ ਉਹਨਾਂ ਸਾਰਿਆਂ ਦਾ ਧੰਨਵਾਦੀ ਆ, ਪਰ ਉਹਨਾਂ ਕਿਤਾਬਾਂ ਦੇ ਵਿੱਚ ਜ਼ਿਆਦਾਤਰ ਜਿਹੜੇ ਨਾਮਵਰ ਜੁਝਾਰੂ ਜਰਨੈਲ ਸਨ ਉਹਨਾਂ ਦਾ ਜਿਹੜਾ ਜ਼ਿਕਰ ਆ ਉਹ ਆਇਆ। ਜਦੋਂ ਵੀ ਕੋਈ ਜੰਗ ਯੁੱਧ ਲੜਿਆ ਜਾਂਦਾ ਆ ਤੇ ਜਿਹੜੇ ਨਾਮਵਰ ਜੁਝਾਰੂ ਜਰਨੈਲ ਹੁੰਦੇ ਆ ਉਹਨਾਂ ਦੇ ਨਾਵਾਂ ਦਾ ਤੇ ਕਥਾਵਾਂ ਦਾ ਜ਼ਿਕਰ ਤਾਂ ਸਹਿਜ ਸੁਭਾਵਿਕ ਹੀ ਹੋ ਜਾਂਦਾ ਆ। ਪਰ ਇਸ ਜੰਗ ਯੁੱਧ ਨੂੰ ਲੜਨ ਦੇ ਵਿੱਚ, ਫਤਿਹ ਕਰਨ ਦੇ ਵਿੱਚ ਹੋਰਾਂ ਯੋਧਿਆਂ ਦਾ, ਹੋਰਾਂ ਲੋਕਾਂ ਦਾ ਵੀ ਬੜਾ ਵੱਡਾ ਰੋਲ ਹੁੰਦਾ ਆ, ਪਰ ਹਮੇਸ਼ਾ ਹੀ ਉਹ ਅਣਗੌਲੇ ਰਹਿ ਜਾਂਦੇ ਆ। ਮੇਰੀ ਕੋਸ਼ਿਸ਼ ਸੀ ਕਿ ਮੈਂ ਉਹਨਾਂ ਅਣਗੌਲੇ ਸ਼ਹੀਦਾਂ ਨੂੰ, ਉਹਨਾਂ ਅਣਗੌਲੇ ਸਿੰਘਾਂ ਨੂੰ, ਉਹਨਾਂ ਅਣਗੌਲੇ ਪਰਿਵਾਰਾਂ ਨੂੰ ਕੌਮ ਦੇ ਸਾਹਮਣੇ ਲਿਆਵਾਂ ਜਿਨ੍ਹਾਂ ਦੀਆਂ ਸ਼ਹਾਦਤਾਂ ਬੜੀਆਂ ਵੱਡੀਆਂ ਨੇ, ਕੁਰਬਾਨੀਆਂ ਬੜੀਆਂ ਵੱਡੀਆਂ ਨੇ, ਬੜਾ ਵੱਡਾ ਜਿਨ੍ਹਾਂ ਨੇ ਜ਼ੁਲਮ ਤਸ਼ੱਦਦ ਆਪਣੇ ਪਿੰਡੇ ਦੇ ਉੱਤੇ ਸਹਾਰਿਆ ਆ। ਸੋ ਉਹਨਾਂ ਪਰਿਵਾਰਾਂ ਤੱਕ ਪਹੁੰਚ ਕਰਕੇ ਅਸੀਂ ਕੌਮ ਦੇ ਸਾਹਮਣੇ ਉਹਨਾਂ ਨੂੰ ਲਿਆ ਰਹੇ ਹਾਂ, ਤੇ ਇਹ ਜਿਹੜਾ ਸਫ਼ਰ ਆ ਉਹ ਅਗਾਂਹ ਵੀ ਜਿਹੜਾ ਵੱਧ ਤੋਂ ਵੱਧ ਜਿਹੜਾ ਜਾਰੀ ਆ ਉਹ ਰਹੇਗਾ। ਬਿਲਕੁਲ 30 ਸਾਲ ਹੋ ਗਏ ਉਹ ਸ਼ਹੀਦ ਹਰਦੀਪ ਸਿੰਘ ਦੀਪਾ ਤਰੀਨ ਉਸ ਪਰਿਵਾਰ ਤੱਕ ਕੋਈ ਨਹੀਂ ਪਹੁੰਚਿਆ, ਨਾ ਮੀਡੀਆ ਗਿਆ। ਤੁਸੀਂ ਸਾਡੇ ਨਾਲ ਵੀ ਉਹ ਪਰਿਵਾਰ ਨੂੰ ਰੂਬਰੂ ਕਰਾਇਆ, ਮਿਲਾਇਆ, ਤੁਹਾਡੀ ਬਦੌਲਤ ਉਹ ਪਰਿਵਾਰ ਸਾਨੂੰ ਮਿਲਿਆ। ਮਤਲਬ ਕੁਰਬਾਨੀ ਕਿੱਡੀ ਵੱਡੀ, ਪਰ ਅਣਗੌਲੇ ਸ਼ਹੀਦ ਕਹਿ ਲਈਏ ਆਪਾਂ। ਦੇਖੋ ਜੀ, ਬੇਅੰਤ ਹੀ ਐਸੇ ਅਣਗੌਲੇ ਸ਼ਹੀਦ ਆ। ਦੂਸਰੀ ਗੱਲ ਹੈ ਕਿ ਜਿਹੜਾ ਸ਼ਹੀਦਾਂ ਦਾ ਇਤਿਹਾਸ ਲਿਖਣ ਦਾ ਵੇਲਾ ਆ ਉਹ ਵੀ ਹੋਣੀ ਆ, ਕਿਉਂਕਿ ਜਿਹੜੇ ਸ਼ਹੀਦਾਂ ਦੇ ਮਾਪੇ ਆ ਉਹ ਚੜ੍ਹਾਈ ਕਰਦੇ ਜਾ ਰਹੇ ਆ, ਜਿਨ੍ਹਾਂ ਨੇ ਇਹ ਸਾਰਾ ਜਿਹੜਾ ਸੰਘਰਸ਼ ਆ ਉਹ ਆਪਣੇ ਪਿੰਡੇ ਦੇ ਉੱਤੇ ਹੰਢਾਇਆ ਆ। ਉਹ ਸ਼ਹੀਦਾਂ ਦੇ ਮਾਪੇ ਬਹੁਤ ਜ਼ਿਆਦਾ ਹੁਣ ਬਜ਼ੁਰਗ ਵੀ ਹੋ ਚੁੱਕੇ ਆ, ਬੇਅੰਤ ਚੜ੍ਹਾਈ ਵੀ ਕਰ ਚੁੱਕੇ ਆ, ਜਿਨ੍ਹਾਂ ਤੋਂ ਬਹੁਤ ਕੁਝ ਪੁੱਛਿਆ ਜਾ ਸਕਦਾ ਸੀ। ਤੇ ਜਿਹੜੇ ਸ਼ਹੀਦਾਂ ਦੇ ਮਾਪੇ ਚੜ੍ਹਾਈ ਕਰ ਗਏ ਉਹਨਾਂ ਦੇ ਭੈਣ ਭਰਾ ਜਿਉਂਦੇ ਆ, ਭੈਣਾਂ ਭਰਾਵਾਂ ਉੱਤੇ ਵੀ ਬੜਾ ਜਿਹੜਾ ਜ਼ੁਲਮ ਤਸ਼ੱਦਦ ਆ ਉਹ ਹੋਇਆ। ਭੈਣਾਂ ਭਰਾਵਾਂ ਤੋਂ ਵੀ ਕਾਫੀ ਜ਼ਿਆਦਾ ਜਾਣਕਾਰੀ ਹੁੰਦੀ ਹੈ, ਪਰ ਹੁਣ ਕਾਫੀ ਸਮਾਂ ਹੋ ਚੁੱਕਾ, ਸ਼ਹੀਦਾਂ ਦੇ ਭੈਣ ਭਰਾ ਵੀ ਜਿਹੜੇ ਬਜ਼ੁਰਗ ਆ, ਸੋ ਅੱਗੇ ਉਹਨਾਂ ਦੇ ਜਿਹੜੇ ਸ਼ਹੀਦਾਂ ਦੇ ਬੱਚੇ ਆ ਉਹਨਾਂ ਤੋਂ ਵੀ ਕੁਝ ਨਾ ਕੁਝ ਜਾਣਕਾਰੀ ਮਿਲ ਹੀ ਜਾਂਦੀ ਹੈ। ਪਰ ਜਦੋਂ ਅਗਾਂਹ ਅਗਲੀ ਪੀੜ੍ਹੀ ਹੋਵੇਗੀ ਉਹਨਾਂ ਤੋਂ ਜਾਣਕਾਰੀ ਇਕੱਠੀ ਕਰਨੀ ਬਹੁਤ ਜ਼ਿਆਦਾ ਮੁਸ਼ਕਲ ਹੋਵੇਗੀ। ਸੋ ਇਹੀ 5-7 ਸਾਲ ਸਾਡੇ ਕੋਲ ਆ ਜਿਹਦੇ ਵਿੱਚ ਅਸੀਂ ਵੱਧ ਤੋਂ ਵੱਧ ਸ਼ਹੀਦਾਂ ਦੀ ਜਿਹੜੀ ਜਾਣਕਾਰੀ ਆ ਉਹ ਅਸੀਂ ਇਕੱਤਰ ਕਰ ਸਕਦੇ ਹਾਂ। ਜਿਵੇਂ ਕਿ ਇਤਿਹਾਸ ਵਿੱਚ ਜ਼ਿਕਰ ਆਉਂਦਾ ਆ ਕਿ ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਵੇਲੇ 740 ਸਿੰਘਾਂ ਨੂੰ ਸ਼ਹੀਦ ਕੀਤਾ ਗਿਆ ਬਾਬਾ ਜੀ ਦੇ ਨਾਲ। ਬਿਲਕੁਲ, ਭਾਵੇਂ ਕਿ ਕੁਝ ਲੇਖਕਾਂ ਨੇ 3000 ਵੀ ਲਿਖਿਆ ਹੋਇਆ ਆ, ਕਿਉਂਕਿ ਜਿਹੜੇ ਪਿੰਡਾਂ ਦੇ ਵਿੱਚੋਂ ਸਿੰਘਾਂ ਨੂੰ ਫੜ ਕੇ ਲਿਆਂਦਾ ਗਿਆ ਸੀ। ਪਰ ਬਾਬਾ ਜੀ ਦੇ ਨਾਲ ਕਹਿੰਦੇ ਕਿ ਜਿਹੜੇ ਖਿਦਰਾਣੇ ਦੀ ਗੁਰਦਾਸ ਨੰਗਲ ਦੀ ਗੜੀ ਦੇ ਵਿੱਚੋਂ ਫੜੇ ਸਨ 740 ਕੁ ਸਿੰਘ ਦੱਸਦੇ ਕਈ ਇਤਿਹਾਸਕਾਰ, ਪਰ ਉਹਨਾਂ 740 ਸ਼ਹੀਦ ਸਿੰਘਾਂ ਦਾ ਜਿਹੜਾ ਇਤਿਹਾਸ ਵਿੱਚ ਕਿਤੇ ਕੋਈ ਜ਼ਿਕਰ ਨਹੀਂ ਮਿਲਦਾ ਉਹਨਾਂ ਦੇ ਨਾਵਾਂ ਦਾ ਜਾਂ ਉਹਨਾਂ ਦੇ ਪਿੰਡਾਂ ਦਾ। ਬਿਲਕੁਲ। ਹੁਣ ਅਸੀਂ ਗੱਲ ਕਰਦੇ ਹਾਂ ਕਿ ਖਾਲਿਸਤਾਨ ਦੇ ਸੰਘਰਸ਼ ਵਿੱਚ ਤਕਰੀਬਨ 1 ਲੱਖ 1.5 ਲੱਖ ਸਿੰਘਾਂ ਦੀਆਂ ਸ਼ਹਾਦਤਾਂ ਹੋਈਆਂ ਨੇ। ਸੋ ਸਾਨੂੰ ਉਹਨਾਂ ਦੇ ਸਿੰਘਾਂ ਦੇ ਨਾਵਾਂ ਦਾ, ਉਹਨਾਂ ਦੇ ਪਿੰਡਾਂ ਦਾ, ਉਹਨਾਂ ਦੀਆਂ ਕੁਰਬਾਨੀਆਂ ਦਾ, ਉਹਨਾਂ ਦੀ ਸ਼ਹਾਦਤ ਕਿੱਥੇ ਹੋਈ, ਕਿਵੇਂ ਹੋਈ, ਕਿਹੜੀ ਤਰੀਕ ਨੂੰ ਹੋਈ, ਪਰਿਵਾਰ ਨੇ ਕਿਵੇਂ ਜ਼ੁਲਮ ਝੱਲੇ, ਕਿਹੜੇ ਕਿਹੜੇ ਮੁਕਾਬਲੇ ਕੀਤੇ, ਉਹ ਪਤਾ ਹੋਣੇ ਚਾਹੀਦੇ ਆ। ਸੋ ਇਸ ਕੋਸ਼ਿਸ਼ ਨੂੰ ਲੈ ਕੇ ਦਾਸ ਚੱਲਿਆ ਸੀ, ਤੇ ਕਾਫੀ ਹੱਦ ਤੱਕ ਗੁਰੂ ਸਾਹਿਬ ਜੀ ਨੇ ਜਿਹੜੀ ਸਫਲਤਾ ਆ
ਉਹ ਦਾਸ ਦੀ ਝੋਲੀ ਦੇ ਵਿੱਚ ਪਾਈਏ ਤੇ ਇਹ ਕਿਤਾਬਾਂ ਕੌਮ ਨੂੰ ਸਮਰਪਿਤ ਕੀਤੀਆਂ ਆ। ਭਾਈ ਸਾਹਿਬ ਜੀ, ਤੁਹਾਡੀ ਗੱਲ ਨਾਲ ਮੈਂ ਬਿਲਕੁਲ ਸਹਿਮਤ ਹਾਂ। ਅਗਰ ਜਿਹੜਾ ਕਾਰਜ ਤੁਸੀਂ ਹੁਣ ਕਰ ਰਹੇ ਹੋ ਜਾਂ ਤੁਸੀਂ ਹੁਣ ਆਰੰਭਿਆ ਕੁਝ ਸਮੇਂ ਤੋਂ, ਅਗਰ ਇਹੀ ਕਾਰਜ ਸਾਡੇ ਪੰਥਕ ਵਿਦਵਾਨ ਅੱਜ ਤੋਂ 10-15 ਸਾਲ ਪਹਿਲਾਂ ਸ਼ੁਰੂ ਕਰ ਦਿੰਦੇ ਤਾਂ ਗੱਲ ਕੁਝ ਹੋਰ ਹੋਣੀ ਸੀ। ਖਾੜਕੂ ਸਿੰਘਾਂ ਦਾ ਇਤਿਹਾਸ ਜਿਹੜਾ ਸੀ ਉਹਦੀ ਗੱਲ ਕੁਝ ਰੂਪ ਰੇਖਾ ਹੀ ਕੁਝ ਹੋਰ ਹੋ ਜਾਣੀ ਸੀ। ਅਸੀਂ ਆਪਣਾ ਬਹੁਤ ਇੰਜ ਕਹਿ ਲਈਏ ਵੀ ਸ਼ਹੀਦਾਂ ਦਾ ਜਿਹੜਾ ਵਿਰਸਾ ਹੈ ਉਹ ਅਸੀਂ ਗਵਾ ਚੁੱਕੇ ਹਾਂ। ਮਤਲਬ ਸ਼ਹੀਦਾਂ ਦਾ ਇਤਿਹਾਸ ਜਿਹੜਾ ਹੈ ਉਹ ਸਾਡੇ ਕੋਲ ਮਤਲਬ ਉਪਲਬਧ ਨਹੀਂ, ਆਪਾਂ ਕਹਿ ਸਕਦੇ ਹਾਂ ਬਈ ਬਹੁਤ ਘੱਟ ਆ। ਇੱਕ ਸਵਾਲ ਹੈ ਕਿ ਇਹ ਕਿਤਾਬਾਂ ਸ਼ਹੀਦਾਂ ਦੇ ਪਰਿਵਾਰਾਂ ਨਾਲ ਮੁਲਾਕਾਤਾਂ ਕਰਕੇ ਲਿਖੀਆਂ ਨੇ? ਦੇਖੋ, ਇਹੋ ਜਿਹੀਆਂ ਜਿਹੜੀਆਂ ਕਿਤਾਬਾਂ ਆ ਇਹ ਘਰੇ ਬੈਠ ਕੇ ਲਿਖੀਆਂ ਹੀ ਨਹੀਂ ਜਾ ਸਕਦੀਆਂ। ਬਿਲਕੁਲ। ਇਹ ਤੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਮਿਲ ਕੇ ਜਾਂ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਮਿਲ ਕੇ, ਵਾਕਫਕਾਰਾਂ ਨੂੰ ਮਿਲ ਕੇ, ਪਿੰਡ ਦੇ ਹੋਰ ਮੋਹਤਬਾਰਾਂ ਨੂੰ ਮਿਲ ਕੇ, ਜਾਂ ਜਿਹੜੇ ਸਿੰਘ ਬਚ ਗਏ ਸਨ ਸੰਘਰਸ਼ ਦੇ ਵਿੱਚੋਂ, ਇਹ ਤਾਂ ਉਹਨਾਂ ਨੂੰ ਮਿਲ ਕੇ ਹੀ ਜਿਹੜੀਆਂ ਲਿਖੀਆਂ ਆ ਉਹ ਜਾ ਸਕਦੀਆਂ ਆ। ਜਿਹੜੇ ਮੈਗਜ਼ੀਨ ਹੁੰਦੇ ਆ ਜਾਂ ਜਿਹੜੇ ਉਸ ਸਮੇਂ ਦੀਆਂ ਅਖਬਾਰਾਂ ਆ ਉਹ ਕਾਰਗਰ ਤਾਂ ਹੁੰਦੀਆਂ ਪਰ ਉਹ 100% ਭਰੋਸੇਯੋਗ ਨਹੀਂ ਹੁੰਦੀਆਂ, ਕਿਉਂਕਿ ਕਿਸੇ ਵੇਲੇ ਉਹਨਾਂ ਅਖਬਾਰਾਂ ਦੇ ਵਿੱਚ ਕੁਝ ਹੋਰ ਲਿਖਿਆ ਹੁੰਦਾ, ਪਰ ਜਦੋਂ ਪਰਿਵਾਰਾਂ ਨਾਲ ਜਾਂ ਹੋਰ ਮੋਹਤਬਰ ਸੱਜਣਾ ਨਾਲ ਜਾ ਕੇ ਗੱਲਬਾਤ ਕਰੀਏ ਤੇ ਬਿਲਕੁਲ ਉਲਟ ਹਕੀਕਤ ਦੇ ਨਾਲ ਜਿਹੜਾ ਸਾਡਾ ਵਾਹ ਆ ਉਹ ਪੈਂਦਾ ਆ। ਸੋ ਅਸਲੀ ਗੱਲ ਸਾਹਮਣੇ ਲਿਆਉਣ ਦੇ ਵਾਸਤੇ ਬੜੀ ਮਿਹਨਤ, ਬੜੀ ਮੁਸ਼ੱਕਤ ਜਿਹੜੀ ਆ ਉਹ ਘੱਲਣੀ ਪੈਂਦੀ ਏ। ਸੋ ਇਹ ਜਿਹੜੀਆਂ 2 ਕਿਤਾਬਾਂ ਲਿਖੀਆਂ ਆ ਇਹ ਮੈਂ ਪੂਰੇ ਪੰਜਾਬ ਦੇ ਪਿੰਡਾਂ ਦੇ ਵਿੱਚ ਵਿਚਰ ਕੇ, ਬੈਕਾਂ ਦੇ ਵਿੱਚ ਵਿਚਰ ਕੇ, ਜਿੱਥੇ ਵੀ ਮੈਨੂੰ ਸ਼ਹੀਦ ਸਿੰਘ ਦੇ ਬਾਰੇ ਕੋਈ ਜਾਣਕਾਰੀ ਮਿਲਦੀ ਸੀ ਉੱਥੋਂ ਇਹ ਜਾ ਕੇ ਜਿਹੜੀ ਜਾਣਕਾਰੀ ਪ੍ਰਾਪਤ ਉਹ ਕੀਤੀ। ਕਿਸੇ ਵੇਲੇ ਜਦੋਂ ਅਸੀਂ ਪਿੰਡ ਦੇ ਵਿੱਚ ਜਾਂਦੇ ਹਾਂ, ਸ਼ਹੀਦ ਸਿੰਘ ਦਾ ਪਰਿਵਾਰ ਨਹੀਂ ਮਿਲਦਾ ਉੱਥੇ, ਫਿਰ ਅੱਗੋਂ ਪਤਾ ਕਰਦੇ ਹਾਂ, ਫਿਰ ਉਹ ਦੂਸਰੇ ਪਿੰਡ ਵਿੱਚ ਜਾ ਕੇ ਜਿੱਥੇ ਵੀ ਸ਼ਹੀਦ ਸਿੰਘ ਦੇ ਪਰਿਵਾਰ ਸਾਨੂੰ ਮਿਲੇ ਉੱਥੋਂ ਪਹੁੰਚ ਕਰਕੇ ਫਿਰ ਹੀ ਇਹ ਜਿਹੜੀਆਂ ਕਿਤਾਬਾਂ ਆ ਇਹ ਕੌਮ ਦੇ ਅਸੀਂ ਸਨਮੁਖ ਕੀਤੀਆਂ ਆ। ਮਤਲਬ ਇੰਨਾ ਸਫ਼ਰ ਕੀਤਾ ਹੁਣ ਤੱਕ, ਸ਼ਹੀਦ ਪਰਿਵਾਰਾਂ ਤੱਕ ਪਹੁੰਚ ਕੀਤੀ। 2 ਕਿਤਾਬਾਂ ਜਿਹੜੀਆਂ ਨੇ ਤੁਹਾਡੀਆਂ ਸੰਗਤ ਦੇ ਸਾਹਮਣੇ ਆ ਗਈਆਂ ਨੇ ਹੁਣ। ਇੱਕ ਪਰਿਵਾਰ ਤੱਕ ਪਹੁੰਚਣ ਦੇ ਲਈ ਮੰਨ ਲਓ ਤੁਸੀਂ ਸਾਨੂੰ 100 ਕਿਲੋਮੀਟਰ ਦਾ ਸਫ਼ਰ ਕਰਨਾ ਪੈਂਦਾ ਜੀ, ਤੇ ਗੱਡੀ ਤੇ ਜਾਂਦੇ ਹੋ, ਪੈਟਰੋਲ ਵੀ ਲੱਗਦਾ ਜੀ, ਇਹ ਸਾਰਾ ਖਰਚਾ ਫਿਰ ਆਪਣੇ ਪੱਲਿਓਂ ਕਰਦੇ ਰਹੇ? ਨਹੀਂ, ਮੈਂ ਜਿਵੇਂ ਤੁਹਾਨੂੰ ਦੱਸਿਆ ਆ ਕਿ ਇਹ ਸੰਗਤ ਦਾ ਸਹਿਯੋਗ ਮਿਲਦਾ ਰਿਹਾ, ਪਰ ਜਿੰਨੇ ਸਹਿਯੋਗ ਦੀ ਸਾਨੂੰ ਲੋੜ ਹੈ ਇਸ ਕਾਰਜ ਦੇ ਵਿੱਚ ਹਾਲੇ ਓਡਾ ਵੱਡਾ ਸਹਿਯੋਗ ਨਹੀਂ ਮਿਲ ਰਿਹਾ। ਜੇਕਰ ਉਹਨਾਂ ਸਾਨੂੰ ਸਹਿਯੋਗ ਮਿਲ ਜਾਂਦਾ ਸੰਗਤ ਦਾ ਤੇ ਇਹ ਕਾਰਜ ਅਸੀਂ ਹੋਰ ਵੀ ਵੱਧ ਚੜ ਕੇ ਜਿਹੜਾ ਉਹ ਕਰ ਸਕਦੇ ਸੀ। ਜੇਕਰ ਹੁਣ ਅਸੀਂ 2 ਕਿਤਾਬਾਂ ਕੌਮ ਦੀ ਝੋਲੀ 'ਚ ਪਾਈਆਂ ਤਾਂ ਹੋ ਸਕਦਾ ਆ ਕਿ ਹੁਣ ਤੱਕ ਅਸੀਂ 5-10 ਕਿਤਾਬਾਂ ਵੀ ਕੌਮ ਦੀ ਝੋਲੀ, ਕਿਉਂਕਿ ਸਾਡੇ ਕੋਲ ਇੱਕ ਟੀਮ ਨਹੀਂ ਆ। ਮੈਂ ਮਤਲਬ ਕਿ ਇਕੱਲਾ ਆ, ਆਪ ਹੀ ਲਿਖ ਰਿਹਾ ਆ। ਮੇਰੇ ਵਿੱਚ ਇਹਦੀ ਸਮਰੱਥਾ ਵੀ ਨਹੀਂ ਹੈਗੀ ਕਿ ਮੈਂ ਹਾਲੇ ਜਿਹੜੀ ਟੀਮ ਆ ਉਹਨੂੰ ਤਿਆਰ ਕਰਕੇ ਤੇ ਪਿੰਡਾਂ ਦੇ ਵਿੱਚ ਜਿਹੜੀ ਭੇਜ ਸਕਾਂ। ਜੇਕਰ ਸੰਗਤ ਦਾ ਜਿਹੜਾ ਸਹਿਯੋਗ ਆ ਉਹ ਮਿਲੇ ਤੇ ਅਸੀਂ ਵੱਡੀ ਪੱਧਰ ਤੇ ਇਹ ਜਿਹੜਾ ਕਾਰਜ ਆ ਉਹ ਕਰ ਸਕਦੇ ਹਾਂ। ਪਰ ਫਿਰ ਵੀ ਕੁਝ ਵੀਰ ਭੈਣ ਭਰਾ ਇਸ ਖੇਤਰ ਦੇ ਵਿੱਚ ਉਹਨਾਂ ਨੇ ਦਾਸ ਦਾ ਸਾਥ ਦਿੱਤਾ। ਤਨ ਕਰਕੇ ਵੀ, ਮਨ ਕਰਕੇ ਵੀ ਤੇ ਧਨ ਕਰਕੇ ਵੀ ਉਹਨਾਂ ਸਾਰਿਆਂ ਦਾ ਧੰਨਵਾਦੀ ਹਾਂ ਜਿਨ੍ਹਾਂ ਦੇ ਕਰਕੇ ਇਹ ਜਿਹੜੀਆਂ ਕਿਤਾਬਾਂ ਆ ਅਸੀਂ ਕੌਮ ਦੇ ਸਨਮੁਖ ਰੱਖੀਆਂ। ਸੋ ਕਿਸੇ ਵੇਲੇ ਤਾਂ 15-20 ਹਜ਼ਾਰ ਰੁਪਏ ਦਾ ਮਹੀਨੇ ਦਾ ਤੇਲ ਹੀ ਲੱਗ ਜਾਂਦਾ ਆ, ਪੈਟਰੋਲ ਲੱਗ ਜਾਂਦਾ ਆ ਗੱਡੀ ਦੇ ਵਿੱਚ। ਮੋਟਰਸਾਈਕਲ ਤੇ ਵੀ ਜਾਈਏ ਫਿਰ ਵੀ 8-10 ਹਜ਼ਾਰ ਰੁਪਏ ਦਾ ਜਿਹੜਾ ਪੈਟਰੋਲ ਆ ਉਹ 1 ਮਹੀਨੇ ਦਾ ਲੱਗ ਜਾਂਦਾ ਆ। ਸੋ ਇਸ ਕਾਰਜ ਦੇ ਵਿੱਚ ਆਰਥਿਕ ਤੰਗੀ ਵੀ ਉਹ ਵੀ ਕਾਫੀ ਝੱਲਣੀ ਪੈਂਦੀ ਹੈ, ਪਰ ਫਿਰ ਵੀ ਜਿਨ੍ਹਾਂ ਵੀਰਾਂ ਨੇ ਜਿਨ੍ਹਾਂ ਵੀ ਸਹਿਯੋਗ ਦਿੱਤਾ ਉਹਨਾਂ ਸਾਰਿਆਂ ਦਾ ਧੰਨਵਾਦੀ ਹਾਂ। ਘਟਨਾਵਾਂ ਨੂੰ ਖੋਜ ਕਰਕੇ ਇਤਿਹਾਸ ਦੇ ਤੌਰ ਤੇ ਲਿਖਣਾ ਲੇਖਕ ਦੀ ਵੱਡੀ ਜ਼ਿੰਮੇਵਾਰੀ ਹੁੰਦੀ ਹੈ, ਇਸ ਬਾਰੇ ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਆਪਾਂ ਪੁਰਾਤਨ ਇਤਿਹਾਸ ਪੜ੍ਹਦੇ ਹੁੰਦੇ ਸੀ ਨਾ, ਉਹਦੇ ਵਿੱਚ ਵੀ ਮੈਂ ਦੇਖਦਾ ਹੁੰਦਾ ਸੀ ਕਿ ਜਦੋਂ ਆਪਾਂ ਕੋਈ ਵੀ ਜਿਹੜਾ ਪੁਰਾਤਨ ਇਤਿਹਾਸ ਪੜ੍ਹੀਏ ਉਹਦੇ ਵਿੱਚ ਕਾਫੀ ਫਰਕ ਪੈ ਜਾਂਦਾ ਹੁੰਦਾ ਸੀ। ਜਿਵੇਂ ਨਾਵਾਂ ਦਾ ਵੀ ਫਰਕ ਪੈ ਜਾਂਦਾ ਹੁੰਦਾ ਸੀ, ਉਹਨਾਂ ਦੇ ਜਿਹੜਾ ਸੰਨ ਦਾ ਫਰਕ, ਤਰੀਕਾਂ ਦਾ ਜਿਹੜਾ ਫਰਕ ਸੀ ਉਹ ਵੀ ਪੈ ਜਾਂਦਾ ਹੁੰਦਾ ਸੀ। ਪਰ ਮੇਰੀ ਕੋਸ਼ਿਸ਼ ਇਹ ਸੀ ਕਿ ਮੈਂ ਪਰਿਵਾਰ ਦੇ ਕੋਲੋਂ ਜਿਹੜੀ ਸਹੀ ਜਾਣਕਾਰੀ ਆ ਉਹ ਵੱਧ ਤੋਂ ਵੱਧ ਪ੍ਰਾਪਤ ਕਰ ਸਕਾਂ। ਸੋ ਕੋਸ਼ਿਸ਼ ਇਹੀ ਰਹੀ ਹੈ ਕਿ ਜਿੰਨੀ ਵੀ ਜਾਣਕਾਰੀ ਆ ਉਹ ਪਹਿਲਾਂ ਪਰਿਵਾਰਾਂ ਨੂੰ ਜਾਂ ਸ਼ਹੀਦਾਂ ਦੇ ਜਿਹੜੇ ਦੋਸਤ ਸਨ, ਮਿੱਤਰ ਸਨ, ਜਾਂ ਜਿੱਥੇ ਉਹਨਾਂ ਦੀਆਂ ਠਾਰਾਂ ਰਹੀਆਂ, ਜਿੰਨੀ ਵੀ ਸਾਨੂੰ ਸਹੀ ਤੋਂ ਸਹੀ ਜਿਹੜੀ ਜਾਣਕਾਰੀ ਪ੍ਰਾਪਤ ਹੋ ਸਕੀ, ਅਸੀਂ ਜਿਹੜੀ ਸਹੀ ਜਾਣਕਾਰੀ ਆ ਉਹ ਕੌਮ ਦੇ ਸਾਹਮਣੇ ਲਿਆਉਣ ਦੀ ਜਿਹੜੀ ਤਮਾਮ ਕੋਸ਼ਿਸ਼ ਹੈ ਉਹ ਅਸੀਂ ਕੀਤੀ ਹੈ। ਸ਼ਹੀਦ ਪਰਿਵਾਰਾਂ ਦੇ ਉੱਪਰ ਕਾਫੀ ਪੁਸਤਕਾਂ, ਕਿਤਾਬਾਂ ਲਿਖੀਆਂ ਗਈਆਂ ਜੀ।
ਤੁਹਾਡੀਆਂ ਪੁਸਤਕਾਂ ਵਿੱਚ, ਤੁਹਾਡੀਆਂ ਕਿਤਾਬਾਂ ਵਿੱਚ ਖਾਸ ਕੀ ਹੈ ਬਾਕੀਆਂ ਨਾਲੋਂ? ਜਿਵੇਂ ਮੈਂ ਦੱਸ ਚੁੱਕਾ ਹੋਇਆ ਆ ਕਿ ਜਿਹੜੀਆਂ ਪਹਿਲਾਂ ਕਿਤਾਬਾਂ ਆਈਆਂ ਹੋਈਆਂ ਆ ਉਹਨਾਂ ਦੇ ਵਿੱਚ ਜ਼ਿਆਦਾ ਜੁਝਾਰੂ ਜਰਨੈਲਾਂ ਦਾ ਜਿਹੜਾ ਜ਼ਿਕਰ ਆ ਉਹ ਆਇਆ ਹੋਇਆ, ਜਿਹੜੇ ਨਾਮਵਰ ਜੁਝਾਰੂ ਜਰਨੈਲ ਸਨ। ਪਰ ਦਾਸ ਨੇ ਆਪਣੀਆਂ ਕਿਤਾਬਾਂ ਦੇ ਵਿੱਚ ਜਿਹੜੇ ਅਣਗੌਲੇ ਸਿੰਘ ਸਨ ਜ਼ਿਆਦਾਤਰ ਉਹਨਾਂ ਦਾ ਹੀ ਜਿਹੜਾ ਜ਼ਿਕਰ ਆ ਉਹ ਕੀਤਾ ਆ। ਜਿਹੜੇ ਅਣਗੌਲੇ, ਜਿਵੇਂ ਕਿ ਆਪਾਂ ਪੰਜਵੜ ਪਿੰਡ ਦੀ ਜੇਕਰ ਆਪਾਂ ਗੱਲ ਕਰੀਏ, ਪੰਜਵੜ ਪਿੰਡ ਦੇ ਵਿੱਚੋਂ ਜਨਰਲ ਲਾਭ ਸਿੰਘ ਜੀ ਜਿਹੜੇ ਖਾਲਿਸਤਾਨ ਕਮਾਂਡੋ ਫੋਰਸ ਦੇ ਜਰਨੈਲ ਸਨ, ਉਹਨਾਂ ਬਾਰੇ ਸਭ ਨੂੰ ਪਤਾ ਆ। ਜਾਂ ਭਾਈ ਪਰਮਜੀਤ ਸਿੰਘ ਜੀ ਪੰਜਵੜ, ਉਹਨਾਂ ਬਾਰੇ ਵੀ ਜਿਹੜੇ ਹੁਣ ਕਿ ਖਾਲਿਸਤਾਨ ਕਮਾਂਡੋ ਫੋਰਸ ਦੇ ਮੁਖੀ ਨੇ, ਹਾਂ ਮੌਜੂਦਾ ਮੁਖੀ ਆ ਜਿਹੜੇ ਇਸ ਸਮੇਂ ਜ਼ਿਆਦਾ ਵਤਨੀ ਆ। ਤੇ ਪਰ ਇਸ ਤੋਂ ਇਲਾਵਾ ਪੰਜਵੜ ਦੇ ਵਿੱਚ ਹੋਰ ਵੀ 20-25 ਜਿਹੜੇ ਸਿੰਘ ਆ ਉਹ ਸ਼ਹੀਦ ਹੋਏ ਆ ਪੰਜਵੜ ਦੇ ਵਿੱਚ। ਉਹਨਾਂ ਬਾਰੇ ਸੰਗਤ ਨੂੰ ਨਹੀਂ ਪਤਾ ਸੀ। ਕੱਲੇ ਪਿੰਡ ਪੰਜਵੜ ਦੇ ਹੀ 20-25 ਸਿੰਘ ਹੋਰ ਸ਼ਹੀਦ ਹੋਏ ਆ, ਜਿਨ੍ਹਾਂ ਦੇ ਵਿੱਚੋਂ ਡਾਕਟਰ ਬਰਜਿੰਦਰ ਸਿੰਘ ਪੰਜਵੜ ਉਹ ਵੀ ਆ ਜਾਂਦੇ ਆ, ਭਾਈ ਸਰਬਜੀਤ ਸਿੰਘ ਪੰਜਵੜ ਉਹ ਵੀ ਆ ਜਾਂਦੇ ਆ, ਹੋਰ ਵੀ ਜਿਹੜੇ ਬੇਅੰਤ ਸਿੰਘ ਆ ਉਹ ਪੰਜਵੜ ਪਿੰਡ ਦੇ ਆ। ਮੈਂ ਉਹਨਾਂ ਸਿੰਘਾਂ ਨੂੰ ਕੌਮ ਦੇ ਸਾਹਮਣੇ ਲਿਆਉਣ ਦਾ ਯਤਨ ਕੀਤਾ ਆ। ਹਰਸਾ ਸ਼ੀਨਾ ਪਿੰਡ ਤੋਂ ਭਾਈ ਸਤਨਾਮ ਸਿੰਘ ਜੀ ਸ਼ੀਨਾ ਬਾਰੇ ਕਾਫੀ ਸੰਗਤ ਨੂੰ ਪਤਾ ਆ, ਪਰ ਉਸੇ ਪਿੰਡ ਦੇ ਹੋਰ ਵੀ 20-25 ਜਿਹੜੇ ਸਿੰਘ ਸ਼ਹੀਦ ਹੋਏ ਸਨ ਉਸੇ ਪਿੰਡ ਦੇ, ਹਾਂ ਹਰਸਾ ਸ਼ੀਨਾ ਦੇ, ਉਹਨਾਂ ਨੂੰ ਸੰਗਤ ਦੇ ਸਾਹਮਣੇ ਲਿਆਉਣ ਦਾ ਜਿਹੜਾ ਯਤਨ ਆ ਉਹ ਕੀਤਾ ਆ। ਇਸੇ ਤਰ੍ਹਾਂ ਜਿਹੜਾ ਬਰਟੋਹਾ ਪਿੰਡ ਆ, ਉੱਥੋਂ ਦੇ 16 ਸਿੰਘ ਬੜੇ ਨਾਮਵਰ ਜੁਝਾਰੂ ਜਰਨੈਲ ਹੋਏ ਆ, ਪਰ ਉਹਨਾਂ ਬਾਰੇ ਜਿਹੜੀ ਕੋਈ ਵੀ ਲਿਖਤ ਸੀ ਉਹ ਕੌਮ ਦੇ ਸਾਹਮਣੇ ਹਾਲੇ ਤੱਕ ਨਹੀਂ ਆਈ ਸੀ। ਸੋ ਉਹਨਾਂ ਸਾਰੇ ਪਰਿਵਾਰਾਂ ਤੱਕ ਖੋਜ ਕਰਕੇ 20-25 ਦਿਨ ਲੱਗੇ, ਮਹੀਨਾ ਲੱਗਾ, ਪਰਿਵਾਰਾਂ ਤੱਕ ਜਾਂਦੇ ਰਹੇ ਪਿੰਡਾਂ ਬੈਕਾਂ ਵਿੱਚ। ਉਹ ਬਰਟੋਹੇ ਪਿੰਡ ਦੇ ਸ਼ਹੀਦਾਂ ਬਾਰੇ ਲਿਖਿਆ। ਇੱਕ ਭੀਲੋਵਾਲ ਪਿੰਡ ਆ ਮਹਿਤੇ ਲਾਗੇ, ਉਹ ਉੱਥੋਂ ਦੇ 6-7 ਸਿੰਘ ਸੀ, ਉਹਨਾਂ ਬਾਰੇ ਲਿਖਿਆ। ਮੋਗੇ ਦੇ ਲਾਗੇ ਤਖਾਨਵੱਧ ਪਿੰਡ ਆ, ਉਹ ਭਾਈ ਗੁਰਜੰਟ ਸਿੰਘ ਜੀ ਬੁੱਧ ਸਿੰਘ ਵਾਲਾ ਦੇ ਨੇੜਲੇ ਸਾਥੀ ਸਨ ਭਾਈ ਦਰਸ਼ਨ ਸਿੰਘ ਜੀ ਬਿੱਲਾ, ਉਹ ਉਹਨਾਂ ਬਾਰੇ ਲਿਖਿਆ। ਤੇ ਉਸ ਪਿੰਡ ਦੇ ਜਿਹੜੇ ਹੋਰ 6-7 ਸਿੰਘ ਸਨ ਉਹਨਾਂ ਬਾਰੇ ਲਿਖਿਆ ਗਿਆ। ਸਾਡੇ ਸੁਲਤਾਨਵਿੰਡ ਪਿੰਡ ਦੇ ਹੀ ਤਕਰੀਬਨ 70-80 ਸਿੰਘ ਸ਼ਹੀਦ ਹੋਏ ਆ। ਸੁਲਤਾਨਵਿੰਡ ਦੇ 70-80 ਸ਼ਹੀਦ, ਹਾਂਜੀ ਬਿਲਕੁਲ। ਸੋ ਇਹਨਾਂ ਬਾਰੇ ਵੀ ਜਿਹੜੀ ਸਾਡੀ ਖੋਜ ਆ ਉਹ ਚੱਲ ਰਹੀ ਆ। ਹਾਲੇ ਕਿ ਭਾਵੇਂ ਅਸੀਂ 15-20 ਸਿੰਘਾਂ ਦਾ ਹੀ ਲਿਖ ਚੁੱਕੇ ਆ, ਪਰ ਹਾਲੇ ਜਿਹੜੀ ਖੋਜ ਆ ਉਹ ਅੱਗੇ ਚੱਲ ਰਹੀ ਆ। ਪਰ ਪੁਰਾਣੇ ਸਾਰੇ ਸਿੰਘ ਦੱਸਦੇ ਆ ਕਿ ਤਕਰੀਬਨ ਇੱਥੋਂ ਦੇ 70-80 ਜਿਹੜੇ ਸਿੰਘ ਆ ਉਹ ਸ਼ਹੀਦ ਹੋਏ ਆ। ਪਰ KCF ਦੇ ਮੁਖੀ ਕੰਵਰਜੀਤ ਸਿੰਘ ਸੁਲਤਾਨਵਿੰਡ ਦਾ ਹੀ ਜ਼ਿਆਦਾ ਜ਼ਿਕਰ ਪੜ੍ਹਨ ਤੇ ਸੁਣਨ ਨੂੰ ਮਿਲਦਾ। ਤੁਸੀਂ ਦੱਸੋ ਵੀ 70 ਦੇ ਕਰੀਬ। ਬਿਲਕੁਲ। ਇੱਥੋਂ ਦੇ ਭਾਈ ਹਰਮਿੰਦਰ ਸਿੰਘ ਜੀ ਸੁਲਤਾਨਵਿੰਡ ਵੀ ਇੱਥੋਂ ਹੋਏ ਆ। ਬਾਬਾ ਪਿਆਰਾ ਸਿੰਘ ਜੀ ਸੁਲਤਾਨਵਿੰਡ, ਜਿਨ੍ਹਾਂ ਨੂੰ ਖਾਲਿਸਤਾਨ ਕਮਾਂਡੋ ਫੋਰਸ ਦੀ ਜਿਹੜੀ ਮਾਂ ਆ ਉਹ ਵੀ ਕਿਹਾ ਜਾਂਦਾ ਸੀ। ਹੋਰ ਵੀ ਬੇਅੰਤ ਸਿੰਘ ਸੁਲਤਾਨਵਿੰਡ ਪਿੰਡ ਦੇ ਹੋਏ ਆ, ਜਿਨ੍ਹਾਂ ਨੇ ਬੜਾ ਵੱਡਾ ਜਿਹੜਾ ਸ਼ਾਨਾ ਮੱਤਾ ਇਤਿਹਾਸ ਆ ਉਹ ਰਚਿਆ ਆ। ਜਦੋਂ ਅਸੀਂ ਪੰਥਕ ਦਸਤਾਵੇਜ਼ ਕਿਤਾਬ ਪੜ੍ਹਦੇ ਆ ਤੇ ਬਹੁਤ ਸਾਰੇ ਜਿਹੜੇ ਡਾਕੂਮੈਂਟ ਆ ਉਹ ਭਾਈ ਹਰਮਿੰਦਰ ਸਿੰਘ ਸੁਲਤਾਨਵਿੰਡ ਜਾਂ ਭਾਈ ਕੰਵਰਜੀਤ ਸਿੰਘ ਜੀ ਸੁਲਤਾਨਵਿੰਡ ਵਰਗੇ ਯੋਧਿਆਂ ਨੇ ਹੀ ਉਹ ਜਿਹੜੇ ਜਾਰੀ ਆ ਉਹ ਕੀਤੇ ਸਨ। ਇਸੇ ਤਰ੍ਹਾਂ ਕਾਲੀਆ ਸਕੱਤਰਾ ਪਿੰਡ ਦੇ ਤਕਰੀਬਨ 17 ਸਿੰਘ ਸ਼ਹੀਦ ਹੋਏ ਆ। ਉਹਦੇ ਲਾਗੇ ਠੱਠੀ ਜੈਮਲ ਸਿੰਘ ਪਿੰਡ ਆ, ਉੱਥੋਂ ਦੇ ਵੀ 7-8 ਸਿੰਘ ਸ਼ਹੀਦ ਹੋਏ ਆ। ਇੱਕ ਠੱਠਾ ਪਿੰਡ ਆ ਘਰਿਆਲੇ ਦੇ ਲਾਗੇ, ਉੱਥੋਂ ਦੇ ਜਿਹੜੇ 6 ਸਿੰਘ ਆ ਉਹ ਸ਼ਹੀਦ ਹੋਏ ਆ, ਉਹਨਾਂ ਬਾਰੇ ਲਿਖਿਆ। ਸ਼ੁਤਰਾਣਾ ਪਿੰਡ ਵੀ ਇੱਕ ਪਟਿਆਲੇ ਲਾਗੇ, ਉੱਥੋਂ ਦੇ ਵੀ ਕਾਫੀ ਸਿੰਘ ਸ਼ਹੀਦ ਹੋਏ ਆ। ਸੋ ਇਹਨਾਂ ਸਾਰੇ ਉੱਥੋਂ ਦਾ ਕੇਵਲ ਸ਼ਹੀਦ ਭਾਈ ਜਰਨੈਲ ਸਿੰਘ ਸ਼ੁਤਰਾਣਾ ਬਾਰੇ ਪਤਾ ਲੋਕਾਂ ਨੂੰ। ਹਾਂਜੀ। ਅੱਛਾ, ਉੱਥੋਂ ਵੀ ਕਾਫੀ ਸਿੰਘ ਸ਼ਹੀਦ ਨੇ। ਉਸ ਤੋਂ ਇਲਾਵਾ ਹੋਰ ਵੀ ਕਾਫੀ ਸਾਰੇ ਸਿੰਘ ਉੱਥੋਂ ਦੇ ਸ਼ਹੀਦ ਹੋਏ ਆ। ਜਿਵੇਂ ਰਿਆਲੀ ਪਿੰਡ ਹੈਗਾ ਇੱਕ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ, ਉੱਥੋਂ ਦੇ ਵੀ 6-7 ਜਿਹੜੇ ਸਿੰਘ ਆ ਉਹ ਸ਼ਹੀਦ ਹੋਏ ਆ। ਸੋ ਬੇਅੰਤ ਐਸੇ ਜਿਹੜੇ ਸ਼ਹੀਦ ਜਿਹੜੇ ਅਣਗੌਲੇ ਹੋਏ ਸਨ ਉਹਨਾਂ ਨੂੰ ਅਸੀਂ ਕੌਮ ਦੇ ਸਾਹਮਣੇ ਲਿਆਉਣ ਦਾ ਜਿਹੜਾ ਯਤਨ ਕਰ ਰਹੇ ਹਾਂ। ਹੁਣ ਮੈਂ 2014-15 ਦੇ ਵਿੱਚ ਮੈਨੂੰ ਯਾਦ ਹੈ ਮੈਂ ਇੱਕ ਪੋਸਟ ਪਾਈ ਸੀ, ਉਹਦੇ ਤੇ ਲਿਖਿਆ ਸੀ ਕਿ ਕਾਰ ਸੇਵਾ ਵਾਲੇ ਮਹਾਨ ਸ਼ਹੀਦ ਬਾਬਾ ਚਰਨ ਸਿੰਘ ਜੀ, ਤੇ ਉਹ ਮੈਨੂੰ ਥੱਲੇ ਕਈਆਂ ਨੇ ਕਮੈਂਟ ਕੀਤਾ ਕਿ ਕਾਰ ਸੇਵਾ ਵਾਲਿਆਂ ਦੇ ਵਿੱਚੋਂ ਵੀ ਕੋਈ ਸ਼ਹੀਦ ਹੋਇਆ ਆ। ਤੇ ਉਹ ਬਾਬਾ ਚਰਨ ਸਿੰਘ ਜੀ ਬੜੀ ਕੌਮ ਦੀ ਮਹਾਨ ਸ਼ਖਸੀਅਤ ਸਨ, ਜਿਨ੍ਹਾਂ ਨੂੰ ਬਾਅਦ ਵਿੱਚ ਸੂਬਾ ਸਰਹੰਦ ਨੇ ਜਾਂ ਅਜੀਤ ਸਿੰਘ ਸੰਧੂ ਵਰਗੇ ਬੁੱਚਰ ਪੁਲਿਸ ਅਫਸਰਾਂ ਨੇ ਗੱਡੀ ਦੇ ਪਿੱਛੇ ਉਹਨਾਂ ਨੂੰ ਪਾ ਕੇ ਤੇ ਉਹਨਾਂ ਦਾ ਸਰੀਰ ਜਿਹੜਾ 2 ਫਾਟ ਕਰ ਦਿੱਤਾ ਸੀ। ਬਿਲਕੁਲ। ਹਾਂਜੀ, ਬਾਬਾ ਕਾਰ ਸੇਵਾ ਵਾਲੇ ਜਿਹੜੇ ਬਾਬਾ ਚਰਨ ਸਿੰਘ ਜੀ ਸਨ ਇਹੋ ਜਿਹੀ ਸ਼ਖਸੀਅਤ ਸਨ ਕਿ ਜਦੋਂ ਵੀ ਕੋਈ ਸਿੰਘ ਸ਼ਹੀਦ ਹੁੰਦਾ ਸੀ ਉਹਨਾਂ ਦੇ ਪਰਿਵਾਰਾਂ ਨੂੰ ਰਾਸ਼ਨ ਦਿੰਦੇ ਸੀ, ਮਾਇਆ ਦਿੰਦੇ ਸੀ, ਤੇ ਇੱਥੋਂ ਤੱਕ ਕਿ 골ਡ ਮੈਡਲਾਂ ਦੇ ਨਾਲ ਉਹਨਾਂ ਪਰਿਵਾਰਾਂ ਦਾ ਸਨਮਾਨ ਵੀ ਕਰਦੇ ਰਹੇ ਸੀ। ਤੇ ਬਾਬਾ ਜੀ ਨੂੰ ਬੜੀਆਂ ਧਮਕੀਆਂ ਦਿੰਦੀ ਰਹੀ ਪੁਲਿਸ, ਪਰ ਬਾਬਾ ਜੀ ਕਦੇ ਵੀ ਜਿਹੜਾ ਪਿੱਛੇ ਉਹ ਨਹੀਂ ਹਟੇ। ਅਖੀਰ ਤੇ ਬਾਬਾ ਜੀ ਨੂੰ ਵੀ ਜਿਹੜਾ ਸ਼ਹੀਦ ਹੈ ਉਹ ਕਰ ਦਿੱਤਾ। ਦੂਸਰੀ ਕਿਤਾਬ ਦੇ ਵਿੱਚ ਬਾਬਾ ਜੀ ਦੀ ਸਾਰੀ ਜੀਵਨੀ ਦਾ ਜਿਹੜਾ ਜ਼ਿਕਰ ਹੈ ਉਹ ਕੀਤਾ ਕਿ ਕਿਵੇਂ ਕਿਵੇਂ ਬਾਬਾ ਜੀ ਨੇ ਸਿੱਖ ਸੰਘਰਸ਼ ਦੇ ਵਿੱਚ ਜਿਹੜੀਆਂ ਸੇਵਾਵਾਂ ਆ
ਉਹ ਨਿਭਾਈਆਂ। ਅਤੇ ਹੋਰ ਵੀ ਬੇਅੰਤ ਸਿੰਘ ਜਿਹੜੇ ਕਾਰ ਸੇਵਾ ਵਾਲੇ ਜਿਹੜੇ ਜੂਨ 1984 ਦੇ ਵਿੱਚ ਵੀ ਸ਼ਹੀਦ ਹੋਏ ਸਨ, ਉਹਨਾਂ ਬਾਰੇ ਵੀ ਜਿਹੜੀ ਸਾਡੀ ਖੋਜ ਆ ਹਜੇ ਉਹ ਚੱਲ ਰਹੀ ਹੈ। ਤੇ ਇਸੇ ਨਾਲ ਜਿਵੇਂ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਜਦੋਂ ਗ੍ਰਿਫਤਾਰੀ ਦਿੱਤੀ ਸੀ ਮਹਿਤੇ ਤੋਂ, ਤੇ ਸੰਤਾਂ ਨੇ ਕਿਹਾ ਸੀ ਕਿ ਆਮ ਰਿਵਾਜ ਆ ਪੰਜਾਬ ਵਿੱਚ ਜਾਂ ਉੱਦਾਂ ਵੀ ਦੁਨੀਆ ਵਿੱਚ ਰਿਵਾਜ ਚੱਲਦਾ ਪਿਆ ਆ ਕਿ ਜਦੋਂ ਲਾੜਾ ਵਿਆਹੁਣ ਜਾਂਦਾ ਆ ਲਾੜੀ ਨੂੰ, ਤੇ ਉਹਦੇ ਨਾਲ ਇੱਕ ਸਰਬਾਲਾ ਵੀ ਹੁੰਦਾ ਆ। ਤੇ ਸੰਤ ਜੀ ਕਹਿੰਦੇ ਕਿ ਮੈਂ ਲਾੜੀ ਮੌਤ ਨੂੰ ਵਿਆਹੁਣ ਚੱਲਾਂ ਆ ਜਿਸ ਦਿਨ ਗ੍ਰਿਫਤਾਰੀ, ਤੇ ਮੇਰੇ ਨਾਲ ਸਰਬਾਲਾ ਵੀ ਹੋਣਾ ਚਾਹੀਦਾ ਆ। ਤੇ ਸੰਤਾਂ ਨੇ ਆਪਣੀ ਤੋਂ ਵੱਡੀ ਉਮਰ ਦਾ ਜਿਹੜਾ ਭਾਈ ਸੁਜਾਨ ਸਿੰਘ ਜੀ ਮਨਾਵਾ ਸੀ, ਉਹਨਾਂ ਨੂੰ ਸਰਬਾਲਾ ਬਣਾ ਕੇ ਆਪਣੇ ਨਾਲ ਲੈ ਕੇ ਗਏ ਸੀ। ਭਾਈ ਸੁਜਾਨ ਸਿੰਘ ਮਨਾਵਾ ਦੀ ਗ੍ਰਿਫਤਾਰੀ ਵੀ ਸੰਤਾਂ ਦੇ ਨਾਲ ਹੀ ਹੋਈ ਸੀ। ਸੋ ਮੌਕੇ ਤੇ ਜਿਹੜੇ ਵਾਰੰਟ ਸੀ ਉਹ ਪੁਲਿਸ ਨੂੰ ਪਵਾਉਣੇ ਪਏ ਸਨ। ਸੰਤਾਂ ਨੇ ਕਿਹਾ ਸੀ ਕਿ ਨਾਲ ਹੀ ਫਿਰ ਭਾਈ ਸੁਜਾਨ ਸਿੰਘ ਮਨਾਵਾ ਵੀ ਮੇਰੇ ਨਾਲ ਹੀ ਜਾਣਗੇ। ਉਹ ਭਾਈ ਸੁਜਾਨ ਸਿੰਘ ਮਨਾਵਾ ਦੀ ਵੀ ਅਸੀਂ ਜਿਹੜੀ ਜੀਵਨੀ ਆ ਉਹ ਲਿਖੀ ਆ। ਇਸੇ ਤਰ੍ਹਾਂ ਸੰਤਾਂ ਦੇ ਜਿਹੜੇ ਗਰਵਈ ਸੀ ਭਾਈ ਗੁਰਮੁਖ ਸਿੰਘ ਜੀ, ਭਾਈ ਗੁਰਮੁਖ ਸਿੰਘ ਜੀ ਦੀ ਜੀਵਨੀ ਲਿਖੀ। ਤੇ ਜਿਹੜਾ ਸਿੰਘ ਸੰਤਾਂ ਨੂੰ ਚੰਦੋ ਕਲਾਂ ਅਤੇ ਬੰਬੇ ਦੇ ਘੇਰੇ ਦੇ ਵਿੱਚੋਂ ਕੱਢ ਕੇ ਲੈ ਕੇ ਆਇਆ ਸੀ, ਭਾਈ ਦਾਰਾ ਸਿੰਘ ਜੀ ਡਰਾਈਵਰ, ਉਹ ਭਾਈ ਦਾਰਾ ਸਿੰਘ ਜੀ ਡਰਾਈਵਰ ਦੀ ਜਿਹੜੀ ਜੀਵਨੀ ਉਹ ਲਿਖੀ ਆ। ਭਾਈ ਦਾਰਾ ਸਿੰਘ ਡਰਾਈਵਰ ਦੇ ਜਿਹੜੇ ਸਹੁਰੇ ਸਨ ਭਾਈ ਗੁਰਮੁਖ ਸਿੰਘ ਜੀ, ਉਹ ਵੀ ਜੂਨ 1984 ਦੇ ਘੱਲੂਘਾਰੇ 'ਚ ਸ਼ਹੀਦ ਹੋਏ ਸਨ। ਭਾਈ ਦਾਰਾ ਸਿੰਘ ਦਾ ਭਜੰਗੀ ਸੀ 4-5 ਸਾਲ ਦਾ ਭਾਈ ਬਚਿੱਤਰ ਸਿੰਘ, ਉਹ ਵੀ ਆਪਣੇ ਪਿਤਾ ਜੀ ਦੇ ਨਾਲ ਹੀ ਜੂਨ 1984 ਦੇ ਘੱਲੂਘਾਰੇ 'ਚ ਸ਼ਹੀਦ ਹੋ ਗਿਆ ਸੀ। ਸੋ ਇਹੋ ਜਿਹੇ ਮਹਾਨ ਸ਼ਹੀਦਾਂ ਦੀਆਂ ਜਿਹੜੀਆਂ ਜੀਵਨੀਆਂ ਆ ਉਹ ਅਸੀਂ ਲਿਖ ਕੇ ਕੌਮ ਨੂੰ ਸਮਰਪਿਤ ਕੀਤੀਆਂ। ਜਿਹੜਾ ਸਿੰਘ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬੈਠਾ ਹੀ ਸ਼ਹੀਦ ਹੋ ਗਿਆ ਸੀ, ਭਾਈ ਜੋਗਿੰਦਰ ਸਿੰਘ ਜੀ ਨੰਗਲ ਕਲਾਂ, ਉਹਨਾਂ ਦੇ ਬਾਰੇ ਲਿਖਿਆ ਹੋਇਆ ਆ। ਅਤੇ ਖਾਲਿਸਤਾਨ ਕਮਾਂਡੋ ਫੋਰਸ ਦੇ ਜਿਹੜੇ ਜਰਨੈਲ ਸਨ ਭਾਈ ਮਨਵੀਰ ਸਿੰਘ ਜੀ ਚਹੇੜੂ, ਉਹਨਾਂ ਦੇ ਬਾਰੇ ਵੀ ਹਾਲੇ ਤੱਕ ਕੋਈ ਕਿਤਾਬ ਨਹੀਂ ਛਪੀ ਸੀ। ਭਾਈ KCF ਖਾਲਿਸਤਾਨ ਕਮਾਂਡੋ ਫੋਰਸ ਦੇ ਉਹ ਪਹਿਲੇ ਮੁਖੀ ਸੀ। ਹਾਂਜੀ ਬਿਲਕੁਲ। ਤੇ ਜਦੋਂ 26 ਜਨਵਰੀ 1986 ਨੂੰ ਸਰਬੱਤ ਖਾਲਸਾ ਹੋਇਆ, ਉਹਨਾਂ ਦੇ ਵਿੱਚ ਹੀ ਉਹਨਾਂ ਨੂੰ ਖਾਲਿਸਤਾਨ ਕਮਾਂਡੋ ਫੋਰਸ ਦਾ ਜਰਨੈਲ ਥਾਪਿਆ ਗਿਆ। ਖਾਲਿਸਤਾਨ ਦੀ ਜਿਹੜੀ ਫੌਜ ਬਣਾਈ ਗਈ ਉਹਨਾਂ ਦੇ ਮੁਖੀ ਬਣਾਇਆ ਗਿਆ ਸੀ ਭਾਈ, ਉਹਨਾਂ ਨੂੰ ਜਨਰਲ ਹਰੀ ਸਿੰਘ ਨਲੂਆ ਵੀ ਕਹਿੰਦੇ ਸੀ ਉਹਨਾਂ ਨੂੰ, ਭਾਈ ਮਨਵੀਰ ਸਿੰਘ ਜੀ, ਉਹਨਾਂ ਦੀ ਜੀਵਨੀ ਲਿਖੀ। ਇਸੇ ਤਰ੍ਹਾਂ ਜਨਰਲ ਲਾਭ ਸਿੰਘ ਜੀ ਹੋਣਾ ਦੀ ਜਿਹੜੀ ਜੀਵਨੀ ਆ ਉਹ ਵਿਸਥਾਰ ਸਹਿਤ ਲਿਖੀ। ਇਸੇ ਤਰ੍ਹਾਂ ਦੁਸ਼ਟ ਸੋਧ ਕਮਾਂਡੋ ਫੋਰਸ ਜਥੇਬੰਦੀ ਹੋਈ ਸੀ ਇੱਕ, ਦੁਆਬੇ ਦੀ ਜਥੇਬੰਦੀ ਸੀ ਇਹ ਦੁਸ਼ਟ ਸੋਧ ਕਮਾਂਡੋ ਫੋਰਸ। ਹਾਂਜੀ, ਉੱਥੋਂ ਦੇ ਭਾਈ ਜਸਵੀਰ ਸਿੰਘ ਲਾਲੀ ਸਨ, ਬੜੀ ਛੋਟੀ ਜੀ ਉਮਰ ਸੀ ਉਹਨਾਂ ਦੀ, 18-20 ਸਾਲ, ਤੇ ਤਕਰੀਬਨ 15 ਕੁ ਸਾਲਾਂ ਦੀ ਉਮਰ ਦੇ ਵਿੱਚ ਹੀ ਉਹ ਸੰਘਰਸ਼ ਦੇ ਵਿੱਚ ਪੈ ਗਏ ਸਨ। ਬੜੇ ਬੜੇ ਦੁਸ਼ਟਾਂ ਨੂੰ ਗੱਡੀ ਚਾੜਿਆ। ਦੁਆਬੇ ਦੇ ਕਿਹੜੇ ਪਿੰਡ ਚੋਂ ਸੀ ਇਹ ਜਿਹੜਾ ਪਿੰਡ ਹੈਗਾ ਸੀ, ਮੈਂ ਤੁਹਾਨੂੰ ਦੱਸ ਦਿੰਦਾ ਅੱਗੇ ਜਾ ਕੇ, ਸੀਕਰੀ ਪਿੰਡ ਸੀ ਉਹਨਾਂ ਦਾ, ਸੀਕਰੀ ਪਿੰਡ ਸਨ। ਇਹ ਜਿਹੜੇ ਜਥੇਦਾਰ ਬਾਬਾ ਨਿਹਾਲ ਸਿੰਘ ਜੀ ਹਰੀਆਂ ਵੇਲਾਂ ਵਾਲੇ ਸਨ, ਇਹ ਉਹਨਾਂ ਦੇ ਭਤੀਜੇ ਸਨ। ਅੱਛਾ, ਉਹਨਾਂ ਦੇ ਭਤੀਜੇ ਸੀ ਜਥੇਦਾਰ ਬਾਬਾ ਨਿਹਾਲ ਸਿੰਘ ਜੀ ਹਰੀਆਂ ਵੇਲਾਂ ਵਾਲੇ, ਜਿਨ੍ਹਾਂ ਨੂੰ ਜਿੰਦਾ ਸ਼ਹੀਦ ਦਾ ਖਿਤਾਬ ਵੀ ਦਿੱਤਾ ਗਿਆ ਸੀ, ਜਿਨ੍ਹਾਂ ਦੇ ਉੱਪਰ ਬੜਾ ਤਸ਼ੱਦਦ ਹੋਇਆ ਉਸ ਵਕਤ। ਹਾਂਜੀ ਹਾਂਜੀ ਹਾਂਜੀ। ਤੇ ਇਹ ਉਹਨਾਂ ਦੇ ਭਤੀਜੇ ਸਨ ਭਾਈ ਜਸਵੀਰ ਸਿੰਘ ਜੀ ਲਾਲੀ, ਦੁਸ਼ਟ ਸੋਧ ਕਮਾਂਡੋ ਫੋਰਸ ਦੇ ਮੁਖੀ ਰਹੇ। ਉਹਨਾਂ ਦੀ ਜਿਹੜੀ ਸਾਰੀ ਜੀਵਨੀ ਆ ਉਹ ਪਹਿਲੀ ਕਿਤਾਬ ਦੇ ਵਿੱਚ ਛਾਪੀ ਗਈ। ਤੇ ਜਿਵੇਂ ਜਥੇਦਾਰ ਭਾਈ ਗੁਰਜੰਟ ਸਿੰਘ ਜੀ ਬੁੱਲ ਸਿੰਘ ਵਾਲਾ ਦੇ ਸਾਥੀ ਸਨ ਭਾਈ ਦਰਸ਼ਨ ਸਿੰਘ ਜੀ ਬਿੱਲਾ ਤਖਾਨਵਦ, ਉਹ ਹਰੇਕ ਐਕਸ਼ਨ ਦੇ ਵਿੱਚ ਭਾਈ ਗੁਰਜੰਟ ਸਿੰਘ ਜੀ ਦੇ ਨਾਲ ਰਹੇ। ਉਹਨਾਂ ਦੀ ਜਿਹੜੀ ਜੀਵਨੀ ਆ ਉਹ ਛਾਪੀ ਗਈ ਆ। ਤੇ ਹੋਰ ਵੀ ਬੇਅੰਤ ਸਿੰਘ ਜਿਨ੍ਹਾਂ ਬਾਰੇ ਸਾਨੂੰ ਜਿਹੜਾ ਪਤਾ ਆ ਉਹ ਲੱਗਾ ਆ। ਇਸੇ ਤਰ੍ਹਾਂ ਭਾਈ ਸਤਵਿੰਦਰ ਸਿੰਘ ਸੀ ਇੱਕ, ਕਮਾਲਪੁਰ ਗਾਦੀਆਂ ਪਿੰਡ ਆ, ਕਰਨਾਲ ਹਰਿਆਣੇ ਦੇ ਵਿੱਚ ਪੈਂਦਾ ਆ। ਅੱਛਾ, ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਇੱਕ ਪਾਪੀ ਨੂੰ, ਇੱਕ ਬਾਹਮਣ ਨੂੰ ਸੋਧਾ ਲਾਇਆ ਸੀ। ਸੋ ਉਹ ਸਿੰਘ ਨੂੰ ਵੀ ਅਸੀਂ ਕੌਮ ਦੇ ਸਾਹਮਣੇ ਲਿਆਂਦਾ। ਸੋ ਜਿਸ ਜਿਹੜਾ ਮੁੱਖ ਮੰਤਰੀ ਸੀ ਜੈਲ ਸਿੰਘ, ਜਿਹਨੂੰ ਸੰਤ ਜਰਨੈਲ ਸਿੰਘ ਜੀ, ਜੈਲ ਸਿੰਘ ਨਹੀਂ ਸੀ ਉਹ, ਸੰਤ ਜਰਨੈਲ ਸਿੰਘ ਜੀ ਦੇ ਵੇਲੇ ਇੱਕ ਮੁੱਖ ਮੰਤਰੀ ਸੀ ਜਿਹਨੂੰ ਸੰਤ ਜੀ ਅਕਸਰ ਹੀ ਜ਼ਕਰੀਆ ਖਾਨ ਕਿਹਾ ਕਰਦੇ ਸੀ। ਤੇ ਉਹ ਜਿਹੜਾ ਮੁੱਖ ਮੰਤਰੀ ਸੀ ਉਹਨੂੰ ਵੀ ਜਿਹਨੇ ਉਸ ਮੁੱਖ ਮੰਤਰੀ ਉੱਤੇ ਜਿਸ ਸਿੰਘ ਨੇ ਹਮਲਾ ਕੀਤਾ ਸੀ ਭਾਈ ਗੁਰਮੀਤ ਸਿੰਘ ਜੀ ਧੂਲਕੋਟ, ਇਹ ਕਿਤੇ ਉਹ ਮੁੱਖ ਮੰਤਰੀ ਦਰਬਾਰਾ ਸਿੰਘ ਤਾਂ ਨਹੀਂ ਸੀ? ਦਰਬਾਰਾ ਸਿੰਘ, ਮੈਂ ਨਾਂ ਵਿਸਰ ਗਿਆ ਸੀ, ਦਰਬਾਰਾ ਸਿੰਘ। ਸੋ ਦਰਬਾਰਾ ਸਿੰਘ ਦੇ ਉੱਤੇ ਜਿਹੜੇ ਸਿੰਘ ਨੇ ਹਮਲਾ ਕੀਤਾ ਸੀ ਬੰਬ ਦੇ ਨਾਲ, ਸੋ ਭਾਈ ਗੁਰਮੀਤ ਸਿੰਘ ਧੂਲਕੋਟ, ਉਹਦੀ ਜਿਹੜੀ ਜੀਵਨੀ ਆ ਉਹ ਵੀ ਅਸੀਂ ਕੌਮ ਦੇ ਸਨਮੁਖ ਜਿਹੜੀ ਰੱਖੀ ਆ ਇਸ ਵਾਰੀ ਲਿਖ ਕੇ। ਸੋ ਬੇਅੰਤ ਹੋਰ ਵੀ ਕਈ ਜਿਹੜੇ ਨਾਮਵਰ ਸਿੰਘ ਆ ਉਹਨਾਂ ਦੀਆਂ ਜਿਹੜੀਆਂ ਜੀਵਨੀਆਂ ਨਗੌਲੇ ਸਿੰਘਾਂ ਦੀਆਂ ਉਹ ਦੋਨਾਂ ਕਿਤਾਬਾਂ ਦੇ ਵਿੱਚ ਪੇਸ਼ ਕੀਤੀਆਂ। ਤੀਸਰੀ ਕਿਤਾਬ ਦੇ ਵਿੱਚ ਬੇਅੰਤ ਹੋਰ ਵੀ ਸਿੰਘਾਂ ਨੂੰ ਅਸੀਂ ਕੌਮ ਦੇ ਸਾਹਮਣੇ ਲਿਆਉਣ ਦਾ ਯਤਨ ਕਰਾਂਗੇ। ਭਾਈ ਸਾਹਿਬ ਜੀ, ਲੁਧਿਆਣੇ ਜ਼ਿਲ੍ਹੇ ਦੇ ਵਿੱਚ ਇੱਕ ਪਿੰਡ ਹੈ ਜੀ, ਦਾਖਾ। ਹਾਂਜੀ, ਦਾਖਾ ਪਿੰਡ ਹੈ, ਉਹ ਮੇਰਾ ਨਾਨਕਾ ਪਿੰਡ ਹੈ ਉਹ ਜੀ। ਉਸ ਪਿੰਡ ਦੇ ਤਕਰੀਬਨ 17 ਜਾਂ 20 ਦੇ ਕਰੀਬ ਸਿੰਘ ਸ਼ਹੀਦ ਹੋਏ ਨੇ ਜੀ।
ਜਿਨ੍ਹਾਂ ਦੇ ਵਿੱਚ ਇੱਕ ਗੁਰਜੀਤ ਸਿੰਘ ਕਾਕਾ ਵੀ ਸੀ ਜੀ। ਔਰ ਇੱਕ ਨਕੋਦਰ ਵੀ ਸ਼ਹੀਦ ਹੋਏ ਸੀ ਉਦੋਂ। ਉਹ ਛੋਟੀ ਉਮਰ ਦੇ ਸਿੰਘ ਸੀਗੇ। ਉਹ ਕਦੇ ਉਸ ਪਿੰਡ ਦੇ ਵਿੱਚ ਵੀ ਗਏ ਤੁਸੀਂ, ਦਾਖੇ ਪਿੰਡ 'ਚ? ਨਹੀਂ, ਹਾਲੇ ਉਸ ਪਿੰਡ ਦੇ ਤੱਕ ਨਹੀਂ ਗਏ। ਉੱਥੇ ਵੀ ਜਾਵਾਂਗੇ। ਬਾਕੀ ਜਿੱਥੋਂ ਜਿੰਨੀ ਸਾਡੀ ਸਮਰੱਥਾ ਆ ਅਸੀਂ ਪਹੁੰਚ ਰਹੇ ਹਾਂ। ਪੰਜਾਬ ਦੇ ਵਿੱਚ ਤਕਰੀਬਨ 12,500 ਪਿੰਡ ਨੇ ਜੀ। ਜੇ ਇੱਕ ਪਿੰਡ ਤੋਂ ਇੱਕ ਸਿੰਘ ਵੀ ਸ਼ਹੀਦ ਹੋਇਆ ਹੋਵੇ ਤਾਂ 12-13,000 ਦੀ ਗਿਣਤੀ ਬਣਦੀ ਹੈ ਜੀ। ਤੇ ਤੁਸੀਂ 1.5 ਲੱਖ ਦੇ ਕਰੀਬ ਜਿਹੜਾ ਹੈ ਉਹ ਕਹਿ ਰਹੇ ਹੋ, ਕਿਸ ਹਿਸਾਬ ਨਾਲ? ਦੇਖੋ, ਜਿਹੜਾ ਖਾਲੜਾ ਮਿਸ਼ਨ ਆ ਤਕਰੀਬਨ 15-20 ਹਜ਼ਾਰ ਸਿੰਘਾਂ ਦੀ ਜਿਹੜੀ ਗਿਣਤੀ ਆ ਉਹੀ ਕਰ ਚੁੱਕੇ ਹੋਏ ਆ। 25,000 ਦੇ ਕਰੀਬ ਸ਼ਹੀਦ। ਹਾਂਜੀ, 25,000 ਮਤਲਬ ਕਿ ਉਹਨਾਂ ਨੇ ਕਿਹਾ ਆ ਕਿ 25,000 ਦੇ ਕਰੀਬ ਜਿਹੜੇ ਸ਼ਹੀਦ ਆ ਉਹ ਹੋਏ ਆ। ਜਿਨ੍ਹਾਂ ਦੇ ਵਿੱਚੋਂ ਜਿਹੜੀ ਪੱਕੀ ਜਿਹੜੀ ਜਾਣਕਾਰੀ ਆ ਉਹਨਾਂ ਦੇ ਕੋਲੋਂ, ਜਿਹੜੀ ਹੁਣ ਤੱਕ ਫੋਟੋਆਂ ਵੀ ਮੌਜੂਦ ਆ, ਤਕਰੀਬਨ 15-20 ਹਜ਼ਾਰ ਦੀ ਲਿਸਟ ਉਹਨਾਂ ਦੇ ਕੋਲ ਆ ਇਸ ਸਮੇਂ। ਬਾਕੀ ਜਿਹੜੀ ਖੋਜ ਆ ਹਾਲੇ ਉਹ ਚੱਲ ਰਹੀ ਹੈ। ਤੇ ਇਸ ਤੋਂ ਇਲਾਵਾ ਆਪਾਂ ਜੇਕਰ ਇਹ ਗੱਲ ਕਹੀਏ ਕਿ ਪੰਜਾਬ ਦੇ ਵਿੱਚ 12,500 ਪਿੰਡ ਆ, ਜੇਕਰ ਇੱਕ ਵੀ ਸਿੰਘ ਸ਼ਹੀਦ ਹੋਇਆ ਤੇ 12,500 ਗਿਣਤੀ ਬਣਦੀ ਏ। ਪਰ ਐਸਾ ਨਹੀਂ ਹੈ। ਜਿਵੇਂ ਮੈਂ ਪਹਿਲਾਂ ਵੀ ਦੱਸ ਚੁੱਕਾ ਹਾਂ ਕਿ ਇੱਕ ਪਿੰਡ ਦੇ ਵਿੱਚੋਂ ਹੀ ਕਈ ਸਿੰਘਾਂ ਨੇ ਜਿਹੜੇ ਸ਼ਹਾਦਤਾਂ ਦੇ ਜਿਹੜੇ ਜਾਮ ਆ ਉਹ ਪੀਤੇ ਆ। ਸੁਲਤਾਨਵਿੰਡ ਪਿੰਡ ਦੀ ਗੱਲ ਕਰੀਏ ਤਾਂ 70-80 ਇੱਥੋਂ ਮਿਲ ਜਾਣਗੇ। ਆ ਸੁਰ ਸਿੰਘ ਜਿਹੜਾ ਪਿੰਡ ਆ ਤਕਰੀਬਨ 70 ਸਿੰਘ ਇੱਥੋਂ ਦੇ ਹੀ ਆ, ਸੁਰ ਸਿੰਘ ਪਿੰਡ ਦੇ। ਹਾਂਜੀ, ਇਹਦੇ ਲਾਗੇ ਗੱਗੋ ਬੂਆ ਪਿੰਡ ਆ, ਉੱਥੋਂ ਦੇ ਵੀ ਕਾਫੀ ਸਾਰੇ ਜਿਹੜੇ ਸਿੰਘ ਆ ਉਹ ਸ਼ਹੀਦ ਹੋਏ ਆ। ਤੁਸੀਂ ਰਿਆਲੀ ਪਿੰਡ ਦੀ ਜਿਹੜੀ ਗੱਲ ਆ ਉਹ ਕਰ ਲਵੋ, ਤਖਾਨਵਦ ਪਿੰਡ ਦੀ ਗੱਲ ਕਰ ਲਵੋ, ਅਤੇ ਹੋਰ ਵੀ ਕਈ ਐਸੇ ਪਿੰਡ, ਕਾਲੀਆ ਸਕੱਤਰਾ ਦੀ ਗੱਲ ਕਰਦੇ ਆ, ਠੱਠੀ ਜੈਮਲ ਸਿੰਘ ਦੀ ਗੱਲ ਕਰਦੇ ਆ, ਵਰਟੋਏ ਪਿੰਡ ਦੀ ਆਪਾਂ ਗੱਲ ਕਰਦੇ ਆ। ਇਹਨਾਂ ਸਾਰਿਆਂ ਦੇ ਵਿੱਚੋਂ 15-15 20 ਸਿੰਘਾਂ ਨੇ ਜਿਹੜੀਆਂ ਸ਼ਹਾਦਤਾਂ ਦੇ ਜਿਹੜੇ ਜਾਮ ਆ ਉਹ ਪੀਤੇ। ਤੇ ਬਾਕੀ ਇਕੱਲੇ ਪੰਜਾਬ ਦੇ ਵਿੱਚੋਂ ਨਹੀਂ, ਹਰਿਆਣਾ ਦੇ ਵੀ ਕਈ ਸਿੰਘਾਂ ਨੇ ਸ਼ਹਾਦਤਾਂ ਦੇ ਜਾਮ ਪੀਤੇ, ਦਿੱਲੀ ਦੇ ਵਿੱਚੋਂ ਵੀ ਕਈ ਸਿੰਘਾਂ ਨੇ ਸ਼ਹਾਦਤਾਂ ਦੇ ਜਾਮ ਪੀਤੇ, ਜੰਮੂ ਦੇ ਵੀ ਕਈ ਸਿੰਘਾਂ ਨੇ ਸ਼ਹਾਦਤਾਂ ਦੇ ਜਾਮ ਪੀਤੇ, ਹਿਮਾਚਲ ਦੇ ਵੀ ਕਈ ਸਿੰਘਾਂ ਨੇ ਸ਼ਹਾਦਤਾਂ ਦੇ ਜਾਮ ਪੀਤੇ, ਯੂਪੀ ਦੇ ਵਿੱਚ ਵੀ ਕਈ ਜਿਹੜੇ ਸਿੰਘ ਆ ਉਹ ਸ਼ਹੀਦ ਹੋਏ ਆ, ਜਿਨ੍ਹਾਂ ਬਾਰੇ ਹਾਲੇ ਖੋਜ ਕਰਨ ਦੀ ਕੌਮ ਨੂੰ ਬਹੁਤ ਸਾਰੀ ਲੋੜ ਆ। ਸੋ ਇੱਥੋਂ ਤੱਕ ਕਿ ਕੈਨੇਡਾ, ਅਮਰੀਕਾ ਤੋਂ ਵੀ ਆ ਕੇ, ਸਿੰਗਾਪੁਰ ਤੋਂ ਵੀ ਆ ਕੇ ਕਈ ਸਿੰਘਾਂ ਨੇ ਜਿਹੜੀਆਂ ਸ਼ਹਾਦਤਾਂ ਆ ਉਹ ਪ੍ਰਾਪਤ ਕੀਤੀਆਂ। ਭਾਈ ਹਰਜਿੰਦਰ ਸਿੰਘ ਪਾੜਾ, ਹਾਂਜੀ, ਭਾਈ ਹਰਜਿੰਦਰ ਸਿੰਘ ਪਾੜਾ, ਹਾਂਜੀ, ਉਹ ਕੈਨੇਡਾ ਤੋਂ ਆਏ ਹੋਏ ਸੀ। ਹਾਂਜੀ, ਸੋ ਇਦਾਂ ਹੀ ਕਈ ਸਿੰਘ ਸਨ ਜਿਹੜੇ ਕੈਨੇਡਾ ਤੋਂ ਆਏ, ਅਮਰੀਕਾ ਤੋਂ ਆਏ, ਇੰਗਲੈਂਡ ਤੋਂ ਆਏ, ਕਈ ਸਿੰਘ ਸਿੰਗਾਪੁਰ ਤੋਂ ਆਏ, ਉਹਨਾਂ ਨੇ ਸ਼ਹਾਦਤਾਂ ਪ੍ਰਾਪਤ ਕੀਤੀਆਂ ਆ। ਇਹ ਭਾਈ ਗੁਰਜੰਟ ਸਿੰਘ ਜੀ ਰਾਜਸਥਾਨੀ ਵਰਗੇ ਜਿਹੜੇ ਯੋਧੇ ਸਨ ਉਹ ਰਾਜਸਥਾਨ ਤੋਂ ਸਨ, ਉਹਨਾਂ ਨੇ ਜਿਹੜੀਆਂ ਸ਼ਹਾਦਤਾਂ ਉਹ ਪ੍ਰਾਪਤ ਕੀਤੀਆਂ। ਜੇ ਸਿੰਘ ਦਾ ਪਹਿਲਾਂ ਆਪਾਂ ਜ਼ਿਕਰ ਕੀਤਾ ਭਾਈ ਸਤਵਿੰਦਰ ਸਿੰਘ ਜੀ ਕਮਾਲਪੁਰ ਗਾਦੀਆਂ, ਉਹ ਸਿੰਘ ਹਰਿਆਣੇ ਤੋਂ ਸਨ। ਸੋ ਯੂਪੀ ਤੋਂ ਵੀ ਜਿਹੜੇ ਅਨੇਕਾਂ ਸਿੰਘ ਸਨ, ਭਾਈ ਅਰਜਨ ਸਿੰਘ ਜੀ ਰਾਜਾ, ਉਹ ਯੂਪੀ ਤੋਂ ਸਨ। ਜੰਮੂ ਦੇ ਸਿੰਘਾਂ ਬਾਰੇ ਇੱਕ ਕਿਤਾਬ ਵੀ ਲਿਖੀ ਹੋਈ ਹੈ ਭਾਈ ਮਨਮੋਹਨ ਸਿੰਘ ਜੀ ਜੰਮੂ ਹੋਣਾ ਨੇ, 8 ਸਾਲਾਂ ਦੀ ਖੋਜ ਕਰਕੇ ਉਹਨਾਂ ਨੇ ਜੰਮੂ ਦੇ ਸ਼ਹੀਦਾਂ ਬਾਰੇ ਲਿਖਿਆ ਹੋਇਆ ਆ। ਸੋ ਜੰਮੂ ਦੇ ਵੀ ਅਨੇਕਾਂ ਸਿੰਘਾਂ ਨੇ ਪੰਥ ਅਤੇ ਪੰਜਾਬ ਦੀ ਆਜ਼ਾਦੀ ਦੇ ਲਈ, ਖਾਲਿਸਤਾਨ ਦੀ ਆਜ਼ਾਦੀ ਦੇ ਲਈ ਜਿਹੜੀਆਂ ਸ਼ਹਾਦਤਾਂ ਆ ਉਹ ਪ੍ਰਾਪਤ ਕੀਤੀਆਂ ਹੋਈਆਂ ਆ। ਪਰ ਜਿਹੜੀ ਕੌਮ ਆ ਉਹ ਕਾਫੀ ਹੱਦ ਤੱਕ ਅਵੇਸਲੀ ਆ, ਆਪਣੇ ਸ਼ਹੀਦਾਂ ਨੂੰ ਜਿਹੜਾ ਅਣਗੌਲਿਆਂ ਆ ਉਹ ਕੀਤਾ ਹੋਇਆ। ਜੇਕਰ ਸ਼੍ਰੋਮਣੀ ਕਮੇਟੀ ਖੋਜ ਕਰੇ ਜਾਂ ਹੋਰ ਸਾਡੀਆਂ ਪੰਥ ਦੀਆਂ ਵੱਡੀਆਂ ਜਿਹੜੀਆਂ ਸੰਪਰਦਾਵਾਂ ਆ, ਦਮਦਮੀ ਟਕਸਾਲ ਵਰਗੀਆਂ, ਜੇਕਰ ਉਹ ਸਿੰਘਾਂ ਦੀਆਂ ਡਿਊਟੀਆਂ ਲਾਉਣ ਤੇ ਬੇਅੰਤ ਸਿੰਘਾਂ ਦਾ ਜਿਹੜੇ ਵੇਰਵੇ ਆ ਉਹ ਸਾਡੇ ਸਾਹਮਣੇ ਆ ਸਕਦੇ। ਜਿਵੇਂ ਦਲ ਖਾਲਸਾ ਨੇ ਜੂਨ 1984 ਦੀ ਜਿਹੜੀ ਡਾਇਰੈਕਟਰੀ ਕੌਮ ਦੇ ਸਾਹਮਣੇ ਪੇਸ਼ ਕੀਤੀ ਕਿ ਆਹ ਸਿੰਘ ਸਨ ਜਿਹੜੇ 320 ਦੇ ਕਰੀਬ ਸਿੰਘ ਸਨ, ਜਿਹੜੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਨਾਲ ਮੋਢਾ ਜੋੜ ਕੇ ਜਿਨ੍ਹਾਂ ਨੇ ਹਿੰਦ ਹਕੂਮਤ ਦੇ ਵਿਰੁੱਧ ਲੜਾਈ ਲੜੀ। ਸੋ ਇਸ ਤਰ੍ਹਾਂ ਦੀ ਜਿਹੜੀ ਖੋਜ ਜਾਣਕਾਰੀ ਆ ਉਹ ਵੱਧ ਤੋਂ ਵੱਧ ਕੌਮ ਦੇ ਪਾਸ ਹੋਣੀ ਚਾਹੀਦੀ ਹੈ। ਬਿਲਕੁਲ ਬਿਲਕੁਲ, ਬਹੁਤ ਵਧੀਆ ਤੁਸੀਂ ਇੱਕ ਗੱਲ ਕੀਤੀ ਵੀ ਕੇਵਲ ਖਾਲਿਸਤਾਨ ਮੂਵਮੈਂਟ ਦੇ ਅੰਦਰ, ਖਾੜਕੂ ਸੰਘਰਸ਼ ਦੇ ਦੌਰਾਨ, ਖਾੜਕੂ ਲਹਿਰ ਦੇ ਦੌਰਾਨ ਕੇਵਲ ਪੰਜਾਬ ਦੇ ਸਿੰਘਾਂ ਨੇ ਹੀ ਸ਼ਹਾਦਤਾਂ ਨਹੀਂ ਦਿੱਤੀਆਂ, ਯੂਪੀ, ਰਾਜਸਥਾਨ ਔਰ ਜੰਮੂ ਕਸ਼ਮੀਰ ਔਰ ਹੋਰ ਵੀ ਮਤਲਬ ਬਾਹਰਲੇ ਜਿਹੜੇ ਸੂਬੇ ਨੇ, ਮਹਾਰਾਸ਼ਟਰ ਤੱਕ ਵੀ ਸ਼ਾਇਦ, ਮਹਾਰਾਸ਼ਟਰ ਚ ਵੀ ਸ਼ਾਇਦ ਕੋਈ ਸਿੰਘ ਸੀਗੇ। ਮੈਨੂੰ ਯਾਦ ਹੈ ਜਦੋਂ ਮੈਂ ਕਸ਼ਮੀਰ ਦੇ ਵਿੱਚ ਵੀ ਗਿਆ ਨਾ, ਤੇ ਮੇਰੀ ਗੱਡੀ ਦੇ ਪਿੱਛੇ ਨਾ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਤਸਵੀਰ ਲੱਗੀ ਸੀ, ਤੇ ਇੱਕ ਮੁਸਲਮਾਨ ਵੀਰ ਮੇਰੇ ਕੋਲ ਆਇਆ, ਕਹਿੰਦਾ ਕਿ ਇਹ ਜਿਹੜੀ ਤਸਵੀਰ ਤੁਹਾਡੇ ਤੇ ਪਿੱਛੇ ਲੱਗੀ ਗੱਡੀ ਦੇ, ਇਹ ਸੰਤ ਭਿੰਡਰਾਂ ਵਾਲਿਆਂ ਦੀ ਆ? ਮੈਂ ਕਿਹਾ ਹਾਂਜੀ ਹਾਂਜੀ। ਉਹਨੇ ਆਪਣੀ ਭਾਸ਼ਾ ਦੇ ਵਿੱਚ ਕਿਹਾ, ਕਹਿੰਦਾ ਜਦੋਂ ਸੰਤਾਂ ਨੂੰ ਮਾਰਿਆ ਸੀ ਨਾ, ਤੇ ਕਹਿੰਦਾ ਕਿ ਉਦੋਂ ਮੇਰੇ ਚਾਚਾ ਜੀ ਵੀ ਸ਼ਹੀਦ ਹੋਏ ਸਨ। ਮੈਂ ਬੜਾ ਹੈਰਾਨ ਹੋਇਆ, ਮੈਂ ਕਿਹਾ ਕਿ ਤੁਸੀਂ ਮੁਸਲਿਮ
ਕਹਿੰਦਾ ਹਾਂਜੀ। ਤੇ ਮੈਂ ਕਿਹਾ ਤੁਹਾਡੇ ਚਾਚਾ ਜੀ ਕਿਵੇਂ ਸ਼ਹੀਦ ਹੋਏ? ਕਹਿੰਦਾ ਜਦੋਂ ਇੱਥੇ ਦਰਬਾਰ ਸਾਹਿਬ ਤੇ ਹਮਲਾ ਹੋਇਆ ਨਾ, ਤੇ ਜਦੋਂ ਸੰਤ ਭਿੰਡਰਾਂ ਵਾਲਿਆਂ ਨੂੰ ਸ਼ਹੀਦ ਕੀਤਾ, ਉਹ ਸਮੇਂ ਕਹਿੰਦਾ ਕਈ ਮੁਸਲਮਾਨਾਂ ਨੇ ਤੇ ਕਈ ਸਿੱਖਾਂ ਨੇ ਕਸ਼ਮੀਰ ਦੇ ਵਿੱਚ ਜਿਹੜਾ ਪ੍ਰੋਟੈਸਟ ਸੀ ਉਹ ਕੀਤਾ ਸੀ, ਤੇ ਉਸ ਪ੍ਰੋਟੈਸਟ ਦੇ ਉੱਤੇ ਜਿਹੜੀ ਹਕੂਮਤ ਨੇ ਗੋਲੀ ਚਲਾ ਦਿੱਤੀ ਸੀ, ਤੇ ਉੱਥੇ ਕਈ ਜਿਹੜੇ ਮੁਸਲਮਾਨ ਸਨ ਅਤੇ ਕਈ ਜਿਹੜੇ ਸਿੰਘ ਸਨ ਉਹ ਸ਼ਹੀਦ ਹੋਏ ਸਨ। ਸੋ ਮੈਨੂੰ ਤਾਂ ਉਸ ਸਮੇਂ ਲੱਗਿਆ ਕਿ ਸ਼ਾਇਦ ਇਹ ਝੂਠ ਬੋਲ ਰਿਹਾ ਆ, ਪਰ ਬਾਅਦ ਵਿੱਚ ਜਦੋਂ ਮੈਂ ਕਸ਼ਮੀਰ ਦੇ ਤਰਾਲ ਇਲਾਕੇ ਦੇ ਵਿੱਚ ਗਿਆ, ਉੱਥੋਂ ਦੇ ਮੈਨੂੰ ਕਈ ਸਿੰਘਾਂ ਨੇ ਇਹ ਗੱਲ ਦੱਸੀ ਕਿ ਸਾਡੇ ਚਾਚਾ ਜੀ ਵੀ ਉਸ ਸਮੇਂ ਜਿਹੜੇ ਸ਼ਹੀਦ ਉਹ ਹੋਏ ਸਨ, ਤੇ ਉਦੋਂ ਕਹਿੰਦੇ ਕਿ ਕਈ ਮੁਸਲਮਾਨ ਵੀ ਉਸ ਪ੍ਰੋਟੈਸਟ ਦੇ ਵਿੱਚ ਜਿਹੜਾ ਸ਼ਹੀਦ ਉਹ ਹੋਏ ਸਨ। ਮੇਰੇ ਕਹਿਣ ਤੋਂ ਭਾਵ ਕਿ ਕਸ਼ਮੀਰ ਦੇ ਵੀ ਕਈ ਸਿੰਘਾਂ ਨੇ ਇਸ ਸੰਘਰਸ਼ ਦੇ ਵਿੱਚ ਜਿਹੜੀਆਂ ਸ਼ਹਾਦਤਾਂ ਦੇ ਜਿਹੜੇ ਜਾਮ ਆ ਉਹ ਪੀਤੇ ਆ। ਸੋ ਕਈ ਮੁਸਲਮਾਨ ਜਿਹੜੇ ਵੀਰ ਆ ਉਹ ਵੀ ਸ਼ਹੀਦ ਹੋਏ ਆ, ਅਤੇ ਕਈ ਜਿਹੜੇ ਹਿੰਦੂ ਵੀਰ ਆ ਉਹ ਵੀ ਪੰਥ ਦੀ ਆਜ਼ਾਦੀ ਦੇ ਵਾਸਤੇ ਸਿੰਘ ਸੱਜ ਕੇ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਬਚਨਾਂ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਨੇ ਵੀ ਖਾਲਿਸਤਾਨ ਦੀ ਆਜ਼ਾਦੀ ਦੇ ਲਈ ਜਿਹੜੀ ਲੜਾਈ ਆ ਉਹ ਉਹਨਾਂ ਨੇ ਲੜੀ ਆ। ਸੋ ਬੇਅੰਤ ਸਿੰਘਾਂ ਦਾ ਜਿਹੜਾ ਜ਼ਿਕਰ ਆ ਉਹ ਵੀ ਕੀਤਾ ਜਾ ਸਕਦਾ। ਜਿਵੇਂ ਗਿਆਨੀ ਮੋਹਰ ਸਿੰਘ ਜੀ ਦੀ ਆਪਾਂ ਗੱਲ ਕਰੀਏ ਤਾਂ ਗਿਆਨੀ ਮੋਹਰ ਸਿੰਘ ਜੀ ਦੀ ਸਿੰਘਣੀ ਵੀ ਪਹਿਲਾਂ ਉਹ ਮੋਹਰ ਚੰਦ ਸਨ, ਸੰਤਾਂ ਦੇ ਬਚਨਾਂ ਤੋਂ ਪ੍ਰਭਾਵਿਤ ਹੋ ਕੇ ਤੇ ਉਹ ਗਿਆਨੀ ਮੋਹਰ ਸਿੰਘ ਬਣੇ। ਉਹਨਾਂ ਦੀਆਂ 2 ਬੇਟੀਆਂ ਜਿਨ੍ਹਾਂ ਨੇ ਭਾਰਤੀ ਫੌਜ ਦੇ ਟੈਂਕਾਂ ਦੇ ਉੱਤੇ ਜਿਹੜੀ ਛਾਲ ਮਾਰ ਕੇ ਜਿਹੜੀ ਸ਼ਹਾਦਤ ਆ ਉਹ ਪ੍ਰਾਪਤ ਕੀਤੀ ਸੀ, ਭਾਈ ਮੋਹਰ ਸਿੰਘ ਦੀ ਜਿਹੜੀ ਸਿੰਘਣੀ ਆ ਉਹ ਵੀ ਸ਼ਹੀਦ ਹੋਈ। ਅਤੇ ਇਸੇ ਤਰ੍ਹਾਂ ਰਈਏ ਦੇ ਲਾਗੇ ਇੱਕ ਵਾਰੀ ਜਦੋਂ ਸੰਤਾਂ ਦਾ ਜਥਾ ਪ੍ਰਚਾਰ ਕਰਨ ਲਈ ਗਿਆ, ਉੱਥੇ ਇੱਕ ਹਿੰਦੂ ਵੀਰ ਕਹਿਣ ਲੱਗਾ ਕਿ ਮੈਨੂੰ ਵੀ ਅੰਮ੍ਰਿਤ ਛਕਾ ਦਿਓ, ਤੇ ਸਿੰਘਾਂ ਨੇ ਉਹਦੀ ਪਰਪੱਕਤਾ ਦੇਖਣੀ ਚਾਹੀ। ਸਿੰਘਾਂ ਨੇ ਜਾਣਬੁੱਝ ਕੇ ਕਹਿਣਾ ਕੀਤਾ ਕਿ ਜਿਹੜਾ ਅੰਮ੍ਰਿਤ ਛਕ ਕੇ ਰਹਿਤ ਨਾ ਰੱਖੇ ਤੇ ਅਸੀਂ ਉਹਨੂੰ ਮਿੱਟੀ ਦਾ ਤੇਲ ਪਾ ਕੇ ਜਿਉਂਦਾ ਸਾੜ ਦਿੰਦੇ ਹੁੰਦੇ ਆ। ਉਹ ਹਿੰਦੂ ਵੀਰ ਇਹ ਗੱਲ ਸੁਣ ਕੇ ਉਸੇ ਵੇਲੇ ਵਾਪਸ ਚਲਾ ਗਿਆ। 10 ਮਿੰਟਾਂ ਬਾਅਦ ਉਹ ਵਾਪਸ ਆਇਆ ਮਿੱਟੀ ਦੇ ਤੇਲ ਦਾ ਪੀਪਾ ਭਰ ਕੇ ਤੇ ਨਾਲ ਤੀਲਾਂ ਵਾਲੀ ਡੱਬੀ ਲੈ ਕੇ। ਉਹ ਸਿੰਘਾਂ ਨੂੰ ਕਹਿਣ ਲੱਗਾ, ਹਿੰਦੂ ਵੀਰ ਕਹਿੰਦਾ, ਸਿੰਘ ਜੀ ਜੇਕਰ ਮੈਂ ਰਹਿਤ ਨਾ ਰੱਖਾਂਗਾ ਤਾਂ ਤੁਸੀਂ ਮੈਨੂੰ ਮਿੱਟੀ ਦਾ ਤੇਲ ਪਾ ਕੇ ਮੈਨੂੰ ਜਿਉਂਦਾ ਹੀ ਸਾੜ ਦਿਓ। ਐਡਾ ਸਿਰੜ ਤੇ ਐਡਾ ਸਿਦਕ ਸੀ। ਬਿਲਕੁਲ ਉਹੀ ਸਿੰਘ, ਉਹਦਾ ਨਾਮ ਬਾਅਦ ਵਿੱਚ ਉਹਨੂੰ ਅੰਮ੍ਰਿਤ ਛਕਾ ਕੇ ਉਹਦਾ ਨਾਮ ਹਰਦੇਵ ਸਿੰਘ ਰੱਖਿਆ ਗਿਆ। ਤੇ ਜੂਨ 1984 ਦੇ ਘੱਲੂ ਘਾਰੇ ਦੇ ਵਿੱਚ ਉਸੇ ਹਰਦੇਵ ਸਿੰਘ ਨੇ ਬਾਅਦ ਵਿੱਚ ਸੰਤਾਂ ਦੇ ਨਾਲ ਹੀ ਜਿਹੜਾ ਸ਼ਹਾਦਤ ਦਾ ਜਿਹੜਾ ਜਾਮ ਆ ਉਹ ਪੀਤਾ। ਸੋ ਹੋਰ ਵੀ ਬੇਅੰਤ ਸਿੰਘ ਆ ਜਿਨ੍ਹਾਂ ਨੇ ਹਿੰਦੂ ਵੀਰਾਂ ਨੇ ਵੀ ਜਿਹੜੀਆਂ ਸ਼ਹਾਦਤਾਂ ਉਹ ਪ੍ਰਾਪਤ ਕੀਤੀਆਂ, ਮੁਸਲਿਮ ਵੀਰਾਂ ਨੇ ਵੀ ਜਿਹੜੀਆਂ ਸ਼ਹਾਦਤਾਂ ਉਹ ਪ੍ਰਾਪਤ ਕੀਤੀਆਂ, ਜਿਵੇਂ ਬਸ਼ੀਰ ਮੁਹੰਮਦ ਵਰਗੇ ਜਿਹੜੇ ਹਾਂਜੀ ਰੋਸ਼ਨ ਲਾਲ, ਬਿਲਕੁਲ ਰੋਸ਼ਨ ਲਾਲ ਬੈਰਾਗੀ ਵਰਗੇ ਵੀ ਲਾ ਲਓ। ਇਸੇ ਤਰ੍ਹਾਂ ਹੋਰ ਵੀ ਕਈ ਸਿੰਘ ਸਨ, ਮੈਨੂੰ ਉਹਨਾਂ ਕਈ ਹਜੇ ਸਿੰਘਾਂ ਦਾ ਨਾਮ ਵਿਸਰ ਵੀ ਗਿਆ ਆ। ਤੇ ਇੱਕ ਪਿੰਡ ਹੈਗਾ ਆ ਹੁਸ਼ਿਆਰਪੁਰ ਦੇ ਲਾਗੇ ਹੀ ਇੱਕ ਪਿੰਡ ਹੈਗਾ ਸੀ, ਉੱਥੋਂ ਦਾ ਵੀ ਇੱਕ ਸਿੰਘ ਸਨ, ਤੇ ਉਹਨੇ ਵੀ ਉਹਨੂੰ ਗਾਂਧੀ ਕਿਹਾ ਜਾਂਦਾ ਹੁੰਦਾ ਸੀ। ਸੋ ਉਹਨੇ ਵੀ ਇਸ ਸੰਘਰਸ਼ ਦੇ ਵਿੱਚ ਜਿਹੜੀ ਸ਼ਹਾਦਤ ਆ ਉਹ ਪ੍ਰਾਪਤ ਕੀਤੀ। ਗਾਂਧੀ ਨਾਂ ਦਾ ਹੁੰਦਾ ਸੀ ਅਖਬਾਰਾਂ ਦੇ ਵਿੱਚ ਆਉਂਦਾ ਸੀ। ਬਿਲਕੁਲ ਖਾਲਿਸਤਾਨ ਦੇ ਸੰਘਰਸ਼ 'ਚ ਵੱਡੀ ਖੜੌਤ ਵੇਖਣ ਨੂੰ ਮਿਲ ਰਹੀ ਹੈ ਜੀ। ਹੁਣ ਭਵਿੱਖ ਕੀ ਹੋਵੇਗਾ? ਦੇਖੋ, ਭਵਿੱਖ ਤਾਂ ਗੁਰੂ ਪਾਤਸ਼ਾਹ ਜੀ ਨੇ ਆਪ ਹੀ ਸਿਰਜ ਦਿੱਤਾ ਹੋਇਆ ਹੈ। ਰਾਜ ਕਰੇਗਾ ਖਾਲਸਾ ਦਾ। ਜਦੋਂ ਅਸੀਂ ਗੁਰੂ ਘਰਾਂ ਦੇ ਵਿੱਚ ਨਾਅਰੇ ਲਾਉਂਦੇ ਆ ਤੇ ਅਸੀਂ ਹਲੇਮੀ ਰਾਜ ਦੀ, ਬੇਗਮਪੁਰਾ ਦੀ ਹੀ ਜਿਹੜੀ ਜਾਂ ਖਾਲਿਸਤਾਨ ਦੀ ਹੀ ਜਿਹੜੀ ਗੱਲ ਆ ਉਹ ਕਰ ਰਹੇ ਹੁੰਦੇ ਆ। ਜਦੋਂ ਕੋਈ ਵੀ ਸੰਘਰਸ਼ ਚੱਲਦਾ ਆ ਉਤਰਾਅ ਚੜ੍ਹਾਅ ਤਾਂ ਆਉਂਦੇ ਰਹਿੰਦੇ ਆ। ਇਹ ਗੱਲ ਠੀਕ ਆ ਕਿ ਅੱਜ ਖਾਲਿਸਤਾਨ ਦੇ ਸੰਘਰਸ਼ ਦੇ ਵਿੱਚ ਜਿਹੜੀ ਖੜੋਤ ਆ ਉਹ ਹੈ ਆ, ਪਰ ਜਿਹੜਾ ਸੰਘਰਸ਼ ਆ ਉਹ ਅੱਜ ਵੀ ਜਾਰੀ ਆ। ਜੇਕਰ ਖਾਲਿਸਤਾਨੀ ਜਿੱਤੇ ਨਹੀਂ ਤਾਂ ਹਾਰੇ ਵੀ ਨਹੀਂ ਆ। ਇਹ ਜਿਹੜੀ ਜੰਗ ਆ ਉਹ ਅਜੇ ਜਾਰੀ ਆ, ਤੇ ਸਾਡਾ ਇਹ ਪੱਕਾ ਨਿਸ਼ਚਾ ਆ ਕਿ ਇਹ ਜਿਹੜੀ ਜੰਗ ਆ ਇਹ ਸਾਡੀ ਫਤਿਹ ਦੇ ਨਾਲ ਹੀ ਖਤਮ ਹੋਣੀ ਹੈ। ਤੇ ਗੁਰੂ ਪਾਤਸ਼ਾਹ ਜੀ ਕਿਰਪਾ ਕਰਨਗੇ, ਇਸ ਧਰਤੀ ਦੇ ਉੱਤੇ ਜਿਹੜਾ ਖਾਲਿਸਤਾਨ ਆ ਉਹ ਜ਼ਰੂਰ ਹੋਂਦ ਦੇ ਵਿੱਚ ਆਵੇਗਾ। ਸੋ ਭਾਰਤ ਸਰਕਾਰ, ਭਾਵੇਂ ਕਿ ਭਾਰਤੀ ਮੀਡੀਆ ਬੇਅੰਤ ਰੌਲਾ ਪਾਉਂਦਾ ਆ ਕਿ ਅਸੀਂ ਖਾਲਿਸਤਾਨੀ ਬੰਦੂਕਾਂ ਨੂੰ ਜਿਹੜਾ ਸ਼ਾਂਤ ਆ ਉਹ ਕਰਵਾ ਦਿੱਤਾ, ਖਾਲਿਸਤਾਨੀ ਬੰਦੂਕਾਂ ਤਾਂ ਸ਼ਾਂਤ ਕਰਵਾ ਰਹੀਆਂ, ਪਰ ਉਹ ਖਾਲਿਸਤਾਨੀ ਜ਼ਬਾਨਾਂ ਨੂੰ ਜਾਂ ਖਾਲਿਸਤਾਨੀ ਲਿਖਤਾਂ ਨੂੰ ਜਾਂ ਖਾਲਿਸਤਾਨ ਦੇ ਸੰਘਰਸ਼ ਨੂੰ ਉਹ ਬੰਦ ਨਹੀਂ ਕਰਵਾ ਸਕਦੇ। ਵੱਖ-ਵੱਖ ਪੜਾਵਾਂ ਦੇ ਵਿੱਚੋਂ ਨਿਕਲਦਾ ਹੋਇਆ ਖਾਲਿਸਤਾਨ ਦਾ ਜਿਹੜਾ ਸੰਘਰਸ਼ ਆ ਉਹ ਅੱਜ ਵੀ ਜਿਹੜਾ ਜਾਰੀ ਆ, ਤੇ ਇਹ ਜਿਹੜਾ ਜਾਰੀ ਆ ਉਹ ਰਹੇਗਾ। ਤੇ ਇੱਕ ਦਿਨ ਖਾਲਿਸਤਾਨ ਇਸ ਧਰਤੀ ਦੇ ਉੱਤੇ ਜ਼ਰੂਰ ਹੋਂਦ ਵਿੱਚ ਆਉਣਾ ਆ, ਕਿਉਂਕਿ ਜਿਹੜੀਆਂ ਅਨੇਕਾਂ ਨੌਜਵਾਨਾਂ ਦੀਆਂ ਜਿਹੜੀਆਂ ਸ਼ਹਾਦਤਾਂ ਹੋ ਚੁੱਕੀਆਂ ਆ, ਇੰਨਾ ਖੂਨ ਡੁੱਲ ਚੁੱਕਾ ਆ, ਇਹ ਕਦੇ ਵੀ ਜਿਹੜਾ ਅਜਾਈ ਆ ਉਹ ਨਹੀਂ ਜਾਵੇਗਾ। ਸ਼ਹੀਦਾਂ ਦਾ ਡੁੱਲਿਆ ਹੋਇਆ ਜਿਹੜਾ ਖੂਨ ਆ ਉਹ ਇੱਕ ਦਿਨ ਜ਼ਰੂਰ ਜਿਹੜਾ ਰੰਗ ਹੈ ਉਹ ਲਿਆਏਗਾ, ਤੇ ਗੁਰੂਆਂ, ਸ਼ਹੀਦਾਂ ਅਤੇ ਸੂਰਬੀਰਾਂ ਦੀ ਇਸ ਧਰਤੀ ਦੇ ਉੱਤੇ ਦੁਬਾਰਾ ਖਾਲਸਾਈ ਜਾਹੋ ਜਲਾਲ ਜਿਹੜਾ ਪ੍ਰਚੰਡ ਆ ਉਹ ਹੋਵੇਗਾ।
ਜਿਵੇਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਜਾਂ ਬਾਬਾ ਬੰਦਾ ਸਿੰਘ ਜੀ ਬਹਾਦਰ ਜਾਂ ਸਿੱਖ ਮਿਸਲਾਂ ਨੇ ਇਸ ਧਰਤੀ ਦੇ ਉੱਤੇ ਖਾਲਸਾ ਰਾਜ ਖਾਲਿਸਤਾਨ ਸਥਾਪਿਤ ਕੀਤਾ ਸੀ। ਇੱਕ ਵਾਰ ਫਿਰ ਇਸ ਧਰਤੀ ਦੇ ਉੱਤੇ ਜਿਹੜੀ ਖਾਲਿਸਤਾਨ ਦੀ ਜਿਹੜੀ ਹੋਂਦ ਆ ਉਹ ਬਰਕਰਾਰ ਰਹੇਗੀ। ਜਿਹੜਾ ਖਾਲਿਸਤਾਨ ਹੋਂਦ ਵਿੱਚ ਉਹ ਜ਼ਰੂਰ ਆਵੇਗਾ। ਤੁਸੀਂ ਖਾਲਿਸਤਾਨ ਦੇ ਸੰਘਰਸ਼ ਦੇ ਜਿਹੜੇ ਸਬੂਤ ਆ ਉਹ ਅਨੇਕਾਂ ਹੀ ਸਾਡੇ ਸਾਹਮਣੇ ਆ। ਪਿੱਛੇ ਜੇ ਜਦੋਂ ਕੈਨੇਡਾ ਦਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਇੱਥੇ ਆਇਆ ਸੀ ਤਾਂ ਭਾਰਤ ਦੀ ਸਰਕਾਰ ਨੇ ਉਹਨੂੰ ਵੀ ਖਾਲਿਸਤਾਨੀ ਐਲਾਨ ਦਿੱਤਾ ਸੀ। ਇਸੇ ਤਰ੍ਹਾਂ ਜਦੋਂ ਕੈਨੇਡਾ ਦਾ ਹਰਜੀਤ ਸਿੰਘ ਜਿਹੜਾ ਹੈਗਾ ਸੀ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ, ਉਹਨੂੰ ਵੀ ਖਾਲਿਸਤਾਨੀ ਦਾ ਲੇਬਲ ਉਹਦੇ ਉੱਤੇ ਵੀ ਲਾ ਦਿੱਤਾ ਗਿਆ। ਅੱਜ ਜਦੋਂ ਹੁਣ ਕਿਸਾਨ ਸੰਘਰਸ਼ ਚੱਲ ਰਿਹਾ ਆ ਤੇ ਜਿਹੜੀਆਂ ਵੀ ਅੰਤਰਰਾਸ਼ਟਰੀ ਹਸਤੀਆਂ ਨੇ ਕਿਸਾਨ ਸੰਘਰਸ਼ ਦੀ ਜਿਹੜੀ ਹਮਾਇਤ ਉਹ ਕੀਤੀ, ਭਾਰਤ ਸਰਕਾਰ ਨੇ ਉਹਨਾਂ ਨੂੰ ਵੀ ਜਿਹੜਾ ਖਾਲਿਸਤਾਨੀ ਦਾ ਜਿਹੜਾ ਲੇਬਲ ਆ ਉਹਨਾਂ ਦੇ ਉੱਤੇ ਲਾ ਦਿੱਤਾ। ਭਾਵੇਂ ਕਿ ਉਹ ਸਾਨੂੰ ਅੱਤਵਾਦ ਦੇ ਨਾਲ ਜੋੜ ਕੇ ਬਦਨਾਮ ਕਰਨਾ ਚਾਹੁੰਦੀਆਂ ਆ, ਪਰ ਅਸੀਂ ਸਮਝਦੇ ਹਾਂ ਕਿ ਇਹ ਖਾਲਿਸਤਾਨ ਦੇ ਸੰਘਰਸ਼ ਦਾ ਜਿਉਂਦੇ ਅਤੇ ਜਾਗਦੇ ਹੋਣ ਦਾ ਇੱਕ ਸਬੂਤ ਆ। ਅੱਜ ਵੀ ਮੀਡੀਆ ਦੇ ਵਿੱਚ ਤੁਸੀਂ ਇਹ ਰੌਲਾ ਪਿਆ ਹੋਇਆ ਦੇਖ ਸਕਦੇ ਹੋ ਕਿ ਬੱਬਰ ਆ ਗਏ, ਖਾਲਿਸਤਾਨੀ ਆ ਗਏ, ਆਹ ਕਰਤਾ ਉਹ ਕਰਤਾ। ਸੋ ਜਿਹੜਾ ਖਾਲਿਸਤਾਨ ਹੈ ਉਹ ਲਗਾਤਾਰ ਚਰਚਾ ਦੇ ਵਿੱਚ ਰਹਿੰਦਾ ਆ। ਚਾਹੇ ਆ ਹੁਣ ਰੈਫਰੈਂਡਮ 2020 ਦੀ ਜਿਹੜੀ ਵਿਦੇਸ਼ਾਂ ਦੇ ਵਿੱਚ ਜਿਹੜੀ ਗੱਲ ਆ ਉਹ ਚੱਲ ਰਹੀ ਹੈ। ਸੋ ਇਹਦੇ ਕਰਕੇ ਵੀ ਜਿਹੜੀ ਖਾਲਿਸਤਾਨ ਦੀ ਜਿਹੜੀ ਗੱਲ ਆ ਉਹ ਚਾਰੇ ਪਾਸੇ ਹੋ ਰਹੀ ਹੈ। ਸੋ ਇਹ ਜਿਹੜਾ ਸਾਡੇ ਸ਼ਹੀਦਾਂ ਦਾ ਜਿਹੜਾ ਸੁਪਨਾ ਆ ਇਹ ਜ਼ਰੂਰ ਹੋਂਦ ਵਿੱਚ ਆਏਗਾ। ਜਿਵੇਂ ਭਾਈ ਹਰਜਿੰਦਰ ਸਿੰਘ ਜੀ ਜਿੰਦਾ, ਭਾਈ ਸੁਖਦੇਵ ਸਿੰਘ ਜੀ ਸੁੱਖਾ ਨੇ ਆਖਿਆ ਸੀ ਨਾ ਕਿ ਖਾਲਿਸਤਾਨ ਦੀ ਮੰਗ ਉਹਨਾਂ ਅਤਿਆਚਾਰਾਂ ਦੀ ਦੇਣ ਆ ਜਿਹੜੇ ਸਾਡੇ ਉੱਤੇ ਕੀਤੇ ਗਏ ਤਾਂ ਕੀਤੇ ਜਾ ਰਹੇ ਨੇ। ਸਾਡੇ ਉੱਤੇ ਅੱਜ ਵੀ ਜਿਹੜੇ ਅਤਿਆਚਾਰ ਆ ਉਹ ਕੀਤੇ ਜਾ ਰਹੇ ਨੇ। ਜਿਹੜੇ ਸਿੱਖ ਖਾਲਿਸਤਾਨ ਤੋਂ ਮੁਨਕਰ ਵੀ ਆ, ਜਦੋਂ ਉਹਨਾਂ ਦੇ ਉੱਤੇ ਵੀ ਜ਼ੁਲਮ ਤਸ਼ੱਦਦ ਹੋਵੇਗਾ ਤਾਂ ਉਹ ਵੀ ਇੱਕ ਨਾ ਇੱਕ ਦਿਨ ਜਿਹੜੇ ਖਾਲਿਸਤਾਨ ਦੇ ਜਿਹੜੇ ਹਾਮੀ ਆ ਉਹ ਬਣਨਗੇ। ਭਾਵੇਂ ਕਿ ਅੱਜ ਬਹੁਤ ਸਾਰੇ ਜਿਹੜੇ ਸਰਕਾਰੀ ਮਹਿਕਮਿਆਂ ਵਾਲੇ ਜਿਹੜੇ ਸਿੱਖ ਆ ਉਹ ਖਾਲਿਸਤਾਨ ਦੀ ਗੱਲ ਭਾਵੇਂ ਖੁੱਲ੍ਹ ਕੇ ਨਹੀਂ ਕਰ ਪਾਉਂਦੇ, ਪਰ ਕਿਤੇ ਨਾ ਕਿਤੇ ਰਾਜ ਕਰਨ ਦੀ ਜਿਹੜੀ ਭਾਵਨਾ ਆ ਉਹ ਹਰੇਕ ਸਿੱਖ ਦੇ ਹਿਰਦੇ ਦੇ ਵਿੱਚ, ਦਿਲ ਦੇ ਵਿੱਚ ਕੁਸਲ ਵੱਟੇ ਲੈ ਰਹੀ ਹੈ। ਜਦੋਂ ਅਸੀਂ ਰਾਜ ਕਰੇਗਾ ਖਾਲਸਾ ਦੀ ਜਦੋਂ ਗੱਲ ਕਰਦੇ ਆ ਤੇ ਉਹ ਉਸੇ ਸੰਘਰਸ਼ ਦੀ ਅਸੀਂ ਗੱਲ ਕਰ ਰਹੇ ਹੁੰਦੇ ਆ। ਤੇ ਸਾਡਾ ਇਹ ਪੱਕਾ ਨਿਸ਼ਚਾ ਆ ਕਿ ਗੁਰੂ ਸਾਹਿਬ ਜੀ ਮਿਹਰ ਕਰਨਗੇ, ਸਾਡੇ ਸ਼ਹੀਦਾਂ ਦਾ ਜਿਹੜਾ ਡੁੱਲਿਆ ਹੋਇਆ ਖੂਨ ਆ ਉਹ ਅਜਾਈ ਨਹੀਂ ਜਾਏਗਾ ਤੇ ਇਸ ਧਰਤੀ ਦੇ ਉੱਤੇ ਖਾਲਿਸਤਾਨ ਜ਼ਰੂਰ ਹੋਂਦ ਦੇ ਵਿੱਚ ਆਏਗਾ। ਬਿਲਕੁਲ ਤੁਹਾਡੀ ਜਿਹੜੀ ਗੱਲ ਹੈ ਉਹ ਸਿੱਖ ਚਿੰਤਕ ਨੇ ਇੱਕ ਸਰਦਾਰ ਅਜਮੇਰ ਸਿੰਘ ਹੋਰੀ ਜੀ, ਉਹਨਾਂ ਨੇ ਖਾਲਿਸਤਾਨ ਕਮਾਂਡੋ ਫੋਰਸ ਦੇ ਜਿਹੜੇ ਹੁਣ ਮੌਜੂਦਾ ਮੁਖੀ ਨੇ ਭਾਈ ਪਰਮਜੀਤ ਸਿੰਘ ਪੰਜਵੜ ਜੀ, ਕੁਛ ਉਹਨਾਂ ਨੇ ਜਿਹੜਾ ਡਾਟਾ ਸੀ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਨੇ ਜਿਹੜਾ ਇਕੱਠਾ ਕੀਤਾ ਸੀ ਪੰਜਵੜ ਦੇ ਪਰਿਵਾਰ ਦੇ ਉੱਪਰ ਜੋ ਤਸ਼ੱਦਦ ਹੋਇਆ। ਹਾਂਜੀ, ਉਹਨਾਂ ਦੀ ਮਾਤਾ ਭਾਈ ਪਰਮਜੀਤ ਸਿੰਘ ਪੰਜਵੜ ਦੀ ਮਾਤਾ ਮਹਿੰਦਰ ਕੌਰ ਜੀ ਨੂੰ ਚਵਾਲ ਥਾਣੇ 'ਚ ਰੱਖਿਆ, ਫਿਰ ਮਾਨੋ ਚਾਹਲ ਚੌਂਕੀ 'ਚ ਰੱਖਿਆ। 11 ਮਹੀਨੇ ਉਹਨਾਂ ਦੇ ਉੱਪਰ ਤਸ਼ੱਦਦ ਢਾਇਆ ਪੰਜਾਬ ਪੁਲਿਸ ਨੇ। ਉਸ ਤੋਂ ਬਾਅਦ ਉਹਨਾਂ ਨੂੰ ਗਾਇਬ ਕਰਤਾ, ਰੋੜ ਦਿੱਤਾ ਸ਼ਾਇਦ ਹਰੀ ਕੇ ਪੱਤਣ ਜੀ, ਸ਼ਾਇਦ ਹਰੀ ਕੇ ਪੱਤਣ। ਉਸ ਤੋਂ ਬਾਅਦ ਭਾਈ ਪਰਮਜੀਤ ਸਿੰਘ ਪੰਜਵੜ ਦੀ ਜਿਹੜੀ ਭਰਜਾਈ ਹੈ ਉਹਨੂੰ ਚੁੱਕ ਲਿਆ ਜਾਂਦਾ ਜੀ, ਭਰਜਾਈ ਦਾ ਸਾਰਾ ਪੇਕਾ ਪਰਿਵਾਰ ਚੁੱਕ ਲਿਆ ਜਾਂਦਾ ਜੀ। ਉਸ ਤੋਂ ਬਾਅਦ ਭਾਈ ਪਰਮਜੀਤ ਸਿੰਘ ਪੰਜਵੜ ਦੇ ਮਾਮਿਆਂ ਨੂੰ ਚੁੱਕ ਲਿਆ ਜਾਂਦਾ, ਨਾਨਕਿਆਂ ਨੂੰ। ਮਾਮੇ ਦੇ 2 ਮੁੰਡੇ, ਇੱਕ ਦਲਜੀਤ ਸਿੰਘ ਔਰ ਇੱਕ ਦੂਸਰਾ ਸੀ ਸ਼ਾਇਦ ਬਿੱਟੂ, ਭੋਲਾ ਜਾਂ ਬਿੱਟੂ 2 ਨਾਂ ਨੇ, ਤੇ ਉਹਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ। ਫਿਰ ਸ਼ਹੀਦ ਭਾਈ ਪਰਮਜੀਤ ਸਿੰਘ ਪੰਜਵੜ ਦੇ ਜਿਹੜੇ ਭਰਾ ਨੇ ਉਹ ਚੁੱਕ ਲਏ ਜਾਂਦੇ ਨੇ, ਦੋਨਾਂ ਭਰਾਵਾਂ ਨੂੰ ਜੀ, ਤੇ ਸਰਬਜੀਤ ਸਿੰਘ ਔਰ ਅਮਰਜੀਤ ਸਿੰਘ ਸ਼ਾਇਦ ਹੈ ਨਾ, ਉਹਨਾਂ ਦੇ ਉੱਪਰ ਬਹੁਤ ਤਸ਼ੱਦਦ ਢਾਇਆ। ਸ਼ਾਇਦ ਉਹ ਅੱਜ ਉੱਠ ਕੇ ਮਤਲਬ ਖੜੇ ਹੋਣਾ ਵੀ ਉਹਨਾਂ ਲਈ ਆਪਣੇ ਆਪ ਦੇ ਵਿੱਚ ਔਖਾ ਹੈ। ਭਾਈ ਪਰਮਜੀਤ ਸਿੰਘ ਪੰਜਵੜ ਦਾ ਜਿਹੜਾ ਭਰਾ ਰਾਜਵਿੰਦਰ, ਉਹਨਾਂ ਨੂੰ ਵੀ ਸ਼ਹੀਦ ਕਰ ਦਿੱਤਾ ਗਿਆ ਸੀ। ਰਾਜਵਿੰਦਰ ਗੁੰਮੇ ਕਰਤਾ ਜੀ, ਜਦ ਧਮਕੀ ਦਿੱਤੀ ਆ ਕੇ ਉਦੋਂ CBI ਦਾ ਵੀ ਕੋਈ ਅਫੀਸਰ ਆਇਆ ਸੀ ਵੀ ਪਟੀਸ਼ਨ ਵਾਪਸ ਲਓ। ਜਦੋਂ ਐਡਾ ਤਕੜਾ ਜ਼ੁਲਮ ਹੋਵੇਗਾ ਭਾਈ ਰਣਜੀਤ ਸਿੰਘ ਜੀ ਕਿਸੇ ਵੀ ਸਿੱਖ ਦੇ ਉੱਪਰ, ਉਹਦੇ ਪਰਿਵਾਰ ਦੇ ਉੱਪਰ, ਫਿਰ ਉਹ ਆਖਰ ਕੀ ਕਰੇਗਾ? ਬਿਲਕੁਲ ਬਿਲਕੁਲ ਬਿਲਕੁਲ। ਫਿਰ ਉਹ ਭਾਈ ਹਰਜਿੰਦਰ ਸਿੰਘ ਜਿੰਦਾ ਉਹਨਾਂ ਦੀ ਜਿਹੜੀ ਗੱਲ ਹੈ ਉਹ ਬਿਲਕੁਲ ਸਹੀ ਸਾਬਤ ਹੁੰਦੀ ਹੈ। ਫਿਰ ਤਾਂ ਇਹ ਦੇਣ ਇਸੇ ਜ਼ਬਰ ਤੇ ਜ਼ੁਲਮ ਦੀ ਦੇਣ ਆ ਨਾ, ਬਿਲਕੁਲ। ਉਹਦੇ ਵਿੱਚੋਂ ਹੀ ਫਿਰ ਉਹ ਜਿਹੜਾ ਰੋਸ ਪੈਦਾ ਹੁੰਦਾ ਬਈ ਹਾਂ ਸਾਡਾ ਕੋਈ ਵੱਖਰਾ। ਕਿਉਂਕਿ ਬੇਅੰਤ ਪਰਿਵਾਰ ਉਹ ਸਾਨੂੰ ਦੱਸਦੇ ਆ ਕਿ ਕਈ ਪਰਿਵਾਰ ਇਹ ਦੱਸਦੇ ਆ ਕਿ ਸਾਡਾ ਮੁੰਡਾ ਜੁਝਾਰੂ ਜਾਂ ਖਾੜਕੂ ਇਸ ਲਈ ਬਣਿਆ ਕਿਉਂਕਿ ਜਦੋਂ ਉਹ ਸੰਗਰਾਂਦ ਮੱਸਿਆ ਤੇ ਦਰਬਾਰ ਸਾਹਿਬ ਗਿਆ, ਉੱਥੇ ਉਹਨੇ ਜਾ ਕੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਬਚਨ ਸੁਣੇ ਤਾਂ ਜੋਸ਼ੀਲੀ ਤਕਰੀਰ ਸੁਣ ਕੇ ਉਹ ਫਿਰ ਸੰਤਾਂ ਦਾ ਹੀ ਹੋ ਕੇ ਰਹਿ ਗਿਆ।
ਕਈ ਪਰਿਵਾਰ ਦੱਸਦੇ ਆ ਕਿ ਉਹ ਤਾਂ ਕਦੀ ਸੰਤ ਭਿੰਡਰਾਂ ਵਾਲਿਆਂ ਨੂੰ ਮਿਲਿਆ ਵੀ ਨਹੀਂ ਸੀ, ਉਹ ਤਾਂ ਕਦੀ ਧਰਮ ਯੁੱਧ ਮੋਰਚੇ ਦੇ ਵਿੱਚ ਵੀ ਨਹੀਂ ਗਿਆ, ਉਹ ਤਾਂ ਸਿੱਖੀ ਬਾਰੇ ਵੀ ਕੋਈ ਬਹੁਤੀ ਜਾਣਕਾਰੀ ਨਹੀਂ ਰੱਖਦਾ ਸੀ। ਪਰ ਜਦੋਂ ਪੁਲਿਸ ਨੇ ਉਹਨੂੰ ਬੇਵਜ੍ਹਾ ਤੰਗ ਪਰੇਸ਼ਾਨ ਕੀਤਾ, ਉਹਦੇ ਚੱਡੇ ਪਾੜ ਦਿੱਤੇ ਤੇ ਉਹਦੇ ਉੱਤੇ ਬੇਤਹਾਸ਼ਾ ਤਸ਼ੱਦਦ ਕੀਤਾ, ਤੇ ਫਿਰ ਉਹ ਸਾਰਾ ਕੁਝ ਛੱਡ ਕੇ ਫਿਰ ਉਹ ਖਾਲਿਸਤਾਨੀ ਸੰਘਰਸ਼ ਦੇ ਵਿੱਚ ਜਿਹੜਾ ਕੁੱਦ ਪਿਆ। ਸੋ ਜਿਹੜੇ ਖਾਲਿਸਤਾਨੀ ਨਹੀਂ ਸਨ ਪਹਿਲਾਂ ਜੂਨ 1984 ਤੱਕ, ਉਹਨਾਂ ਨੂੰ ਜੂਨ 1984 ਦੇ ਘੱਲੂਘਾਰੇ ਨੇ ਖਾਲਿਸਤਾਨੀ ਬਣਾ ਦਿੱਤਾ। ਜਿਹੜੇ ਉਦੋਂ ਵੀ ਨਹੀਂ ਬਣ ਸਕੇ ਉਹਨਾਂ ਨੂੰ ਨਵੰਬਰ 1984 ਦੇ ਘੱਲੂਘਾਰੇ ਨੇ ਬਣਾ ਦਿੱਤਾ। ਜਿਹੜੇ ਉਦੋਂ ਵੀ ਨਹੀਂ ਬਣ ਸਕੇ ਉਹਨਾਂ ਨੂੰ ਫਿਰ ਬਾਅਦ ਵਿੱਚ ਜਦੋਂ ਆਪਰੇਸ਼ਨ ਵੁੱਡ ਰੋ ਚੱਲਿਆ, ਪਿੰਡਾਂ ਦੇ ਵਿੱਚੋਂ ਕੱਢ ਕੇ ਸਿੱਖ ਨੌਜਵਾਨਾਂ ਨੂੰ ਮਾਰਿਆ ਗਿਆ, ਤੇ ਫਿਰ ਉਹਨਾਂ ਸਾਰਿਆਂ ਦੇ ਅੰਦਰ ਇੱਕ ਆਪਣੇ ਰਾਜ ਦੀ ਜਿਹੜੀ ਭਾਵਨਾ ਆ ਉਹ ਪ੍ਰਗਟ ਹੋਈ, ਤੇ ਉਹਨਾਂ ਨੇ ਫਿਰ ਹਿੰਦੁਸਤਾਨ ਦੀ ਹਕੂਮਤ ਦੇ ਵਿਰੁੱਧ ਹਥਿਆਰ ਚੁੱਕੇ। ਤੇ ਅੱਜ ਵੀ ਜਿਹੜੇ ਸਿੱਖ ਜਿਨ੍ਹਾਂ ਨੂੰ ਲੱਗਦਾ ਆ ਕਿ ਉਹ ਭਾਰਤ ਦੇ ਵਿੱਚ ਬੜੇ ਸੇਫ ਆ, ਪਰ ਜਦੋਂ ਉਹਨਾਂ ਦੇ ਉੱਤੇ ਆਣ ਪਏਗੀ, ਜਦੋਂ ਉਹਨਾਂ ਦੇ ਉੱਤੇ ਜ਼ੁਲਮ ਤਸ਼ੱਦਦ ਹੋਵੇਗਾ, ਤਾਂ ਉਹ ਵੀ ਫਿਰ ਖਾਲਿਸਤਾਨ ਦੀ ਜਿਹੜੀ ਗੱਲ ਹੈ ਉਹ ਠੋਕ ਵਜਾ ਕੇ ਕਰਨਗੇ। ਦੋ ਸਵਾਲ ਨੇ। ਐਡਾ ਬੀੜਾ ਚੁੱਕਿਆ ਜੋ ਕੁਝ ਤੁਸੀਂ ਲਿਖ ਰਹੇ ਹੋ, ਜਿਵੇਂ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਨੇ ਡਾਟਾ ਇਕੱਠਾ ਕੀਤਾ ਸੀ, ਤੁਸੀਂ ਉਹਨੂੰ ਲਿਖਤਾਂ ਦੇ ਰੂਪ ਦੇ ਵਿੱਚ ਲੈ ਗਏ, ਕਿਤਾਬਾਂ ਛਾਪਤੀਆਂ। ਉਸ ਤੋਂ ਬਾਅਦ ਲਵਾਰਸ ਲਾਸ਼ਾਂ ਦਾ ਉਹ ਡਾਟਾ ਸੀ, ਅਤੇ ਇੱਕ ਦਿਨ ਭਾਈ ਜਸਵੰਤ ਸਿੰਘ ਖਾਲੜਾ ਨੂੰ ਉਹਨਾਂ ਲਵਾਰਸ ਲਾਸ਼ਾਂ ਵਿੱਚ ਹੀ ਸਾਡੀ ਹਕੂਮਤ ਨੇ, ਪੁਲਿਸ ਨੇ ਗੁੰਮ ਕਰਤਾ। ਕਦੇ ਇੱਦਾਂ ਦਾ ਦਿਮਾਗ 'ਚ ਖਿਆਲ ਆਉਂਦਾ ਨਹੀਂ ਕਿ ਜਿਹੜਾ ਇਹ ਰਸਤਾ ਹੈ ਇਹਦਾ ਹਸ਼ਰ ਕੈਸਾ ਹੈ? ਦੇਖੋ, ਮਰਨਾ ਤਾਂ ਸਭ ਨੇ ਹੀ ਆ, ਪਰ ਜਿਹੜੇ ਬੰਦੇ ਕੌਮ ਦੇ ਲਈ, ਪੰਥ ਦੇ ਲਈ, ਪੰਜਾਬ ਦੇ ਲਈ, ਸਰਬੱਤ ਦੇ ਭਲੇ ਦੇ ਲਈ ਕੁਝ ਕਰ ਜਾਂਦੇ ਆ, ਉਹ ਬੰਦੇ ਹਮੇਸ਼ਾ ਹੀ ਅਮਰ ਰਹਿੰਦੇ ਆ। ਸੋ ਗੁਰਬਾਣੀ ਵੀ ਕਹਿੰਦੀ ਹੈ, ਭੈ ਕਾਹੂ ਕੋ ਦੇਤ ਨਹਿ ਭੈ ਮਾਨ ਧਿਆਨ, ਕਹੋ ਨਾਨਕ ਸੁਨ ਰੇ ਮਨ ਗਿਆਨੀ ਤਾਹੇ ਵਖਾਣ। ਅਸੀਂ ਨਾ ਤਾਂ ਕਿਸੇ ਤੋਂ ਡਰਨਾ ਆ ਤੇ ਨਾ ਹੀ ਡਰਾਉਣਾ। ਸਾਡਾ ਤਾਂ ਜਿਹੜਾ ਇਤਿਹਾਸ ਆ ਇਹ ਤਾਂ ਹਮੇਸ਼ਾ ਹੀ ਜ਼ਬਰ ਜ਼ੁਲਮ ਦੇ ਖਿਲਾਫ ਸਾਨੂੰ ਜੂਝਣ ਦੀ ਜਿਹੜੀ ਪ੍ਰੇਰਨਾ ਆ ਉਹ ਦਿੰਦਾ ਆ। ਗੁਰੂ ਨਾਨਕ ਸਾਹਿਬ ਜੀ ਦੀ ਸਿੱਖੀ ਹੀ ਇਹੀ ਹੈ ਕਿ ਜ਼ਬਰ ਜ਼ੁਲਮ ਦੇ ਖਿਲਾਫ ਬੋਲਣਾ, ਉਹਦੇ ਖਿਲਾਫ ਜਿਹੜੀ ਆਵਾਜ਼ ਹੈ ਉਹ ਬੁਲੰਦ ਕਰਨੀ। ਗੁਰੂ ਪਾਤਸ਼ਾਹ ਜੀ ਨੇ ਵੀ ਬਾਬਰ ਨੂੰ ਜਿਹੜਾ ਜਾਬਰ ਆ ਉਹ ਕਹਿ ਦਿੱਤਾ ਸੀ। ਇਸੇ ਤਰ੍ਹਾਂ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੇ ਵੀ ਹਮਾਯੂ ਜਿਹੜੀ ਬਾਦਸ਼ਾਹ ਨੂੰ ਜਿਹੜੇ ਕਰੜੇ ਲਫ਼ਜ਼ ਉਹ ਕਹਿ ਦਿੱਤੇ ਸਨ। ਗੁਰੂ ਅਮਰਦਾਸ ਜੀ ਦੀ ਮਹਾਰਾਜ ਜੀ ਦੀ ਗੱਲ ਕਰੀਏ ਤਾਂ ਉਹਨਾਂ ਨੇ ਵੀ ਉਸ ਸਮੇਂ ਜਿੰਨੀਆਂ ਵੀ ਪ੍ਰਥਾ ਚੱਲ ਰਹੀਆਂ ਸਨ, ਗੁਰੂ ਸਾਹਿਬ ਜੀ ਨੇ ਪੂਰਾ ਉਹਨਾਂ ਦਾ ਡਟ ਕੇ ਜਿਹੜਾ ਵਿਰੋਧ ਆ ਉਹ ਕਰਨਾ ਕੀਤਾ, ਭਾਵੇਂ ਕਿ ਉਸ ਸਮੇਂ ਉਹਨਾਂ ਪ੍ਰਥਾ ਦਾ ਵਿਰੋਧ ਕਰਨਾ ਇੱਕ ਬੜੀ ਵੱਡੀ ਗੱਲ ਹੁੰਦੀ ਸੀ। ਬਿਲਕੁਲ। ਪਰ ਸਾਡੇ ਗੁਰੂ ਸਾਹਿਬਾਨਾਂ ਨੇ, ਜੇਕਰ 6ਵੇਂ ਪਾਤਸ਼ਾਹ ਜੀ ਦੀ ਆਪਾਂ ਗੱਲ ਕਰੀਏ, ਪਹਿਲਾਂ 5ਵੇਂ ਪਾਤਸ਼ਾਹ ਦੀ ਸ਼ਹਾਦਤ ਦਿੰਦੇ ਆ, 6ਵੇਂ ਪਾਤਸ਼ਾਹ ਜੀ ਵੀ ਉਹ ਕੋਈ ਜਰ ਜੋਰੂ ਜ਼ਮੀਨ ਦੇ ਲਈ ਨਹੀਂ ਲੜਦੇ, ਜਦ ਕਿ ਉਹ ਚੌਥੇ ਜੱਜੇ ਦੇ ਖਿਲਾਫ ਜਿਹੜਾ ਜ਼ਬਰ ਅਤੇ ਜ਼ੁਲਮ ਉਹਦੇ ਖਿਲਾਫ ਜਿਹੜੀ ਇਹ ਜੰਗਾਂ ਆ ਉਹ ਲੜਦੇ ਆ। 10ਵੇਂ ਪਾਤਸ਼ਾਹ ਜੀ ਦਾ ਆਪਾਂ ਇਤਿਹਾਸ ਪੜ੍ਹਦੇ ਆ, ਗੁਰੂ ਪਾਤਸ਼ਾਹ ਜੀ ਨੇ 14 ਜੰਗਾਂ ਲੜੀਆਂ। ਸੋ ਮਰਨਾ ਤਾਂ ਸਭ ਨੇ ਹੀ ਆ, ਪਰ ਕੁਝ ਅਸੀਂ ਕੌਮ ਨੂੰ ਜਿਹੜੀ ਦੇਣ ਆ ਉਹ ਦੇ ਕੇ ਜਾਈਏ, ਪੰਥ ਨੂੰ ਜਿਹੜੀ ਦੇਣ ਆ ਉਹ ਦੇ ਕੇ ਜਾਈਏ। ਤੁਸੀਂ ਦੇਖੋ, ਜਦੋਂ ਅਸੀਂ ਸ਼ਹੀਦਾਂ ਦੀ ਗੱਲ ਕਰਦੇ ਆ ਤਾਂ ਸਾਡੇ ਸ਼ਹੀਦਾਂ ਦੇ ਵੇਲੇ ਹੋਰ ਵੀ ਬੇਅੰਤ ਸਾਰੇ ਜਿਹੜੇ ਲੋਕ ਉਹ ਕਈ ਬਿਮਾਰੀਆਂ ਦੇ ਨਾਲ ਮਰ ਗਏ ਹੋਣਗੇ, ਕਈ ਉਸ ਸਮੇਂ ਐਕਸੀਡੈਂਟਾਂ ਦੇ ਨਾਲ ਮਰ ਗਏ ਹੋਣਗੇ, ਕਈ ਬੰਦੇ ਉਸ ਸਮੇਂ ਸੱਪ ਲੜ ਕੇ ਮਰ ਗਏ ਹੋਣਗੇ, ਕਈ ਬੰਦੇ ਆਪਣੀ ਉਮਰ ਭੋਗ ਕੇ ਮਰ ਗਏ ਹੋਣਗੇ, ਪਰ ਉਹਨਾਂ ਨੂੰ ਕੋਈ ਵੀ ਯਾਦ ਨਹੀਂ ਕਰਦਾ। ਪਰ ਜਿਹੜੇ ਸਾਡੇ ਸ਼ਹੀਦ ਆ ਉਹ ਅੱਜ ਵੀ ਅਮਰ ਆ। ਅੱਜ 30-35 ਸਾਲਾਂ ਬਾਅਦ ਵੀ ਅਸੀਂ ਉਹਨਾਂ ਦੇ ਘਰਾਂ ਦੇ ਵਿੱਚ ਜਾ ਕੇ ਉਹਨਾਂ ਦੇ ਪਰਿਵਾਰਾਂ ਤੋਂ ਜਿਹੜਾ ਉਹਨਾਂ ਦਾ ਇਤਿਹਾਸ ਆ ਉਹ ਇਕੱਠਾ ਕਰਦੇ ਆ, ਉਹਨਾਂ ਦੀਆਂ ਤਸਵੀਰਾਂ ਨੂੰ ਜਿਹੜੇ ਸਿਜਦੇ ਆ ਉਹ ਕਰਦੇ, ਉਹਨਾਂ ਦੀ ਕੁਰਬਾਨੀਆਂ ਨੂੰ, ਜੋ ਕੁਝ ਵੀ ਉਹਨਾਂ ਨੇ ਤਸ਼ੱਦਦ ਜ਼ੁਲਮ ਝੱਲਿਆ ਜਾਂ ਮੁਕਾਬਲੇ ਕੀਤੇ, ਉਹਨਾਂ ਦੀਆਂ ਸੇਵਾਵਾਂ ਨੂੰ ਸਾਡਾ ਜਿਹੜਾ ਸੀਸ ਆ ਉਹ ਝੁਕਦਾ ਆ। ਬਿਲਕੁਲ। ਪਰ ਜਿਹੜੇ ਉਸ ਸਮੇਂ ਜਿਹੜੇ ਆਮ ਲੋਕ ਉੱਦਾਂ ਮਾਰੇ ਗਏ ਉਹਨਾਂ ਦਾ ਹੁਣ ਕੋਈ ਵੀ ਨਹੀਂ ਪੁੱਛਦਾ। ਤੇ ਜੇਕਰ ਅਸੀਂ ਕੌਮ ਦੇ ਲਈ ਕੁਝ ਕਰਦੇ ਹੋਏ ਕੋਈ ਸਾਡੀ ਵੀ ਜਿਹੜੀ ਜਾਨ ਆ ਉਹ ਕੌਮ ਦੇ ਲੇਖੇ ਲੱਗ ਜਾਵੇ ਤੇ ਅਸੀਂ ਸਮਝਦੇ ਹਾਂ ਕਿ ਇਹ ਸਾਡੇ ਧੰਨ ਭਾਗੀ ਹੋਣਗੇ। ਬਾਕੀ ਜਿਹੜੀ ਸ਼ਹੀਦੀ ਦੀ ਦਾਤ ਆ ਇਹ ਤਾਂ ਕਿਸੇ ਵਿਰਲੇ ਨੂੰ ਹੀ ਨਸੀਬ ਹੁੰਦੀ ਹੈ, ਤੇ ਇੱਕ ਅਕਾਲ ਪੁਰਖ ਵਾਹਿਗੁਰੂ ਦਾ ਇੱਕ ਖੂਬਸੂਰਤ ਤੋਹਫਾ ਆ ਜਿਹਦਾ ਕਿਸੇ ਵਿਰਲੇ ਦੇ ਹੀ ਜਿਹੜਾ ਹਿੱਸੇ ਆ ਉਹ ਆਉਂਦਾ ਆ। ਸੋ ਜਿਨ੍ਹਾਂ ਦੇ ਹਿੱਸੇ ਦੇ ਵਿੱਚ ਆਇਆ ਸੋ ਉਹਨਾਂ ਦੇ ਪਿਛਲੇ ਜਨਮਾਂ ਦੀ ਕੋਈ ਮਹਾਨ ਜਿਹੜੀ ਕਮਾਈ ਹੋਏਗੀ, ਉਹਨਾਂ ਦੀ ਕੋਈ ਬੰਦਗੀ ਹੋਏਗੀ ਕਿ ਜਿਹੜੀ ਗੁਰੂ ਪਾਤਸ਼ਾਹ ਨੇ ਸ਼ਹਾਦਤ ਦੀ ਦਾਤ ਉਹਨਾਂ ਦੇ ਹਿੱਸੇ ਦੇ ਵਿੱਚ ਜਿਹੜੀ ਉਹ ਪਾਈ। ਗੁਰੂ ਸਾਹਿਬ ਕਿਰਪਾ ਕਰਨ ਸਾਡੀ ਵੀ ਜਿਹੜੀ ਜਿੰਦ ਜਾਨ ਆ ਉਹ ਕੌਮ ਦੇ ਲੇਖੇ ਲੱਗੇ, ਪੰਥ ਦੇ ਲੇਖੇ ਲੱਗੇ, ਧਰਮ ਦੇ ਜਿਹੜੇ ਲੇਖੇ ਆ ਉਹ ਲੱਗੇ। ਇਹੀ ਸਾਡੀ ਜਿਹੜੀ ਅਰਦਾਸ ਆ ਉਹ ਹੁੰਦੀ ਆ। ਸ਼ਹੀਦੀ ਦੀ ਦਾਤ ਉਹ ਬਹੁਤ ਜ਼ਿਆਦਾ ਵੱਡੀ ਹੈ। ਜਦੋਂ ਅਸੀਂ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਪੜ੍ਹਦੇ ਆ ਤਾਂ 2 ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵੀ ਸ਼ਹੀਦ ਲਫ਼ਜ਼ ਦਾ ਜ਼ਿਕਰ ਆਉਂਦਾ ਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵੀ 5 ਸ਼ਹੀਦਾਂ ਦੀ ਜਿਹੜੀ ਬਾਣੀ ਆ ਉਹ ਦਰਜ ਆ। ਸਾਡੇ ਜਿਹੜੇ 2-3 ਗੁਰੂ ਸਾਹਿਬਾਨ ਆ ਉਹ ਵੀ ਸ਼ਹੀਦ ਹੋਏ ਆ। ਅਨੇਕਾਂ ਸਿੰਘਾਂ ਸਿੰਘਣੀਆਂ ਨੇ ਜਿਹੜੇ ਸ਼ਹਾਦਤਾਂ ਦੇ ਜਿਹੜੇ ਜਾਮ ਆ ਉਹ ਪੀਤੇ ਆ। ਸੋ ਅਸੀਂ ਵੀ ਉਸ ਸੂਚੀ ਦੇ ਵਿੱਚ ਜੇਕਰ ਲੱਗ ਜਾਵਾਂਗੇ ਤੇ ਅਸੀਂ ਸਮਝਦੇ ਹਾਂ ਕਿ ਸਾਡੇ ਧੰਨ ਭਾਗ ਹੀ ਹੋਣਗੇ। ਵਾਹ, ਕੈਸਾ ਤੁਹਾਡੇ ਅੰਦਰ ਸਿਰੜ ਸਿੱਧਕ ਔਰ ਗੁਰੂ ਦੇ ਉੱਪਰ ਭਰੋਸਾ ਔਰ ਪੰਥ ਲਈ ਮਰ ਮਿਟਣ ਦੀ ਜਿਹੜੀ ਅੰਦਰ ਮਹਾਰਾਜ ਨੇ ਤੁਹਾਨੂੰ ਕਣੀ ਬਖਸ਼ੀ ਹੈ। ਬਹੁਤ ਪਰਿਵਾਰਾਂ ਦੇ ਨਾਲ ਅਸੀਂ ਵੀ ਮਿਲਦੇ ਹਾਂ, ਤੁਹਾਡੇ ਜ਼ਰੀਏ ਵੀ ਮਿਲਦੇ ਹਾਂ ਚੈਨਲ ਵੱਲੋਂ। ਬਹੁਤ ਪਰਿਵਾਰ ਨੇ ਐਸੇ ਜਿਹਦੇ ਉਹ ਕਹਿੰਦੇ ਨੇ ਕਿ ਯਾਰ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਵਾਲੇ ਸਾਡੇ ਤੱਕ ਨਾ ਪਹੁੰਚ ਕਰਦੇ ਤਾਂ ਸ਼ਾਇਦ ਅਸੀਂ ਰੁਲਦੇ ਹੁੰਦੇ। ਸ਼ਹੀਦ ਪਰਿਵਾਰਾਂ ਦੀ ਜਿਹੜੀ ਆਰਥਿਕ ਦਸ਼ਾ ਹੈ ਉਹ ਤੁਹਾਨੂੰ ਵੀ ਪਤਾ ਹੈ, ਉਹ ਸਾਨੂੰ ਵੀ ਪਤਾ ਹੈ, ਉਹ ਕਿੰਨੀ ਕੁ ਹੈ, ਮਤਲਬ ਕਿੱਥੋਂ ਕੁ ਤੱਕ ਹੈ ਔਰ ਕਿੱਥੋਂ ਕੁ ਤੱਕ ਮਤਲਬ ਉਹ ਗੁਰਬਤ ਦਾ ਜੀਵਨ ਵੀ ਜੀ ਰਹੇ ਨੇ ਸ਼ਹੀਦ ਪਰਿਵਾਰ, ਜਿਨ੍ਹਾਂ ਨੂੰ ਅਸੀਂ ਕੌਮ ਦਾ ਸਰਮਾਇਆ ਕਹਿੰਦੇ ਆ, ਪੰਥ ਦਾ ਖਜ਼ਾਨਾ ਕਹਿੰਦੇ ਆ। ਜਿਹੜਾ ਤੁਸੀਂ ਖਜ਼ਾਨਾ ਇਹ ਇਕੱਠਾ ਕਰ ਰਹੇ ਹੋ ਔਰ ਇੱਕ ਹਿਸਟਰੀ ਬਣਾ ਰਹੇ ਹੋ, ਇਸ ਬਾਰੇ ਕੀ ਕਹਿਣਾ ਚਾਹੋਗੇ? ਜਦੋਂ ਬਹੁਤ ਪਰਿਵਾਰਾਂ ਦੇ ਵਿੱਚ ਤੁਸੀਂ ਬਹੁਤ ਪਰਿਵਾਰਾਂ ਨੂੰ ਘਰ ਵੀ ਬਣਾ ਕੇ ਦਿੱਤੇ, ਬੇਸ਼ੱਕ ਸੰਗਤ ਦਾ ਉਹ ਸੰਗਤ ਦੀ ਮਾਇਆ ਸੀ, ਸੰਗਤ ਦਾ ਸਹਿਯੋਗ ਸੀ, ਪਰ ਉਦਮ ਤੁਹਾਡਾ ਸੀ। ਬੜੀਆਂ ਅਸੀਸਾਂ ਦਿੰਦੇ ਨੇ ਉਹ ਲੋਕ। ਕੀ ਕਹਿਣਾ ਚਾਹੁੰਦੇ ਹੋ ਵੀ ਬਹੁਤ ਅਜੇ ਪਰਿਵਾਰ ਐਸੇ ਨੇ ਜਿਨ੍ਹਾਂ ਤੱਕ ਮਾਇਆ ਨਹੀਂ ਪਹੁੰਚੀ, ਔਰ ਬਹੁਤ ਐਸੇ ਵੀ ਪਰਿਵਾਰ ਨੇ ਜਿਹੜੇ 4-4 ਵਾਰੀ ਸ਼ਾਇਦ ਮਾਇਆ ਦਾ ਲਾਹਾ ਲੈ ਵੀ ਚੁੱਕੇ ਨੇ ਸੰਗਤ ਤੋਂ, ਔਰ ਕਈ ਦਫਾ ਝੂਠ ਵੀ ਬੋਲ ਜਾਂਦੇ ਨੇ ਜੀ। ਦੇਖੋ, ਜਿਹੜੇ ਸ਼ਹੀਦ ਸਿੰਘ ਕੌਮੀ ਘਰ ਦੀ ਆਜ਼ਾਦੀ ਦੇ ਲਈ ਆਪਾ ਵਾਰ ਗਏ, ਸਾਡਾ ਫਰਜ਼ ਬਣਦਾ ਆ ਕਿ ਅਸੀਂ ਉਹਨਾਂ ਦੇ ਘਰਾਂ, ਉਹਨਾਂ ਦੇ ਪਰਿਵਾਰਾਂ, ਉਹਨਾਂ ਦੀਆਂ ਮਾਤਾਵਾਂ ਦੀ ਜਿਹੜੀ ਸਾਰ ਆ ਉਹ ਲਈਏ। ਭਾਵੇਂ ਕਿ ਕੌਮ ਨੇ ਬੇਅੰਤ ਸ਼ਹੀਦਾਂ ਦੇ ਪਰਿਵਾਰਾਂ ਦੀ ਜਿਹੜੀ ਬਾਂਹ ਆ ਉਹ ਫੜੀ ਆ, ਬਿਲਕੁਲ, ਪਰ ਬਹੁਤ ਸਾਰੇ ਜਿਹੜੇ ਸਿੰਘ ਆ ਉਹ ਅਣਗੌਲੇ ਵੀ ਰਹਿ ਗਏ ਹੋਏ ਆ। ਸੋ ਪਹਿਲੀ ਦੂਜੀ ਕਿਤਾਬ ਦੇ ਵਿੱਚ ਬੇਅੰਤ ਸ਼ਹੀਦਾਂ ਦਾ ਜਿਹੜਾ ਜ਼ਿਕਰ ਆ ਉਹ ਕੀਤਾ ਆ, ਉਹਨਾਂ ਦੇ ਪਰਿਵਾਰਾਂ ਦੇ ਜਿਹੜੇ ਹਾਲਾਤ ਆ ਉਹਨਾਂ ਦਾ ਵੀ ਜਿਹੜਾ ਜ਼ਿਕਰ ਆ ਉਹ ਕੀਤਾ ਹੋਇਆ ਆ। ਤੇ ਮੈਂ ਸੰਗਤ ਨੂੰ ਜ਼ਰੂਰ ਅਪੀਲ ਕਰਾਂਗਾ ਕਿ ਸਾਡੇ ਕੋਲੋਂ ਉਹਨਾਂ ਪਰਿਵਾਰਾਂ ਦੇ ਜਿਹੜੇ ਪਤੇ ਆ, ਉਹਨਾਂ ਦੇ ਜਿਹੜੇ ਨੰਬਰ ਆ ਉਹ ਲੈ ਕਰਕੇ ਤੁਸੀਂ ਸਿੱਧੇ ਤੌਰ 'ਤੇ ਸ਼ਹੀਦਾਂ ਦੇ ਪਰਿਵਾਰਾਂ ਦੀ ਜਿਹੜੀ ਹੈਲਪ ਆ ਉਹ ਜ਼ਰੂਰ ਕਰੋ, ਕਿਉਂਕਿ ਕਈਆਂ ਸ਼ਹੀਦਾਂ ਦੀਆਂ ਮਾਤਾਵਾਂ ਦੇ ਕੋਲ ਤਾਂ ਦਵਾਈ ਲਿਆਉਣ ਵਾਸਤੇ ਵੀ ਜਿਹੜੇ ਪੈਸੇ ਆ ਉਹ ਨਹੀਂ ਹੁੰਦੇ। ਛਿਆਟੇ ਦੇ ਵਿੱਚ ਇੱਕ ਬੀਬੀ ਹੁੰਦੇ ਸਨ, ਹੁਣ ਤੇ ਉਹ ਚੜ੍ਹਾਈ ਕਰ ਗਏ, 1 ਸਾਲ ਹੋ ਗਿਆ ਆ। ਤੇ ਜਦੋਂ ਮੈਂ ਉਹਨਾਂ ਦਾ ਇਤਿਹਾਸ ਲਿਖਣ ਗਿਆ ਸੀ ਤੇ ਉਹਨਾਂ ਦਾ ਜਿਹੜਾ ਪੈਰ ਸੀ ਉਹ ਪੂਰਾ ਗਲਿਆ ਹੋਇਆ ਸੀ ਤੇ ਉਹਨਾਂ ਦੇ ਜਿਹੜੇ ਕਮਰੇ ਸਨ ਉਹ ਵੀ ਕਾਫੀ ਨੀਵੇਂ ਸਨ, ਤੇ ਜਦੋਂ ਮੀਂਹ ਹੁੰਦਾ ਸੀ ਤੇ ਕਮਰਿਆਂ ਦੇ ਵਿੱਚ ਜਿਹੜਾ ਪਾਣੀ ਸੀ ਉਹ ਭਰ ਜਾਂਦਾ ਸੀ, ਛੱਤਾਂ ਜਿਹੜੀਆਂ ਸੀ ਉਹ ਵੀ ਚੌਂਦੀਆਂ ਸਨ। ਤੇ ਮੈਂ ਜਦੋਂ ਉਹਨਾਂ ਨੂੰ ਪੁੱਛਿਆ, ਮੈਂ ਆਖਿਆ ਕਿ ਤੁਸੀਂ ਦਵਾਈ ਨਹੀਂ ਲਈ, ਕਿੰਨਾ ਚਿਰ ਹੋ ਗਿਆ? ਕਹਿੰਦੇ 6 ਮਹੀਨੇ ਹੋ ਗਏ ਆ। ਕਹਿੰਦੇ ਦਵਾਈ ਲਿਆਉਣ ਨੂੰ ਪੈਸੇ ਹੀ ਨਹੀਂ ਹੈਗੇ। ਮੇਰੇ ਤੋਂ ਉਸ ਸਮੇਂ 500-700 ਰੁਪਈਆ ਹੈ ਸੀ, ਮੈਂ ਉਹਨਾਂ ਨੂੰ ਦੇ ਦਿੱਤਾ। ਬਾਅਦ ਵਿੱਚ ਉਹਨਾਂ ਦੀ ਕਈ ਵਾਰੀ ਜਿਹੜੀ ਹੈਲਪ ਹੈ ਉਹ ਕਰਵਾਈ। ਕਹਿਣ ਤੋਂ ਭਾਵ ਕਿ ਕਈ ਪਰਿਵਾਰਾਂ ਦੇ ਅਜਿਹੇ ਵੀ ਜਿਹੜੇ ਹਾਲਾਤ ਆ ਉਹ ਹੈ ਸਨ। ਜਿਵੇਂ ਸ਼ਹੀਦ ਭਾਈ ਮਨਜੀਤ ਸਿੰਘ ਜੀ ਖੁਜਾਲਾ ਦੇ ਭਰਾ ਇੱਥੇ ਸਾਡੇ ਘਰ ਦੇ ਨੇੜੇ ਹੀ ਰਹਿੰਦੇ ਆ, ਉਹ ਸਬਜ਼ੀ ਦੀ ਰੇਹੜੀ ਲਾ ਕੇ ਜਿਹੜਾ ਗੁਜ਼ਾਰਾ ਉਹ ਕਰਦੇ ਸਨ। ਤੇ ਲੋਕਡਾਊਨ ਦੇ ਵਿੱਚ ਉਹਨਾਂ ਦਾ ਕੰਮਕਾਰ ਕਾਫੀ ਬੰਦ ਹੋ ਗਿਆ ਸੀ। ਇਸ ਤੋਂ ਪਹਿਲਾਂ ਉਹ ਕਿਤੇ ਕਾਰਖਾਨੇ ਦੇ ਵਿੱਚ ਜਿਹੜਾ ਕੰਮਕਾਰ ਆ ਉਹ ਕਰਦੇ ਸਨ। ਤੇ ਕਾਫੀ ਉਹਨਾਂ ਦੀ ਉਮਰ ਵੀ ਕਾਫੀ ਹੋ ਚੁੱਕੀ ਹੈ ਤੇ ਬੇਟਾ ਵੀ ਕੋਈ ਨਹੀਂ ਆ, ਤੇ ਮਾਤਾ ਜੀ ਵੀ ਜਿਹੜੇ ਬਜ਼ੁਰਗ ਸਨ ਉਹ ਵੀ ਚੱਲ ਫਿਰ ਨਹੀਂ ਸਕਦੇ, ਤੇ ਉਹਨਾਂ ਦੇ ਪਰਿਵਾਰ ਦੀ ਕਾਫੀ ਹਾਲਤਮੰਦੀ ਸੀ। ਫਿਰ ਫੇਸਬੁੱਕ ਦੇ ਰਾਹੀਂ ਸੰਗਤਾਂ ਨੂੰ ਜਿਹੜੀ ਅਪੀਲ ਆ ਉਹ ਕੀਤੀ। ਫਿਰ ਸੰਗਤਾਂ ਨੇ ਜਿਹੜੀ ਮਦਦ ਆ ਉਹਨਾਂ ਦੀ ਕੀਤੀ। ਕਿਸੇ ਨੇ 15,000, ਕਿਸੇ ਨੇ 5,000, ਕਿਸੇ ਨੇ ਰਾਸ਼ਨ ਦਿੱਤਾ, ਅਤੇ ਕਿਸੇ ਗੁਰਸਿੱਖ ਵੀਰ ਨੇ ਜਿਹਨੇ ਆਪਣਾ ਸੰਗਤ ਵਿੱਚੋਂ ਨਾਮ ਤਾਂ ਨਹੀਂ ਦੱਸਿਆ, ਉਹਨੇ ਫਿਰ ਸ਼ਹੀਦ ਭਾਈ ਮਨਜੀਤ ਸਿੰਘ ਖੁਜਾਲਾ ਦੇ ਜਿਹੜੇ ਭਰਾ ਨੂੰ ਇਹਦੀ ਆਟੋ ਰਿਕਸ਼ਾ ਜਿਹੜੀ ਬੈਟਰੀ ਗੱਡੀ ਹੁੰਦੀ ਆ ਉਹ ਜਿਹੜੀ ਲੈ ਕੇ ਆ ਉਹ ਦਿੱਤੀ। ਅਤੇ ਇਸੇ ਤਰ੍ਹਾਂ ਹੋਰ ਵੀ ਕਈ ਸ਼ਹੀਦਾਂ ਦੇ ਜਿਹੜੇ ਪਰਿਵਾਰਾਂ ਦੇ ਮਾੜੇ ਤੋਂ ਮਾੜੇ ਹਾਲਾਤ, ਵੱਧ ਤੋਂ ਵੱਧ ਜਿਹੜੇ ਹਾਲਾਤ ਸੀ ਉਹ ਦੇਖੇ ਆ। ਪਰ ਜਦੋਂ ਉਹਨਾਂ ਬਾਰੇ ਲਿਖਿਆ ਕੌਮ ਨੇ ਸਾਰ ਵੀ ਲਈ, ਪਰ ਬੇਅੰਤ ਐਸੇ ਹਾਲੇ ਵੀ ਜਿਹੜੇ ਪਰਿਵਾਰ ਆ ਜਿਹੜੇ ਉਹ ਰੁੱਲ ਰਹੇ ਸਨ। ਜਿਵੇਂ ਜੋ ਭਾਈ ਜੋਗਿੰਦਰ ਸਿੰਘ ਜੀ ਨੰਗਲ ਕਲਾਂ, ਜਿਨ੍ਹਾਂ ਨੇ ਜੂਨ 1984 ਦੇ ਘੱਲੂ ਘਰ ਵਿੱਚ ਸ਼ਹਾਦਤ ਦਾ ਜਾਮ ਪੀਤਾ ਸੀ, ਉਹਨਾਂ ਦੇ ਜਿਹੜੇ ਪੁੱਤਰ ਸਨ ਭਾਈ ਗੁਰਗਿਆਨ ਸਿੰਘ, ਉਹ ਦਿਹਾੜੀ ਲਾ ਕੇ ਜਿਹੜਾ ਗੁਜ਼ਾਰਾ ਆ ਉਹ ਕਰਦੇ ਪਏ ਸਨ। ਬੜੀ ਉਹਨਾਂ ਦੀ ਬੜੀ ਮੰਦੀ ਹਾਲਤ ਸੀ, ਪਰ ਉਸ ਲਿਖਤ ਤੋਂ ਬਾਅਦ ਪਰਿਵਾਰ ਦੀ ਜਿਹੜੀ ਸਾਰ ਆ ਉਹ ਸੰਗਤਾਂ ਨੇ ਲਈ ਆ। ਹੋਰ ਵੀ ਬੇਅੰਤ ਪਰਿਵਾਰ ਆ, ਸੰਗਤਾਂ ਨੂੰ ਬੇਨਤੀ ਹੈ ਕਿ ਉਹਨਾਂ ਪਰਿਵਾਰਾਂ ਦੀ ਜਿਹੜੀ ਵੱਧ ਤੋਂ ਵੱਧ ਜਿਹੜੀ ਸਾਰ ਆ ਉਹ ਲਈ ਜਾਵੇ। ਅਸੀਂ ਵੀ ਆਪਣੇ ਵੱਲੋਂ ਬੇਨਤੀ ਕਰਦੇ ਹਾਂ ਚੈਨਲ ਵੱਲੋਂ
ਕਿ ਜੋ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਵਾਲਿਆਂ ਨੇ ਆਪ ਜੀ ਨੂੰ ਦੱਸਿਆ ਕਿ ਅਜੇ ਬਹੁਤ ਪਰਿਵਾਰ ਐਸੇ ਨੇ ਜਿਨ੍ਹਾਂ ਤੱਕ ਮਦਦ ਨਹੀਂ ਪਹੁੰਚੀ। ਅਸੀਂ ਵੀ ਇਹਨਾਂ ਦੇ ਜ਼ਰੀਏ ਔਰ ਆਪਣੇ ਚੈਨਲ ਗੁਰਬਾਣੀ ਅਖੰਡ ਬਾਣੀ ਚੈਨਲ ਦੇ ਜ਼ਰੀਏ ਤੁਹਾਨੂੰ ਉਹ ਸਾਰਾ ਕੁਝ ਦੱਸਦੇ ਰਹਿੰਦੇ ਹਾਂ। ਸੋ ਵੱਧ ਤੋਂ ਵੱਧ ਸੰਗਤਾਂ ਅੱਗੇ ਸਾਡੀ ਵੀ ਹੱਥ ਜੋੜ ਕੇ ਬੇਨਤੀ ਹੈ ਕਿ ਉਹਨਾਂ ਸ਼ਹੀਦ ਪਰਿਵਾਰਾਂ ਤੱਕ ਪਹੁੰਚ ਕੀਤੀ ਜਾਵੇ, ਸਿੱਧੀ ਪਹੁੰਚ ਕੀਤੀ ਜਾਵੇ, ਜਿਵੇਂ ਭਾਈ ਸਾਹਿਬ ਜੀ ਨੇ ਕਿਹਾ, ਜਾਂ ਭਾਈ ਸਾਹਿਬ ਦੇ ਜ਼ਰੀਏ ਕੀਤੀ ਜਾਵੇ, ਤਾਂ ਕਿ ਜਿਹੜੇ ਉਹ ਗੁਰਬਤ ਦਾ ਜੀਵਨ ਅੱਜ ਵੀ ਜੀ ਰਹੇ ਨੇ ਸ਼ਹੀਦ ਪਰਿਵਾਰ, ਮਤਲਬ ਰੋਲਣ ਵਰਗੀ ਹਾਲਤ ਵੀ ਹੈ ਕਈਆਂ ਪਰਿਵਾਰਾਂ ਦੀ ਐਸੀ, ਉਹ ਵੀ ਤੁਹਾਡੇ ਸਾਹਮਣੇ ਤੱਥ ਜਿਹੜੇ ਨੇ ਅਗਲੀ ਇੰਟਰਵਿਊ ਦੇ ਵਿੱਚ ਅਸੀਂ ਜ਼ਰੂਰ ਪੇਸ਼ ਕਰਾਂਗੇ। ਸੋ ਵੱਧ ਤੋਂ ਵੱਧ ਸੰਗਤਾਂ ਜਿੱਥੇ ਸਹਿਯੋਗ ਦੇ ਰਹੀਆਂ ਨੇ, ਹੋਰ ਤੁਹਾਡੇ ਸਹਿਯੋਗ ਦੀ ਲੋੜ ਹੈ ਉਹਨਾਂ ਸ਼ਹੀਦ ਪਰਿਵਾਰਾਂ ਨੂੰ। ਸੋ ਭਾਈ ਸਾਹਿਬ ਜੀ, ਆਪ ਜੀ ਦਾ ਬਹੁਤ ਬਹੁਤ ਧੰਨਵਾਦ, ਆਪਣਾ ਕੀਮਤੀ ਸਮਾਂ ਆਪ ਜੀ ਨੇ ਗੁਰਬਾਣੀ ਅਖੰਡ ਬਾਣੀ ਚੈਨਲ ਨੂੰ ਦਿੱਤਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।